ਪਿਆਰੇ ਬੱਚਿਓ 10ਵੀਂ ਕਲਾਸ ਦਾ ਪਾਠ ਖਣਿਜ ਪਦਾਰਥ ਅਤੇ ਸ਼ਕਤੀ ਦੇ ਸਾਧਨ ਮਿਨਰਲਸ ਐਂਡ ਐਨਰਜੀ ਰਿਸੋਰਸਿਸ ਇਹਦੇ ਬਾਰੇ ਆਪਾਂ ਅੱਜ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਆ ਵੀ ਐਨਰਜੀ ਰਿਸੋਰਸਿਸ ਅਤੇ ਮਿਨਰਲਸ ਦੇ ਬਾਰੇ ਆਪਾਂ ਕਿੰਨਾ ਅਤੇ ਕੀ ਕੁਛ ਜਾਣਦੇ ਹਾਂ। ਤਾਂ ਪਹਿਲਾ ਪੁਆਇੰਟ ਹੈ ਆਪਣਾ ਮਿਨਰਲ ਐਨਰਜੀ ਐਂਡ ਅਸ, ਖਣਿਜ ਸ਼ਕਤੀ ਅਤੇ ਅਸੀਂ। ਤਾਂ ਬੱਚਿਓ ਸਭ ਤੋਂ ਜ਼ਰੂਰੀ ਗੱਲ ਇਹ ਹੈਗੀ ਆ ਵੀ ਖਣਿਜ ਪਦਾਰਥਾਂ ਤੋਂ ਬਿਨਾਂ, ਸ਼ਕਤੀ ਦੇ ਸਾਧਨਾਂ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਖਣਿਜ ਦੇ ਬਾਰੇ ਤੁਹਾਨੂੰ ਮੁੱਢਲੀ ਜਾਣਕਾਰੀ ਜੋ ਦੇਣੀ, ਉਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਖਣਿਜ ਹੁੰਦਾ ਕੀ ਆ। ਬੱਚਿਓ ਅਸਲ ਦੇ ਵਿੱਚ ਧਰਤੀ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ। ਜਦੋਂ ਆਪਾਂ ਧਰਤੀ ਨੂੰ ਖੋਦਦੇ ਹਾਂ, ਪੁੱਟਦੇ ਹਾਂ, ਤਾਂ ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਆ। ਜਿੰਨੇ ਵੀ ਪਦਾਰਥ ਆ, ਲੋਹਾ, ਚਾਂਦੀ, ਸੋਨਾ, ਤਾਂਬਾ, ਪੈਟਰੋਲ, ਗੈਸ, ਇਹ ਸਾਰਾ ਕੁਝ ਸਾਨੂੰ ਧਰਤੀ ਦੇ ਹੇਠਾਂ ਤੋਂ ਹੀ ਮਿਲਦਾ ਆ। ਅਤੇ ਸ਼ਕਤੀ ਦੇ ਸਾਧਨ ਜਿਹੜੇ ਸਾਨੂੰ ਐਨਰਜੀ ਪ੍ਰੋਵਾਈਡ ਕਰਦੇ ਆ, ਜਿਹੜੇ ਸਾਨੂੰ ਬਿਜਲੀ ਪ੍ਰੋਵਾਈਡ ਕਰਦੇ ਆ, ਜਿਨ੍ਹਾਂ ਦੇ ਨਾਲ ਸਾਡੇ ਕਾਰਖਾਨੇ ਚੱਲਦੇ ਆ, ਸਾਡੇ ਘਰ ਚੱਲਦੇ ਆ, ਸਾਡੀਆਂ ਫੈਕਟਰੀਆਂ ਚੱਲਦੀਆਂ, ਉਹਨੂੰ ਅਸੀਂ ਸ਼ਕਤੀ ਦੇ ਸਾਧਨ ਕਹਿੰਦੇ ਹਾਂ। ਅਤੇ ਅਸੀਂ ਇਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਸਾਡਾ ਆਲਾ ਦੁਆਲਾ ਮਿਨਰਲਸ ਅਤੇ ਐਨਰਜੀ ਰਿਸੋਰਸਿਸ ਕਰਕੇ ਹੀ ਬਚਿਆ ਹੋਇਆ ਆ ਅਤੇ ਸਾਨੂੰ ਦਿਨੋਂ ਦਿਨ ਇਹਨਾਂ ਦੀ ਵੱਧ ਤੋਂ ਵੱਧ ਲੋੜ ਪੈਂਦੀ ਹੈ। ਅਗਲੀ ਗੱਲ ਹੈ ਇੰਪੋਰਟੈਂਸ ਕੀ ਹੈ। ਇੰਪੋਰਟੈਂਸ ਦੀ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਵੀ ਖਣਿਜ ਪਦਾਰਥਾਂ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਆ। ਉਸੇ ਤਰ੍ਹਾਂ ਸ਼ਕਤੀ ਦੇ ਸਾਧਨਾਂ ਤੋਂ ਬਿਨਾਂ ਵੀ ਸੰਭਵ ਨਹੀਂ। ਜਿਵੇਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਵੀ ਗਰਮੀ ਬਹੁਤ ਆ, ਜੇਕਰ ਅਸੀਂ ਥੋੜ੍ਹਾ ਸਮਾਂ ਵੀ ਬਿਜਲੀ ਤੋਂ ਬਿਨਾਂ ਕੱਢਣਾ ਹੋਵੇ ਤਾਂ ਸਾਡੇ ਲਈ ਕੱਢਣਾ ਬਹੁਤ ਔਖਾ ਆ। ਉਸ ਤੋਂ ਵੀ ਵੱਡੀ ਗੱਲ, ਤੁਸੀਂ ਬੱਚਿਓ ਵੀਡੀਓ ਦੇਖ ਰਹੇ ਹੋ, ਇਹ ਵੀਡੀਓ ਤਾਂ ਹੀ ਸੰਭਵ ਹੈ ਤੁਹਾਡੇ ਤੱਕ ਪਹੁੰਚੀ, ਤਾਂ ਹੀ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਤੁਹਾਡੇ ਹੱਥਾਂ 'ਚ ਮੋਬਾਈਲ ਆ। ਔਰ ਮੋਬਾਈਲ ਜਿਹੜੇ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਣਿਜ ਪਦਾਰਥਾਂ ਦੀਆਂ ਲੱਗੀਆਂ ਹੋਈਆਂ ਆ, ਠੀਕ ਹੈ। ਅਤੇ ਸ਼ਕਤੀ ਦੇ ਸਾਧਨਾਂ ਨੇ ਉਹਦੀ ਬੈਟਰੀ ਨੂੰ ਚਾਰਜ ਕੀਤਾ ਹੋਇਆ ਆ, ਜਿਸ ਕਰਕੇ ਤੁਸੀਂ ਇਹ ਵੀਡੀਓ ਦੇਖ ਪਾ ਰਹੇ ਹੋ। ਤਾਂ ਇਸ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਸ਼ਕਤੀ ਦੇ ਸਾਧਨਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈਗਾ ਅਤੇ ਖਣਿਜ ਪਦਾਰਥ ਉਨਾ ਹੀ ਮਹੱਤਵ ਰੱਖਦੇ ਆ। ਹੁਣ ਜਦੋਂ ਅਸੀਂ ਖਣਿਜ ਪਦਾਰਥਾਂ ਦੀ ਗੱਲ ਕਰਦੇ ਹਾਂ ਤਾਂ ਮਿਲਦਾ ਸਾਰਾ ਕੁਝ ਧਰਤੀ ਦੇ ਹੇਠਾਂ ਤੋਂ ਹੀ ਆ, ਪਰ ਹਰੇਕ ਚੀਜ਼ ਦਾ ਆਪਣਾ ਆਪਣਾ ਮਹੱਤਵ ਆ। ਹੁਣ ਲੋਹਾ ਵੀ ਸਾਨੂੰ ਜ਼ਮੀਨ 'ਚੋਂ ਮਿਲਦਾ ਆ, ਸੋਨਾ ਵੀ ਸਾਨੂੰ ਜ਼ਮੀਨ 'ਚੋਂ ਮਿਲਦਾ ਆ। ਤਾਂ ਇਹਦਾ ਮਤਲਬ ਇਹ ਆ ਵੀ ਅਸੀਂ ਜਿਹੜਾ ਆ, ਜਦੋਂ ਅਸੀਂ ਪਛਾਣਦੇ ਹਾਂ ਵੀ ਇੱਥੋਂ ਲੋਹਾ ਨਿਕਲਣਾ, ਜਦੋਂ ਅਸੀਂ ਇਹ ਪਛਾਣਦੇ ਹਾਂ ਇੱਥੋਂ ਚਾਂਦੀ ਨਿਕਲਣੀ ਹੈ, ਇੱਥੋਂ ਸੋਨਾ ਨਿਕਲਣਾ, ਇੱਥੋਂ ਤਾਂਬਾ ਨਿਕਲਣਾ ਆ, ਤਾਂ ਉਹ ਸਾਨੂੰ ਕਿਵੇਂ ਪਤਾ ਲੱਗਦਾ? ਕਿਉਂਕਿ ਹਰੇਕ ਮਿਨਰਲ ਦਾ, ਹਰੇਕ ਖਣਿਜ ਪਦਾਰਥ ਦਾ ਇੱਕ ਇੰਟਰਨਲ ਸਟਰਕਚਰ ਹੁੰਦਾ, ਇੱਕ ਢਾਂਚਾ ਹੁੰਦਾ ਆ, ਜਿਹਦੇ ਬੇਸ 'ਤੇ ਅਸੀਂ ਉਹਦੀ ਪਛਾਣ ਕਰ ਲੈਂਦੇ ਹਾਂ ਵੀ ਇਸ ਜਗ੍ਹਾ ਦੇ ਉੱਤੇ ਸਾਨੂੰ ਇਹ ਪ੍ਰਾਪਤ ਹੋਣਾ ਆ। ਰੌਕ ਕਿਹਨੂੰ ਕਹਿੰਦੇ? ਚੱਟਾਨ ਨੂੰ। ਚੱਟਾਨ ਜਿਵੇਂ ਆਪਾਂ ਕਹਿ ਸਕਦੇ ਬਹੁਤ ਵੱਡਾ ਸਾਰਾ ਪੱਥਰ। ਧਰਤੀ ਦੇ ਹੇਠਾਂ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਹੀ, ਜਦੋਂ ਅਸੀਂ ਪਹਿਲਾਂ ਪਾਠ ਕੀਤਾ ਸੀਗਾ, ਉਹਦੇ ਵਿੱਚ ਅਸੀਂ ਕਰਸਟ, ਮੈਂਟਲ ਕੋਰ ਦੇ ਬਾਰੇ ਪੜ੍ਹ ਚੁੱਕੇ ਹਾਂ। ਤਾਂ ਧਰਤੀ ਦੀ ਬਹੁਤ ਮੋਟੀ ਪਰਤ ਆ ਕਰਸਟ, ਜਿਹਦੇ ਵਿੱਚ ਬਹੁਤ ਸਾਰੀਆਂ ਚੱਟਾਨਾਂ ਸਾਨੂੰ ਮਿਲਦੀਆਂ। ਅਤੇ ਉਹਨਾਂ ਚੱਟਾਨਾਂ ਦੇ ਵਿੱਚੋਂ ਕਈ ਐਸੀਆਂ ਚੱਟਾਨਾਂ ਆ ਜਿਨ੍ਹਾਂ ਦੇ ਵਿੱਚ ਸਿਰਫ ਇੱਕੋ ਹੀ ਖਣਿਜ ਪਦਾਰਥ ਮਿਲਦਾ ਆ, ਅਤੇ ਕਈ ਐਸੀਆਂ ਚੱਟਾਨਾਂ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਾਂ ਕਈ ਜਿਹੜੇ ਸਾਨੂੰ ਖਣਿਜ ਪਦਾਰਥ ਮਿਲਦੇ ਆ। ਹੁਣ ਜਿਵੇਂ ਬੱਚੋ ਇੱਕ ਲਾਈਮਸਟੋਨ ਹੈ, ਉਹਨੂੰ ਆਪਾਂ ਕਹਿੰਦੇ ਚੂਨੇ ਦਾ ਪੱਥਰ। ਉਹ ਜਿਹੜੀ ਚੱਟਾਨ 'ਚੋਂ ਮਿਲਦਾ, ਸਿਰਫ ਇੱਕੋ ਹੀ ਖਣਿਜ ਪਦਾਰਥ ਉਹਦੇ 'ਚੋਂ ਮਿਲਦਾ, ਉਹਦੇ 'ਚੋਂ ਹੋਰ ਕੋਈ ਚੀਜ਼ ਨਹੀਂ ਮਿਲਦੀ। ਅਤੇ ਇਸੇ ਤਰ੍ਹਾਂ ਜਦੋਂ ਆਪਾਂ ਹੋਰ ਕਈ ਜਿਵੇਂ ਖੋਜ ਕਰਦੇ ਜਾਂਦੇ ਹਾਂ, ਜਿਵੇਂ ਜਿੱਥੋਂ ਆਪਾਂ ਲੋਹਾ ਚੱਟਾਨਾਂ 'ਚੋਂ ਸਾਨੂੰ ਮਿਲਦਾ ਆ, ਮਿੱਟੀ 'ਚੋਂ ਮਿਲਦਾ, ਉੱਥੇ ਸਾਨੂੰ ਮੈਗਨੀਜ਼ ਵੀ ਮਿਲ ਜਾਂਦਾ ਆ, ਠੀਕ ਹੈ। ਉੱਥੇ ਸਾਨੂੰ ਜਿਹੜਾ ਆ ਬੌਕਸਾਈਟ ਵੀ ਮਿਲ ਜਾਂਦਾ ਹੈ। ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਚੱਟਾਨਾਂ ਜਿਹੜੀਆਂ, ਉਹ ਡਿਪੈਂਡ ਕਰਦਾ ਆ ਵੀ ਉਹ ਜਿਹੜੀ ਚੱਟਾਨ ਆ ਉਹ ਕਿਹੜੇ ਮੂਲ ਢਾਂਚੇ ਦੇ ਨਾਲ ਬਣੀ ਹੋਈ ਆ। ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਵੀ ਜਿਹੜੇ ਸਾਡੇ ਮਿਨਰਲਸ ਆ, ਐਨਰਜੀ ਰਿਸੋਰਸਿਸ ਆ, ਉਹ ਡਿਪੈਂਡ ਕਰਦੇ ਆ ਫਿਜ਼ੀਕਲ ਅਤੇ ਕੈਮੀਕਲ ਕੰਡੀਸ਼ਨ ਦੇ ਉੱਤੇ। ਕਿਸੇ ਵੀ ਜਗ੍ਹਾ ਦੀ ਫਿਜ਼ੀਕਲ ਅਤੇ ਕੈਮੀਕਲ ਕੰਡੀਸ਼ਨ, ਜਿਹਨੂੰ ਆਪਾਂ ਕਹਿੰਦੇ ਭੌਤਿਕ ਅਤੇ ਰਸਾਇਣਿਕ ਹਾਲਤ। ਹੁਣ ਕੁਛ ਖੇਤਰ ਆ ਆਪਾਂ ਪੜ੍ਹ ਚੁੱਕੇ ਹਾਂ
ਵੀ ਕੁਛ ਖੇਤਰ ਐਸੇ ਆ ਭੂਗੋਲਿਕ ਖੇਤਰ ਜਿੱਥੇ ਬਹੁਤ ਗਰਮੀ ਹੁੰਦੀ, ਕੁਛ ਐਸੇ ਆ ਜਿੱਥੇ ਬਹੁਤ ਠੰਡ ਹੁੰਦੀ ਆ, ਕੁਛ ਖੇਤਰ ਐਸੇ ਆ ਜੋ ਲਾਵੇ ਤੋਂ ਬਣੇ ਆ, ਕੁਛ ਖੇਤਰ ਐਸੇ ਆ ਜੋ ਜਲੋੜੀ ਮਿੱਟੀ ਤੋਂ ਬਣੇ ਆ। ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਨੂੰ ਜਿਹੜਾ ਕਿਸੇ ਖੇਤਰ ਦੇ ਵਿੱਚੋਂ ਕੋਈ ਜਿਹੜਾ ਖਣਿਜ ਪਦਾਰਥ ਮਿਲਦਾ। ਜਿਵੇਂ ਜਿਹੜਾ ਮਾਰੂਥਲੀ ਇਲਾਕਾ ਹੈ ਉੱਥੇ ਗਰਮੀ ਬਹੁਤ ਹੁੰਦੀ ਹੈ ਅਤੇ ਉਸ ਇਲਾਕੇ ਦੇ ਵਿੱਚ ਕਾਪਰ ਦੇ ਮਿਲਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ, ਯਾਨੀ ਤਾਂਬੇ ਦੀ ਮਿਲਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਆ। ਠੀਕ ਹੈ, ਕਿਉਂਕਿ ਦੱਖਣੀ ਅਮਰੀਕਾ ਦੇ ਵਿੱਚ ਜਿਹੜਾ ਐਟਾਕਾਮਾ ਮਾਰੂਥਲ ਹੈ ਉਹਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਕਾਪਰ ਜਿਹੜਾ ਤਾਂਬਾ ਹੈ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਬੱਚੋ, ਇਹ ਸੀ ਮੁੱਢਲੀ ਜਾਣਕਾਰੀ ਕਾਹਦੇ ਬਾਰੇ? ਮਿਨਰਲਸ ਅਤੇ ਐਨਰਜੀ ਰਿਸੋਰਸਿਸ ਦੇ ਬਾਰੇ। ਠੀਕ ਹੈ, ਆਓ ਅੱਗੇ ਚੱਲਦੇ ਹਾਂ। ਬੱਚੋ, ਸਭ ਤੋਂ ਪਹਿਲਾਂ ਆ ਮੈਟਾਲਿਕ ਮਿਨਰਲਸ, ਜਿਹਨੂੰ ਆਪਾਂ ਧਾਤੂ ਖਣਿਜ ਕਹਿੰਦੇ ਹਾਂ। ਜਿਸ ਵੀ ਖਣਿਜ ਦੇ ਵਿੱਚ ਕੋਈ ਧਾਤ ਸਾਨੂੰ ਮਿਲਦੀ ਹੈ ਉਹਨੂੰ ਅਸੀਂ ਧਾਤੂ ਖਣਿਜ ਜਾਂ ਮੈਟਾਲਿਕ ਮਿਨਰਲ ਕਹਿੰਦੇ ਹਾਂ। ਇਹ ਤਿੰਨ ਤਰ੍ਹਾਂ ਦੇ ਆ: ਫੈਰਸ, ਨੌਨ ਫੈਰਸ ਅਤੇ ਪ੍ਰੈਸ਼ੀਅਸ। ਪਹਿਲਾਂ ਆਪਾਂ ਦੋ ਦੀ ਗੱਲ ਕਰਦੇ ਹਾਂ। ਇੱਕ ਫੈਰਸ ਮਿਨਰਲਸ ਹੈ, ਇੱਕ ਨੌਨ ਫੈਰਸ। ਫੈਰਸ ਮਿਨਰਲਸ ਉਹ ਆ ਜਿਹਦੇ ਵਿੱਚ ਲੋਹੇ ਦੇ ਤੱਤ ਮਿਲਦੇ ਆ। ਨੌਨ ਫੈਰਸ ਮਿਨਰਲਸ ਉਹ ਆ ਜਿਹਦੇ ਵਿੱਚ ਲੋਹੇ ਦੇ ਤੱਤ ਨਹੀਂ ਮਿਲਦੇ। ਇਹ 'ਚ ਕਿਹੜਾ ਕਿਹੜਾ ਆਉਂਦਾ? ਫੈਰਸ 'ਚ ਆਇਰਨ, ਮੈਗਨੀਜ਼, ਨਿਕਲ, ਕੋਬਾਲਟ। ਇੱਦਾਂ ਹੀ ਨੌਨ ਫੈਰਸ ਦੇ ਵਿੱਚ ਕਾਪਰ, ਲੈਡ, ਟਿਨ। ਪ੍ਰੈਸ਼ੀਅਸ ਵਰਡ ਦਾ ਮਤਲਬ ਹੁੰਦਾ ਪੰਜਾਬੀ ਵਿੱਚ ਵੀ ਕੀਮਤੀ। ਜਿਹੜੇ ਮਿਨਰਲਸ, ਜਿਹੜੇ ਖਣਿਜ ਕੀਮਤੀ ਆ ਉਹ 'ਚ ਕੌਣ ਆ? ਗੋਲਡ ਆ, ਸਿਲਵਰ ਆ, ਪਲੈਟੀਨਮ। ਇਹਨਾਂ ਦੀ ਕੀਮਤ ਵੀ ਬੱਚਿਓ ਬਹੁਤ ਉੱਚੀ ਹੁੰਦੀ ਹੈ, ਇਸ ਕਰਕੇ ਇਹਨਾਂ ਨੂੰ ਪ੍ਰੈਸ਼ੀਅਸ ਮਿਨਰਲਸ ਕਹਿੰਦੇ ਆ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਨੌਨ ਮੈਟਾਲਿਕ ਮਿਨਰਲਸ। ਇਹ ਉਹ ਮਿਨਰਲਸ ਆ, ਇਹ ਉਹ ਖਣਿਜ ਆ ਜਿਨ੍ਹਾਂ ਦੇ ਵਿੱਚ ਮੈਟਲ ਜਾਂ ਧਾਤ ਨਹੀਂ ਹੁੰਦੀ। ਠੀਕ ਹੈ ਨਾ, ਮਾਈਕਾ, ਸਾਲਟ। ਹੁਣ ਨਮਕ ਆ, ਤੁਸੀਂ ਦੇਖੋ ਘਰ 'ਚ ਵਰਤਦੇ ਉਹਨੂੰ ਉਹਨੂੰ ਇੰਗਲਿਸ਼ ਸਾਲਟ ਕਹਿੰਦੇ ਆ। ਸਾਲਟ ਦੇ ਵਿੱਚ ਕੀ ਕੋਈ ਧਾਤੂ ਹੁੰਦੀ ਹੈ? ਇੱਦਾਂ ਪੋਟਾਸ਼ ਆ, ਸਲਫਰ ਆ, ਗ੍ਰੇਨਾਈਟ, ਇਹਨਾਂ 'ਚ ਕੋਈ ਧਾਤੂ ਨਹੀਂ ਹੁੰਦੀ। ਇਸ ਕਰਕੇ ਇਹਨਾਂ ਨੂੰ ਨੌਨ ਮੈਟਾਲਿਕ ਮਿਨਰਲਸ ਕਹਿੰਦੇ ਆ। ਅੱਗੇ ਐਨਰਜੀ ਮਿਨਰਲਸ। ਥੋੜ੍ਹਾ ਸਪੈਲਿੰਗ ਗਲਤ ਹੈ, MINE ਆਉਣਾ ਸੀ, ਈ ਨਹੀਂ ਪਿਆ। ਸ਼ਕਤੀ ਖਣਿਜ ਇਹਨਾਂ ਨੂੰ ਕਹਿੰਦੇ। ਵੀ ਸ਼ਕਤੀ ਸਾਨੂੰ ਕਿਹੜੇ ਸੋਰਸ ਤੋਂ ਮਿਲਦੀ, ਕਿਹੜੇ ਖਣਿਜਾਂ ਤੋਂ ਮਿਲਦੀ? ਉਹ ਹੈਗਾ ਕੋਲਾ, ਪੈਟਰੋਲੀਅਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਆਪਾਂ ਡੀਜ਼ਲ, ਪੈਟਰੋਲ, ਮੋਬਲਾਈਲ, ਗਰੀਸ, ਕਈ ਕੁਛ ਹੀ ਆ, ਬਰੋਜ਼ਾ, ਇਹ ਸਾਰੀਆਂ ਚੀਜ਼ਾਂ ਆਉਂਦੀਆਂ। ਨੈਚੁਰਲ ਗੈਸ, ਜਿਹਨੂੰ ਆਪਾਂ ਕੁਦਰਤੀ ਗੈਸ ਕਹਿੰਦੇ ਹਾਂ। ਹੁਣ LPG ਸਾਡੇ ਘਰਾਂ ਦੇ ਵਿੱਚ ਗੈਸ ਸਿਲੰਡਰ ਆ, ਕਾਰਾਂ, ਸਕੂਟਰ, ਕਾਰਾਂ ਅਤੇ ਆਟੋ ਰਿਕਸ਼ਾ, ਬੱਸਾਂ ਵਗੈਰਾ ਵੀ ਜਿਹੜੀਆਂ ਗੈਸ 'ਤੇ ਚੱਲਦੀਆਂ ਨਾ, ਇਹ ਸਾਰੀਆਂ ਚੀਜ਼ਾਂ ਕੀ ਹੈਗੀਆਂ? ਇਹਨੂੰ ਆਪਾਂ ਕਹਿੰਦੇ ਹਾਂ ਐਨਰਜੀ ਮਿਨਰਲਸ ਜਾਂ ਸ਼ਕਤੀ ਖਣਿਜ। ਠੀਕ ਹੈ, ਨੈਕਸਟ ਹੈ ਮੋਡ ਆਫ ਓਕਰੈਂਸ ਆਫ ਮਿਨਰਲਸ। ਵੀ ਜਿਹੜੇ ਮਿਨਰਲਸ ਆ, ਖਣਿਜ ਪਦਾਰਥ ਆ, ਸਾਨੂੰ ਕਿੱਥੋਂ ਅਤੇ ਕਿਵੇਂ ਮਿਲਦੇ ਆ? ਠੀਕ ਹੈ ਨਾ, ਪਹਿਲੀ ਗੱਲ ਆ ਫਾਊਂਡ ਇਨ ਓਰਸ। ਹੁਣ ਓਰ ਕੀ ਆ? ਓਰ ਇੱਕ ਇੰਗਲਿਸ਼ ਦਾ ਵਰਡ ਹੈਗਾ। ਇਹਦਾ ਮਤਲਬ ਹੈਗਾ, ਦੇਖੋ ਲਿਖਿਆ, ਓਰ ਇਜ਼ ਏ ਮਿਨਰਲ ਮਿਕਸਡ ਵਿਦ ਅਦਰ ਐਲੀਮੈਂਟਸ। ਯਾਨੀ ਧਰਤੀ 'ਚ ਹੀ ਮਿਲਦੇ ਆ, ਧਰਤੀ ਦੇ ਵਿੱਚ ਚਟਾਨਾਂ 'ਚ ਮਿਲਦੇ ਆ, ਧਰਤੀ ਦੀ ਮਿੱਟੀ 'ਚ ਮਿਲਦੇ ਆ, ਜਿਹਦੇ ਵਿੱਚ ਇਹ ਨਹੀਂ ਹੈਗਾ ਵੀ ਜੇ ਤੁਸੀਂ ਲੋਹਾ ਕੱਢਣਾ ਆ, ਸੋਨਾ ਕੱਢਣਾ ਅਤੇ ਤੁਸੀਂ ਇੱਕ ਟੋਆ ਪੁੱਟਿਆ ਉਹਦੇ 'ਚੋਂ ਸੋਨਾ ਕੱਢ ਲਿਆ। ਇੱਦਾਂ ਨਹੀਂ ਹੁੰਦਾ, ਇੱਦਾਂ ਹੀ ਲੋਹਾ ਨਹੀਂ ਨਿਕਲਦਾ। ਉਹ ਮਿੱਟੀ ਦੇ ਵਿੱਚ ਜਿਹੜਾ ਹੋਰ ਕਈ ਚੀਜ਼ਾਂ ਦੇ ਨਾਲ ਰਲਿਆ ਹੁੰਦਾ, ਉਹਨੂੰ ਸਾਨੂੰ ਛਾਨਣਾ ਪੈਂਦਾ, ਉਹਨੂੰ ਰਿਫਾਈਨ ਕਰਨਾ ਪੈਂਦਾ, ਉਹਨੂੰ ਵੱਖ ਕਰਨਾ ਪੈਂਦਾ, ਉਹ 'ਚ ਬਾਕੀ ਜਿਹੜੇ ਐਲੀਮੈਂਟਸ ਬਾਹਰ ਕੱਢਣੇ ਪੈਂਦੇ ਆ। ਫਿਰ ਜਾ ਕੇ ਜਿਹੜਾ ਆ ਅਸੀਂ ਉਸ ਨੂੰ ਇਕੱਠਾ ਕਰਕੇ ਜਿਹੜਾ ਇੱਕ ਸ਼ੇਪ ਦਿੰਦੇ ਹਾਂ। ਠੀਕ ਹੈ, ਅਤੇ ਸਾਨੂੰ ਜਿਹੜਾ ਆ ਮਿਨਰਲਸ ਜਿਹੜੇ ਓਰਸ ਦੇ ਰੂਪ ਦੇ ਮਿਲਦੇ ਆ, ਜੋ ਕਿ ਬਹੁਤ ਸਾਰੇ ਤੱਤਾਂ ਦੇ ਨਾਲ ਮਿਕਸ ਹੁੰਦੇ, ਉਹਨੂੰ ਅਲੱਗ-ਅਲੱਗ ਕਰਨਾ ਪੈਂਦਾ ਹੈ। ਅੱਗੇ ਕੁਛ ਇਹਨਾਂ ਦੇ ਦੱਸਿਆ ਵੀ ਕਿਸ ਢੰਗ ਦੇ ਨਾਲ ਕਿਹੜੀਆਂ ਚੀਜ਼ਾਂ ਹੁੰਦੀਆਂ, ਕਿਵੇਂ ਇਹ ਮਿਲਦੇ ਆ, ਕਿਹਨਾਂ ਚੀਜ਼ਾਂ 'ਚ ਇਹਨਾਂ ਨੂੰ ਵੰਡਿਆ ਗਿਆ ਆ। ਇਹਨੂੰ ਕਹਿੰਦੇ ਵੇਨਸ ਅਤੇ ਲੋਡਸ। ਇਹ ਅੱਗੇ ਬੱਚਿਓ ਇਹਦੇ ਬਾਰੇ ਪਿਕਚਰਸ ਹੈਗੀਆਂ, ਤੁਹਾਨੂੰ ਮੈਂ ਦਿਖਾਉਣਾ ਆ, ਪਰ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਨਾਂ ਥੋੜ੍ਹੇ ਜਿਹੇ ਯਾਦ ਕਰ ਲਓ। ਵੇਨਸ ਅਤੇ ਲੋਡਸ, ਇਹਦੇ ਵਿੱਚ ਜ਼ਿੰਕ ਅਤੇ ਲੈਡ ਮਿਲਦਾ ਆ। ਬੈੱਡ ਜਿਵੇਂ ਆਪਾਂ ਹੁਣ ਬੈੱਡ ਦਾ ਮਤਲਬ ਇਹ ਨਹੀਂ ਵੀ ਉਹ ਬੈੱਡ ਜਿਹਦੇ ਉੱਤੇ ਆਪਾਂ ਸੌਂਦੇ ਹਾਂ। ਇਹ ਬੈੱਡ ਕੀ ਹੈ ਇਹ ਵੀ ਤੁਹਾਨੂੰ ਮੈਂ ਦੱਸਦਾ, ਸਿਰਫ ਯਾਦ ਰੱਖੋ ਤੁਸੀਂ। ਇਹਦੇ ਵਿੱਚ ਕੀ ਹੈ? ਕੋਲ, ਜਿਪਸਮ ਅਤੇ ਪੋਟਾਸ਼ ਮਿਲ ਜਾਂਦਾ ਹੈ। ਰੈਜ਼ੀਡੂਅਲ ਮੌਸ, ਇਹਦੇ 'ਚ ਬੌਕਸਾਈਟ ਮਿਲਦੀ ਹੈ। ਬੌਕਸਾਈਟ ਅਤੇ ਐਲੂਮੀਨੀਅਮ ਬੱਚਿਓ ਇੱਕੋ ਜਿਹੀ ਚੀਜ਼ ਹੈ, ਕਿਉਂਕਿ ਬੌਕਸਾਈਟ ਤੋਂ ਹੀ ਐਲੂਮੀਨੀਅਮ ਬਣਦਾ ਹੈ। ਓਸ਼ੀਅਨ ਵਾਟਰ, ਸਮੁੰਦਰ ਦਾ ਪਾਣੀ, ਇਹ 'ਚੋਂ ਸਾਲਟ, ਮੈਗਨੀਜ਼, ਬਰੋਮਾਈਨ ਮਿਲਦਾ ਆ। ਐਲੂਵਲ ਡਿਪੋਜ਼ਿਟ, ਯਾਨੀ ਜਿਵੇਂ ਦਰਿਆ ਪਹਾੜਾਂ ਤੋਂ ਹੇਠਾਂ ਚੱਲਦੇ ਆ, ਉਹ ਆਪਣੇ ਨਾਲ ਜਲੋੜੀ ਮਿੱਟੀ ਦੇ ਨਾਲ ਕੁਛ ਜਿਹੜੇ ਕਣ ਇਹਦੇ ਵੀ ਲੈ ਕੇ ਆਉਂਦੇ ਆ ਮਿਨਰਲਸ ਦੇ, ਉਹਨਾਂ ਨੂੰ ਡਿਪੋਜ਼ਿਟ ਕਰਦੇ ਆ। ਇਹਦੇ ਵਿੱਚ ਗੋਲਡ, ਸਿਲਵਰ ਅਤੇ ਟਿਨ ਆਉਂਦਾ। ਇਹਨੂੰ ਡਿਟੇਲ 'ਚ ਹੁਣ ਦੇਖਦੇ ਹਾਂ ਧਿਆਨ ਦੇ ਨਾਲ। ਨਾਂ ਤੁਸੀਂ ਦੇਖ ਲਏ ਕਿਹੜੇ ਕਿਹੜੇ ਆ। ਹੁਣ ਅੱਗੇ ਆਪਾਂ ਬੱਚਿਓ ਦੇਖਦੇ ਹਾਂ ਵੇਨਸ। ਹੁਣ ਆਹ ਦੇਖੋ ਵੇਨਸ ਕੀ ਆ।
ਹੁਣ ਸਾਡੇ ਸਰੀਰ ਦੇ ਵਿੱਚ ਨਾੜਾਂ ਜਿਹੜੀਆਂ ਉਹਨੂੰ ਵੀ ਵੇਨਸ ਕਹਿੰਦੇ ਆ। ਵੇਨਸ ਐਂਡ ਆਰਟਰੀਜ਼ ਹੁੰਦਾ, ਤੁਸੀਂ ਸਾਇੰਸ ਦੇ ਵਿੱਚ ਪੜ੍ਹਿਆ ਹੋਣਾ। ਹੁਣ ਇਹ ਕੀ ਆ, ਦੇਖੋ ਬੱਚਿਓ, ਇਹਦੇ ਵਿੱਚ ਆ ਜਿਹੜਾ ਹੈਗਾ ਆ, ਇਹ ਸਾਡਾ ਕੋਰ ਮੈਂਟਲ ਵਾਲਾ ਏਰੀਆ। ਤੁਸੀਂ ਧਰਤੀ ਦੇ ਬਾਰੇ ਪੜ੍ਹਿਆ ਸੀ ਨਾ, ਧਰਤੀ ਦੇ ਉੱਪਰ ਕਰਸਟ ਆ, ਵਿੱਚ ਮੈਂਟਲ ਆ, ਥੱਲੇ ਕੋਰ ਆ। ਯਾਨੀ ਥੱਲੇ ਬਹੁਤ ਹੀ ਗਰਮ ਆ, ਲਾਵਾ ਆ, ਉਹ ਵਗਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਤੋਂ, ਉਹਦੇ ਵਿੱਚੋਂ ਗੈਸਾਂ ਨਿਕਲਦੀਆਂ, ਉਹਦੇ ਵਿੱਚੋਂ ਕਈ ਕੁਛ ਨਿਕਲਦਾ ਆ, ਜਿਹਦੇ ਕਰਕੇ ਜਿਹੜਾ ਸਾਡਾ ਸਾਰਾ ਧਰਤੀ ਦਾ ਸਟਰਕਚਰ ਚੇਂਜ ਹੋਇਆ। ਆਪਾਂ ਪੜ੍ਹ ਚੁੱਕੇ ਹਾਂ ਨਾ, ਪੈਂਜੀਆ ਵਗੈਰਾ। ਹੁਣ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਵਿੱਚੋਂ ਜਦੋਂ ਗਰਮ ਲਾਵਾ ਬਾਹਰ ਨਿਕਲਦਾ ਆ, ਤਾਂ ਉਹ ਧਰਤੀ ਦੇ ਉੱਤੇ ਤਰੇੜਾਂ ਜਿਹੜੀਆਂ ਆਪਾਂ ਗੱਲ ਕੀਤੀਆਂ ਸੀਗੀਆਂ, ਉਹਨਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ। ਠੀਕ ਹੈ, ਜਿਹੜੀ ਭਾਫ਼ ਆ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਆ ਤਰੇੜਾਂ ਦੇ ਵਿੱਚ। ਉਹ ਜਿਹੜਾ ਬਰੀਕ ਤਰੇੜਾਂ ਦੇ ਵਿੱਚ ਜਿਹੜਾ ਆ, ਉਹ ਲਾਵੇ ਦੇ ਨਾਲ ਜਿਹੜੇ ਕੁਛ ਪਦਾਰਥ ਹੁੰਦੇ ਉਹ ਜਮ੍ਹਾਂ ਹੁੰਦੇ ਜਾਂਦੇ ਆ। ਠੀਕ ਹੈ ਨੀ, ਉਹਨਾਂ ਨੂੰ ਅਸੀਂ ਕਹਿੰਦੇ ਵੇਨਸ। ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਵੀ, ਇਹਨਾਂ ਦੇ ਵਿੱਚੋਂ ਫਿਰ ਨਿਕਲਦਾ ਆ ਜਿਹੜੇ ਸਾਡੇ ਮਿਨਰਲਸ ਆ, ਉਹ ਨਿਕਲਦੇ ਆ। ਇਹ ਫਸਟ ਟਾਈਪ ਹੈਗੀ ਵੇਨਸ। ਅੱਗੇ ਆ ਲੋਡਸ। ਵੇਨਸ ਐਂਡ ਲੋਡਸ ਇਕੱਠੇ ਲਿਖੇ। ਵੇਨਸ ਜਿਹੜੀਆਂ ਥੋੜ੍ਹੀਆਂ ਬਰੀਕ ਹੁੰਦੀਆਂ, ਲੋਡਸ ਜਿਹੜੇ ਦੇਖੋ ਆਹ ਪੱਥਰ ਦੀਆਂ ਚਟਾਨਾਂ, ਆਹ ਵਿੱਚ ਜਿਹੜੇ ਆ ਮਿਨਰਲਸ ਜਮ੍ਹਾਂ ਹੋਏ ਆ ਤੇੜਾਂ ਦੇ ਵਿੱਚ। ਇਹਨਾਂ ਦਾ ਆਕਾਰ ਥੋੜ੍ਹਾ ਵੱਡਾ, ਇਸ ਕਰਕੇ ਇਹਨੂੰ ਲੋਡਸ ਕਿਹਾ ਜਾਂਦਾ। ਠੀਕ ਹੈ, ਹੁਣ ਆਹ ਬੈਡਸ ਦੀ ਗੱਲ ਕੀਤੀ ਸੀ। ਇਹ ਉਹ ਚੀਜ਼ਾਂ ਵੀ ਸਾਨੂੰ ਜਿਹੜੇ ਖਣਿਜ ਪਦਾਰਥ ਹੈ ਕਿਸ ਰੂਪ ਵਿੱਚ ਮਿਲਦੇ ਧਰਤੀ 'ਚ। ਆਹ ਧਰਤੀ ਆ, ਠੀਕ ਹੈ ਨਾ, ਆਹ ਧਰਤੀ ਦੇ ਹੇਠਾਂ ਦੇਖੋ ਆਹ ਲਾਈਨਾਂ ਲੱਗੀਆਂ ਹੋਈਆਂ ਨਾ, ਇਹਨੂੰ ਬੈਡਸ ਕਹਿੰਦੇ, ਕਿਉਂਕਿ ਆਹ ਸਾਰੇ ਖਣਿਜ ਪਦਾਰਥ ਇੱਕੋ ਸ਼ੇਪ ਦੇ ਵਿੱਚ ਲੰਬਾਈ 'ਚ ਲੰਬੇ ਮਿਲੇ ਸਾਨੂੰ। ਜਿਵੇਂ ਕੋਲਾ ਵਗੈਰਾ ਜਿਹੜਾ ਨਾ, ਪੋਟਾਸ਼ ਜਾਂ ਜਿਪਸਮ, ਉਹ ਸਾਨੂੰ ਇਸ ਰੂਪ ਦੇ ਵਿੱਚ ਮਿਲਦਾ, ਬੈਡਸ ਦੇ ਰੂਪ ਦੇ ਵਿੱਚ। ਠੀਕ ਹੈ ਨਾ, ਇਹਨਾਂ ਦੀ ਲੰਬਾਈ ਜਿਵੇਂ ਮੋਟੀ ਤੈਅ ਹੁੰਦੀ ਉੱਦਾਂ ਹੁੰਦੀ ਆ, ਇਸ ਕਰਕੇ ਇਹਨੂੰ ਜਿਹੜਾ ਬੈੱਡ ਕਿਹਾ ਜਾਂਦਾ ਆ। ਹੁਣ ਬੱਚੇ, ਰੈਜ਼ੀਡੂਅਲ ਮੌਸ, ਇਹਦਾ ਮਤਲਬ ਹੁੰਦਾ ਉੱਪਰੀ ਸਤਹ। ਹੁਣ ਆਹ ਧਰਤੀ ਦਾ ਉੱਪਰਲਾ ਸਿਰਾ ਆ। ਜਿਹੜੇ ਪਦਾਰਥ ਸਾਨੂੰ ਉੱਪਰ ਹੀ ਮਿਲਦੇ ਆ ਨਾ, ਜਿਵੇਂ ਬਾਕਸਾਈਡ ਸਾਨੂੰ ਧਰਤੀ ਦੇ ਉੱਪਰ ਹੀ ਮਿਲਦਾ ਆ, ਉਹਨੂੰ ਅਸੀਂ ਰੈਜ਼ੀਡੂਅਲ ਮੌਸ ਦੇ ਵਿੱਚ ਲੈਂਦੇ ਆ। ਬਾਕਸਾਈਡ ਹੈਗਾ, ਇਹ ਸਾਨੂੰ ਇਹਦੇ ਵਿੱਚ ਹੀ ਮਿਲਦਾ। ਹੁੰਦਾ ਕਿ ਇਹ ਮਿੱਟੀ ਦੇ ਵਿੱਚ ਮਿਕਸ ਹੁੰਦਾ। ਹੌਲੀ ਹੌਲੀ ਜਦੋਂ ਮੀਂਹ ਪੈਂਦਾ ਜਾਂ ਹਵਾ ਦੇ ਨਾਲ ਮਿੱਟੀ ਉੱਡਦੀ ਆ, ਤਾਂ ਮਿੱਟੀ ਸਾਈਡ 'ਤੇ ਰਹਿ ਜਾਂਦੀ ਆ, ਮੀਂਹ ਦੇ ਨਾਲ ਮਿੱਟੀ ਰੁੜ ਜਾਂਦੀ ਆ, ਅਤੇ ਇਹ ਜਿਹੜੇ ਸਾਡੇ ਖਣਿਜ ਪਦਾਰਥ ਆ, ਇਹ ਸਾਨੂੰ ਉੱਪਰ ਹੀ ਉੱਭਰੇ ਹੋਏ ਨਜ਼ਰ ਆਉਂਦੇ ਆ। ਇਹਨੂੰ ਅਸੀਂ ਰੈਜ਼ੀਡੂਅਲ ਮੌਸ ਹੁੰਦੇ ਆ। ਠੀਕ ਹੈ ਨਾ, ਇਹਨੂੰ ਕਹਿ ਦਿੰਦੇ ਆ। ਹੁਣ ਓਸ਼ੀਅਨ ਮਿਨਰਲ, ਸਮੁੰਦਰ ਦੇ ਵਿੱਚੋਂ ਕਿਵੇਂ ਮਿਨਰਲਸ ਮਿਲਦੇ ਆ। ਬੱਚੋ ਕੀ ਏਡੇ ਢੇਰ ਲੱਗੇ ਆ, ਦੇਖਿਓ ਆਹ ਪਰਾਂ ਸਮੁੰਦਰ ਹੈ ਸਾਰਾ। ਸਮੁੰਦਰ ਦਾ ਪਾਣੀ ਛੱਲਾਂ ਦੇ ਰੂਪ 'ਚ ਇੱਧਰ ਨੂੰ ਆਉਂਦਾ। ਠੀਕ ਹੈ ਨਾ, ਇੱਥੇ ਕਿਆਰੀਆਂ ਜਿਹੀਆਂ ਬਣਾਈਆਂ ਹੁੰਦੀਆਂ, ਜਦੋਂ ਜਵਾਰ ਭਾਟਾ ਆਉਂਦਾ ਪਾਣੀ ਜਿਹੜਾ ਇੱਧਰ ਆਉਂਦਾ ਆ, ਦੇਖੇ। ਠੀਕ ਹੈ, ਫਿਰ ਪਾਣੀ ਵਾਪਸ ਜਾਂਦਾ ਕੁਛ ਪਾਣੀ ਇਹਨਾਂ ਦੇ ਵਿੱਚ ਜਮ੍ਹਾਂ ਹੋਣ ਲੱਗ ਪੈਂਦਾ ਇੱਦਾਂ ਕਿਆਰੀਆਂ ਜਿਹੀਆਂ 'ਚ। ਠੀਕ ਹੈ, ਉਹ ਕੁਛ ਚਿਰ ਬਾਅਦ ਜਦੋਂ ਸੁੱਕ ਜਾਂਦਾ, ਉਹ ਪਾਪੜੀਆਂ ਜਿਹੀਆਂ ਬਣ ਜਾਂਦੀਆਂ। ਉਹ ਪਾਪੜੀਆਂ ਫਿਰ ਆਹ ਨਮਕ ਦਾ ਰੂਪ ਲੈਂਦੀਆਂ, ਸਾਲਟ ਬਣ ਜਾਂਦਾ। ਇੱਦਾਂ ਹੀ ਮੈਗਨੀਜ਼ ਜਿਹੜੀ ਆ, ਉਹ ਬਰੋਮਾਈਨ ਜਿਹੜਾ ਆ, ਉਹ ਸਾਨੂੰ ਸਮੁੰਦਰੀ ਪਾਣੀ ਤੋਂ ਮਿਲਦਾ ਆ। ਇਹਦੇ ਵਿੱਚ ਉਹਦੀ ਮਾਤਰਾ ਜ਼ਰੂਰ ਘੱਟ ਹੁੰਦੀ ਆ, ਪਰ ਥੋੜ੍ਹੀ ਮਾਤਰਾ ਨੂੰ ਜਦੋਂ ਆਪਾਂ ਬਹੁਤ ਵੱਡੀ ਪੱਧਰ 'ਤੇ ਇਕੱਠਾ ਕਰਦੇ ਹਾਂ, ਤਾਂ ਉਹ ਬਹੁਤ ਵੱਡੀ ਕੁਆਂਟਿਟੀ ਬਣ ਜਾਂਦੀ ਹੈ। ਇਹ ਉਹ ਮਿਨਰਲਸ ਆ ਜਿਹੜੇ ਸਾਨੂੰ ਸਮੁੰਦਰ ਦੇ ਪਾਣੀ ਤੋਂ ਪ੍ਰਾਪਤ ਹੁੰਦੇ ਆ। ਹੁਣ ਬੱਚਿਓ, ਆਹ ਕੀ ਆ, ਆਹ ਪਹਾੜ ਆ, ਆਹ ਸਾਰਾ ਪਹਾੜ ਆ, ਇੱਧਰ ਵੀ ਪਹਾੜ ਆ। ਹੁਣ ਪਹਾੜ ਦੇ ਉੱਤੋਂ ਨਦੀ ਵਗਦੀ ਆ ਰਹੀ ਆ, ਦੇਖੋ ਆਹ। ਠੀਕ ਹੈ ਨਾ, ਇੱਥੋਂ ਵਗ ਕੇ ਮੁੜ ਕੇ ਸਮੁੰਦਰ 'ਚ ਚਲੇ ਜਾਂਦੀ ਆ। ਆਹ ਇੱਕ ਪਾਸੇ ਹੋਰ ਤੁਸੀਂ ਕੀ ਦੇਖ ਰਹੇ ਹੋ, ਆਹ ਧਰਤੀ ਦੇ ਵਿੱਚੋਂ ਜਿਹੜੀ ਵੇਨ ਸਟਰਕਚਰ ਆ, ਇਹਦੇ ਰਾਹੀਂ ਜਿਹੜਾ ਆ, ਲਾਵੇ ਦੇ ਰਾਹੀਂ ਜਿਹੜਾ ਆ, ਉਹ ਸਾਨੂੰ ਜਿਹੜੇ ਆ ਖਣਿਜ ਪਦਾਰਥ ਉੱਪਰ ਇੱਦਾਂ ਆਉਂਦੇ ਰਹਿੰਦੇ ਆ। ਇੱਥੇ ਜਿਹੜਾ ਪਾਣੀ ਆ, ਇਸ ਪਾਣੀ 'ਚ ਰਲਦੇ ਆ, ਪਾਣੀ ਦੇ ਰਾਹੀਂ ਹੇਠਾਂ ਥੱਲੇ ਨੂੰ ਆਉਂਦੇ ਆ। ਫਿਰ ਨਾਲ ਹੀ ਪਾਣੀ ਜਿਹੜਾ ਉਹਨੂੰ ਆਪਣੀ ਜਿਹੜੀ ਜ਼ਮੀਨ ਆ ਉਹਦੇ 'ਤੇ ਛੱਡਦਾ ਜਾਂਦਾ ਹੈ। ਠੀਕ ਹੈ ਜੀ, ਇਹਦੇ ਵਿੱਚ ਗੋਲਡ, ਸਿਲਵਰ ਅਤੇ ਟਿਨ, ਇਹਦੀ ਕੁਛ ਮਾਤਰਾ ਸਾਨੂੰ ਇਹਨਾਂ ਐਲੂਵੀਅਲ ਡਿਪੋਜ਼ਿਟ ਦੇ ਵਿੱਚ ਮਿਲਦੀ, ਜਿਹੜੇ ਦਰਿਆਵਾਂ ਦੇ ਰਾਹੀਂ ਸਾਨੂੰ ਇਹ ਹੇਠਾਂ ਆਉਂਦੇ ਨਜ਼ਰ ਆਉਂਦੇ ਆ। ਠੀਕ ਹੈ ਬੱਚਿਓ, ਤਾਂ ਇਹ ਸੀ ਵੀ ਸਾਨੂੰ ਕਿਹੜੇ ਰੂਪ ਦੇ ਵਿੱਚ ਕਿੱਦਾਂ ਜਿਹੜੇ ਆ ਸਾਡੇ ਮਿਨਰਲਸ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ। ਹੁਣ ਇਹ ਆ ਟਾਈਪਸ ਆਫ ਮਾਈਨਿੰਗ। ਮਾਈਨਿੰਗ ਕੀ ਹੁੰਦੀ ਆ? ਮਾਈਨਿੰਗ ਹੁੰਦੀ ਹੈ ਜ਼ਮੀਨ ਦੇ ਵਿੱਚੋਂ ਕੁਛ ਕੱਢਣਾ। ਜਿਵੇਂ ਆਪਾਂ ਦੇਖਦੇ ਹਾਂ ਵੀ ਰੇਤ ਸਾਨੂੰ ਲੋੜ ਪੈਂਦੀ ਹੈ ਨਾ ਪਲਸਤਰ ਕਰਨ ਵਾਸਤੇ, ਉਹ ਵੀ ਜਿਹੜੀ ਆ ਦਰਿਆਵਾਂ ਦੇ ਵਿੱਚੋਂ ਮਾਈਨ ਕਰਕੇ ਲਿਆਈ ਜਾਂਦੀ। ਜਿਹੜੇ ਵੱਡੇ ਟਰੱਕ ਜਿਹੜੇ ਆ ਉਹ, ਕਿਉਂਕਿ ਰੇਤ ਦਰਿਆਵਾਂ ਦੇ ਤਹਿ ਦੇ ਵਿੱਚ ਥੱਲੇ ਜਿਹੜੀ ਆ ਉੱਥੇ ਜਮ੍ਹਾਂ ਹੋਈ ਜਾਂਦੀ ਆ। ਉਹ ਆਪਾਂ ਪੜ੍ਹ ਚੁੱਕੇ ਹਾਂ ਵੀ ਕਿਵੇਂ ਰੇਤ ਜਿਹੜੀ ਉੱਪਰੋਂ ਪਹਾੜਾਂ ਤੋਂ ਜਦੋਂ
ਪੱਥਰਾਂ ਨੂੰ ਘਸਾਉਂਦੀ ਆਉਂਦੀ, ਨਾਲ ਰੇਤ ਲੈ ਕੇ ਆਉਂਦੀ, ਇੱਕ ਥਾਂ 'ਤੇ ਆ ਕੇ ਜਮ੍ਹਾਂ ਕਰੀ ਜਾਂਦੇ ਆ ਅਤੇ ਉੱਥੋਂ ਫਿਰ ਜਿਹੜੇ ਪੱਟ ਕੇ ਜਿਹੜਾ ਟਰੱਕਾਂ ਦੇ ਰਾਹੀਂ ਸਾਡੇ ਤੱਕ ਪਹੁੰਚਦੀ ਆ ਅਤੇ ਅਸੀਂ ਜਿਹੜਾ ਉਹਨੂੰ ਪਲਸਤਰ ਦੇ ਵਿੱਚ ਸੀਮਿੰਟ 'ਚ ਪਾ ਕੇ ਵਰਤਦੇ ਹਾਂ ਅਤੇ ਘਰਾਂ ਨੂੰ ਪਲਸਤਰ ਕਰਦੇ ਹਾਂ। ਇਹਨੂੰ ਮਾਈਨਿੰਗ ਜਿਹੜਾ ਕਹਿੰਦੇ ਆ। ਪਰ ਇਹ ਮਾਈਨਿੰਗ ਹੋ ਰਿਹਾ, ਜਿਹੜੀ ਮਾਈਨਿੰਗ ਦੀ ਗੱਲ ਅਸੀਂ ਕਰਨੀ ਆ ਉਹ ਹੋ ਰਿਹਾ, ਠੀਕ ਹੈ। ਅਸੀਂ ਖਣਿਜ ਪਦਾਰਥਾਂ ਦੀ ਮਾਈਨਿੰਗ ਦੀ ਗੱਲ ਕਰਨੀ, ਅਸੀਂ ਰੇਤ ਦੀ ਮਾਈਨਿੰਗ ਨਹੀਂ ਕਰਨੀ। ਉਹ ਬੱਚਿਓ ਤੁਹਾਨੂੰ ਇੱਕ ਉਦਾਹਰਨ ਦਿੱਤੀ ਸੀ। ਤਾਂ ਮਾਈਨਿੰਗ ਕੀ ਆ? ਓਪਨ ਪਿਟ ਮਾਈਨਿੰਗ ਹੈ, ਕੁਐਰਿੰਗ ਆ, ਅੰਡਰਗਰਾਊਂਡ ਮਾਈਨਿੰਗ ਆ। ਇਹਦੇ ਬਾਰੇ ਗੱਲ ਆਪਾਂ ਅੱਗੇ ਕਰਦੇ ਹਾਂ। ਉਸ ਤੋਂ ਪਹਿਲਾਂ ਕੀ ਆ ਵੀ ਮਿਨਰਲਸ ਜਿਹੜੇ ਹੈਗੇ ਆ, ਜਿਹੜੇ ਸਾਨੂੰ ਇਸ ਸਾਡੀ ਧਰਤੀ 'ਤੇ ਮਿਲਦੇ ਆ, ਹੇਠਾਂ ਮਿਲਦੇ ਆ, ਉਹ ਸਾਰੇ ਨੈਸ਼ਨਲਾਈਜ਼ਡ ਆ, ਯਾਨੀ ਉਹ ਸਰਕਾਰ ਦੇ ਅੰਡਰ ਆ। ਕੋਈ ਵੀ ਇੱਕ ਵਿਅਕਤੀ, ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਮੇਰੇ ਘਰ 'ਚ ਜਿਹੜੀ ਆ ਮੈਨੂੰ ਸੋਨੇ ਦੀ ਖਾਨ ਮਿਲ ਗਈ ਆ, ਸੋਨਾ ਨਿਕਲਦਾ ਪਿਆ ਅਤੇ ਉਹ ਮੇਰਾ ਆ। ਉਹ ਮੇਰਾ ਨਹੀਂ ਹੈਗਾ, ਉਹ ਸਾਡੇ ਦੇਸ਼ ਦਾ ਆ, ਉਹ ਨੈਸ਼ਨਲਾਈਜ਼ਡ ਆ, ਉਹਦੇ 'ਤੇ ਸਾਡਾ ਕੋਈ ਅਧਿਕਾਰ ਨਹੀਂ, ਭਾਵੇਂ ਸਾਡੇ ਘਰ ਦੇ ਵਿੱਚੋਂ ਹੀ ਕੋਈ ਖਣਿਜ ਪਦਾਰਥ ਸਾਨੂੰ ਮਿਲਦਾ ਹੋਵੇ। ਦੂਜੀ ਗੱਲ ਆ ਵੀ ਮਾਈਨਿੰਗਸ ਜਿਹੜੀ ਆ, ਕੁਛ ਆਦੀਵਾਸੀ ਸਮੂਹ ਆ ਜਿਹੜੇ, ਜਿਨ੍ਹਾਂ ਦਾ ਮਤਲਬ ਕਿ ਪਰੰਪਰਾਗਤ ਕਹਿ ਸਕਦੇ ਵੀ ਉਹ ਤਰੀਕਾ ਆ, ਉਹਨਾਂ ਦਾ ਇੱਕ ਪ੍ਰੋਫੈਸ਼ਨ ਆ, ਧੰਦਾ ਆ ਵੀ ਮਾਈਨਿੰਗ ਕਰਨੀ। ਸਰਕਾਰ ਨੇ ਉਹਨਾਂ ਲੋਕਾਂ ਨੂੰ ਇਜਾਜ਼ਤ ਦਿੱਤੀ ਹੋਈ ਆ, ਛੋਟੇ ਪੱਧਰ ਦੇ ਉੱਤੇ ਉਹ ਮਾਈਨਿੰਗ ਕਰਦੇ ਆ ਅਤੇ ਆਪਣਾ ਗੁਜ਼ਾਰਾ ਕਰਦੇ ਆ, ਠੀਕ ਹੈ। ਉਹ ਆਦੀਵਾਸੀ ਆ, ਉਹਨੂੰ ਆਪਾਂ ਰੈਟ ਹੋਲ ਮਾਈਨਿੰਗ ਵੀ ਕਹਿੰਦੇ। ਉਹ ਛੋਟੇ ਪੱਧਰ 'ਤੇ ਜਿਹੜਾ ਧਰਤੀ ਦੇ ਹੇਠਾਂ ਤੋਂ ਜਿਹੜਾ ਆ ਖਣਿਜ ਪਦਾਰਥ ਕੱਢਦੇ ਆ ਅਤੇ ਉਹਨੂੰ ਵੇਚਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਮਾਈਨਿੰਗ ਕਿਵੇਂ ਹੁੰਦੀ ਆ। ਦੇਖੋ ਕਿੱਡਾ ਵੱਡਾ ਟੋਆ ਪੱਟਿਆ, ਇਹਨੂੰ ਕਹਿੰਦੇ ਓਪਨ ਪਿਟ ਮਾਈਨਿੰਗ। ਪਿਟ ਵੈਸੇ ਟੋਏ ਨੂੰ ਕਹਿੰਦੇ ਆ। ਹੁਣ ਕਿਸੇ ਟਾਈਮ ਇੱਦਾਂ ਧਰਤੀ ਦਾ ਉੱਪਰਲੀ ਸਤਹ ਸੀ, ਆ ਜਿਹੜੀ ਆ ਜਿੱਥੇ ਮੈਂ ਲਾਈਨ ਖਿੱਚ ਰਿਹਾ ਨਾ, ਇੱਦਾਂ ਦੀ ਸੀ। ਅਤੇ ਜਦੋਂ ਪਤਾ ਲੱਗਾ ਵੀ ਇਹਦੇ ਵਿੱਚ ਕੁਛ ਹੈਗਾ ਆ, ਇਹਨੂੰ ਪੱਟਣਾ ਸ਼ੁਰੂ ਕੀਤਾ। ਪੱਟੀ ਗਏ ਹੇਠਾਂ ਨੂੰ ਜਾਈ ਗਏ ਨਾ, ਤਾਂ ਬਹੁਤ ਡੂੰਘੀ ਖੱਡ ਬਣ ਗਈ ਇੱਕ। ਹਾਲੇ ਵੀ ਥੱਲਿਓਂ ਮੁੱਕਿਆ ਨਹੀਂ ਗਾ, ਮਿਲਦਾ ਪਿਆ ਸਾਰਾ ਕੁਛ। ਪਰ ਇਹਨੂੰ ਮਾਈਨਿੰਗ ਨੂੰ ਕੁਛ ਸਮੇਂ ਬਾਅਦ ਬੰਦ ਕਰ ਦਿੱਤਾ ਜਾਂਦਾ। ਕਿਉਂ ਬੰਦ ਕੀਤਾ ਜਾਂਦਾ? ਕਿਉਂਕਿ ਬਹੁਤ ਡੂੰਘਾਈ ਤੋਂ ਜਦੋਂ ਆਪਾਂ ਕਿਸੇ ਚੀਜ਼ ਨੂੰ ਕੱਢਣਾ ਨਾ, ਹੁਣ ਮੰਨ ਲਓ ਕੋਈ ਚੀਜ਼ ਇੱਥੋਂ ਚੱਕਣੀ ਆ, ਉੱਤੇ ਘੱਟ ਖਰਚਾ ਆਉਂਦਾ। ਜਦੋਂ ਉਹੀ ਚੀਜ਼ ਆਪਾਂ ਇੱਥੋਂ ਚੁੱਕਣੀ ਆ, ਠੀਕ ਆ, ਬੰਦੇ ਵੀ ਹੇਠਾਂ ਜਾਣਗੇ, ਥੱਲਿਓਂ ਆਪਾਂ ਕਿਸੇ ਮਸ਼ੀਨਰੀ ਨਾਲ ਸਮਾਨ ਕੱਢਾਂਗੇ ਤਾਂ ਉਹ ਬਹੁਤ ਮਹਿੰਗਾ ਪੈਂਦਾ ਆ, ਠੀਕ। ਉਹਨੂੰ ਜਿਹੜਾ ਆ ਫਿਰ, ਕਿਉਂਕਿ ਜਦੋਂ ਅਸੀਂ ਉਹਨੂੰ ਕੱਢਦੇ ਹਾਂ ਫਿਰ ਵੇਚਦੇ ਹਾਂ ਤਾਂ ਸਾਨੂੰ ਪ੍ਰੋਫਿਟ ਨਹੀਂ ਹੁੰਦਾ, ਲਾਭ ਨਹੀਂ ਹੁੰਦਾ। ਇਸ ਕਰਕੇ ਜਦੋਂ ਬਹੁਤ ਡੂੰਘਾਈ 'ਚ ਚੱਲ ਜਾਂਦੀ ਓਪਨ ਪਿਟ ਮਾਈਨਿੰਗ, ਇਹਨੂੰ ਬੰਦ ਕਰ ਦਿੱਤਾ ਜਾਂਦਾ। ਆਮ ਤੌਰ 'ਤੇ ਜਿਹੜੀਆਂ ਇਹ ਮਾਈਨਿੰਗਸ ਜਿਹੜੀਆਂ ਹੈਗੀਆਂ, ਸੋਨੇ ਦੀਆਂ ਮਾਈਨਾਂ ਜਿਹੜੀਆਂ ਹੈਗੀਆਂ ਸਾਡੇ ਕੋਲਾਰ ਦੀਆਂ ਖਾਨਾਂ, ਉਹਦੇ ਵਿੱਚ ਮਿਲਦਾ ਹੈ। ਆਹ ਕੁਐਰਿੰਗ ਦੇ ਵਿੱਚ ਕੀ ਹੁੰਦਾ? ਇਹ ਉੱਪਰਲੀ ਧਰਤੀ ਦੀ ਉੱਪਰਲੀ ਸਤਹ ਦੇ ਉੱਤੇ ਹੀ ਜਿਹੜਾ ਸਾਨੂੰ ਜਿਵੇਂ ਬੌਕਸਾਈਟ ਮਿਲਦਾ ਆ, ਆਪਾਂ ਪੜ੍ਹਿਆ ਸੀ ਪਿੱਛੇ, ਉੱਥੋਂ ਹੀ ਇਹਨੂੰ ਇਕੱਠਾ ਕਰ ਲਿਆ ਜਾਂਦਾ ਅਤੇ ਉਹਨੂੰ ਅਸੀਂ ਕੁਐਰਿੰਗ ਕਹਿੰਦੇ ਹਾਂ। ਤੀਜੀ ਚੀਜ਼ ਹੈਗੀ ਅੰਡਰਗਰਾਊਂਡ ਮਾਈਨਿੰਗ ਵਿਦ ਸ਼ਾਫਟ। ਇਹ ਆਮ ਤੌਰ 'ਤੇ ਕੋਲੇ ਵਿੱਚ ਆਉਂਦੀ ਆ। ਕੋਲ ਜਿਹੜਾ ਆ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ, ਉਹ ਇਹਦੇ ਵਿੱਚ ਕੀ ਹੁੰਦਾ, ਇੱਥੋਂ ਜਿਵੇਂ ਤਾਂ ਧਰਤੀ ਆ ਸਾਡੀ ਉੱਪਰ ਨਾ, ਇਹਦੇ ਵਿੱਚੋਂ ਇੱਥੇ ਇੱਕ ਹੋਲ ਕਰ ਲਿੱਤਾ ਜਾਂਦਾ, ਫਿਰ ਥੱਲੇ ਇੱਕ ਸੁਰੰਗ ਜਿਹੀ ਪੱਟ ਲਈ ਜਾਂਦੀ ਆ, ਫਿਰ ਇੱਧਰੋਂ ਥੱਲੇ ਨੂੰ ਚੱਲਦਾ ਜਾਂਦੇ ਆ। ਜਿਵੇਂ ਆਪਾਂ ਪੜ੍ਹਿਆ ਸੀ ਨਾ, ਕੋਲ ਜਿਹੜੇ ਬੈਡਸ ਦੇ ਸਰੂਪ ਦੇ ਵਿੱਚ ਮਿਲਦੇ ਆ, ਫਿਰ ਇੱਥੋਂ ਜਿਹੜਾ ਆਹ ਕੱਢੀ ਜਾਂਦੇ ਆ, ਇਹਨੂੰ ਕੱਢ ਕੇ ਇੱਥੋਂ ਬਾਹਰ ਲਿਆਇਆ ਜਾਂਦਾ, ਫਿਰ ਇਹ ਤੋਂ ਅੱਗਿਓਂ ਹੋਰ ਕੱਢਣਾ ਸ਼ੁਰੂ ਕਰਦੇ, ਫਿਰ ਇਹ ਬਾਹਰ ਲਾਇਆ ਜਾਂਦਾ ਸ਼ਾਫਟ ਦੇ ਰਾਹੀਂ। ਇੱਦਾਂ ਕਰਕੇ ਆਹ ਡੰਪ ਲਿਖਿਆ, ਯਾਨੀ ਇੱਦਾਂ ਇਕੱਠਾ ਕਰੀ ਜਾਂਦਾ, ਉੱਥੋਂ ਗੱਡੀਆਂ ਲਈ ਜਾਂਦੀਆਂ ਅੱਗੇ, ਅਤੇ ਆਹ ਥੱਲੇ ਜਿਹੜਾ ਆ ਇੱਕ ਸੁਰੰਗ ਬਣ ਜਾਂਦੀ ਬਹੁਤ ਲੰਬੀ, ਜਦ ਤੱਕ ਕਿ ਅੱਗੇ ਸਾਨੂੰ ਸਮਾਨ ਮਿਲਦਾ ਜਾਂਦਾ। ਇਹਦੇ ਵਿੱਚ ਮੁੱਖ ਤੌਰ 'ਤੇ ਕੋਲੇ ਦੇ ਬਾਰੇ ਇਹ ਹੁੰਦੀ ਹੈ, ਇਹਨੂੰ ਕਹਿੰਦੇ ਅੰਡਰਗਰਾਊਂਡ ਮਾਈਨਿੰਗ। ਹੁਣ ਮਾਈਨਿੰਗ ਬਾਰੇ ਜਾਣ ਲਿਆ ਅਸੀਂ, ਮਿਨਰਲਸ ਦੇ ਬਾਰੇ ਮੁੱਢਲੀ ਜਾਣਕਾਰੀ ਸਾਨੂੰ ਮਿਲ ਗਈ, ਸ਼ਕਤੀ ਦੇ ਸਾਧਨਾਂ ਬਾਰੇ ਸਾਨੂੰ ਪਤਾ ਲੱਗ ਗਿਆ। ਹੁਣ ਅਸੀਂ ਜਿਹੜਾ ਆ ਜਿਹੜੇ ਕੁਛ ਪ੍ਰਮੁੱਖ ਸਾਡੇ ਖਣਿਜ ਪਦਾਰਥ ਹੈ, ਉਹਨਾਂ ਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਲੈਣੀ। ਸਭ ਤੋਂ ਪਹਿਲਾਂ ਆ ਲੋਹਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਸਾਡੀ ਜ਼ਿੰਦਗੀ ਵਿੱਚ। ਕਿਉਂਕਿ ਇੱਕ ਤਾਂ ਇਹ ਸਸਤਾ ਸਾਧਨ ਆ, ਔਰ ਇੱਕ ਮਜ਼ਬੂਤ ਆ, ਬਹੁਤ ਸਟਰੋਂਗ ਹੁੰਦਾ। ਘਰਾਂ ਤੋਂ ਲੈ ਕੇ ਹਰੇਕ ਕੰਮ ਦੇ ਵਿੱਚ ਜਿੰਨੀ ਮਸ਼ੀਨਰੀ ਆ, ਸਾਰੀ ਲੋਹੇ ਦੀ ਬਣਦੀ ਆ। ਘਰਾਂ ਦੇ ਵਿੱਚ ਦੇਖੋ ਆਪਾਂ ਲੈਂਟਰ ਪਾਉਂਦੇ ਹਾਂ, ਹੇਠਾਂ ਤੋਂ ਲੈ ਕੇ ਉੱਪਰ ਤੱਕ ਕਿੰਨਾ ਸਰੀਆ ਵਿੱਚ ਆਪਾਂ ਲਾਉਂਦੇ ਹਾਂ ਨਾ। ਤਾਂ ਇਹ ਲੋਹਾ ਜਿਹੜਾ ਆ ਸਾਡੀ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਹਿੱਸਾ ਆ। ਬੈਕਬੋਨ ਆਫ ਇੰਡਸਟਰੀ, ਬੈਕਬੋਨ ਕਹਿੰਦੇ ਰੀੜ ਦੀ ਹੱਡੀ। ਇੰਡਸਟਰੀ ਕਿਹੜੀ? ਉਦਯੋਗ ਧੰਦੇ। ਕਿਉਂਕਿ ਜਿੰਨੀਆਂ ਮਸ਼ੀਨਾਂ ਆ ਸਾਰੀਆਂ ਕਿੱਥੋਂ ਬਣਨੀਆਂ ਆ? ਲੋਹੇ ਦੀਆਂ ਬਣਨੀਆਂ। ਜੇ ਲੋਹਾ ਹੀ ਨਹੀਂ ਹੋਊਗਾ ਤਾਂ ਮਸ਼ੀਨ ਨਹੀਂ ਬਣੂਗੀ। ਦੂਜਾ ਆ, ਲੋਹੇ ਦੀਆਂ ਦੋ ਕਿਸਮਾਂ ਜ਼ਿਆਦਾਤਰ ਮਸ਼ਹੂਰ ਹੈ, ਇੱਕ ਹੈ ਮੈਗਨੇਟਾਈਟ, ਦੂਜਾ ਹੈ ਹੈਮੇਟਾਈਟ। ਮੈਗਨੇਟਾਈਟ ਅਤੇ ਹੈਮੇਟਾਈਟ ਕੀ ਫ਼ਰਕ ਹੈ ਦੋਵਾਂ ਵਿੱਚ? ਜਿਹੜਾ ਮੈਗਨੇਟਾਈਟ ਲੋਹਾ ਨਾ, ਉਹਦੇ ਵਿੱਚ 70% ਲੋਹੇ ਦੇ ਕਣ ਹੁੰਦੇ ਆ, ਆਇਰਨ ਕੰਟੈਂਟ।
70%। ਯਾਨੀ ਜਿਹੜਾ ਮੈਗਨੇਟਾਈਟ ਕਿਸਮ ਦਾ ਸਾਨੂੰ ਜਦੋਂ ਓਰ ਮਿਲੂਗੀ ਨਾ, ਓਰ ਦੇ ਬਾਰੇ ਪਹਿਲਾਂ ਪੜ੍ਹਿਆ ਸੀ, ਉਹਦੇ ਵਿੱਚ 70% ਸਾਨੂੰ ਲੋਹਾ ਮਿਲੂਗਾ। ਹੈਮੇਟਾਈਟ ਦੇ ਵਿੱਚ ਲੋਹਾ ਦੀ ਮਾਤਰਾ ਘੱਟ ਹੁੰਦੀ ਆ, ਬਾਕੀ ਚੀਜ਼ਾਂ ਜ਼ਿਆਦਾ ਹੁੰਦੀਆਂ। ਠੀਕ ਹੈ, ਥੋੜ੍ਹੀ ਜਿਹੀ ਇਹਦੀ ਕੁਆਲਿਟੀ ਡਾਊਨ ਹੁੰਦੀ ਆ। ਤਾਂ ਯਾਦ ਰੱਖਿਓ, ਮੈਗਨੇਟਾਈਟ ਅਤੇ ਹੈਮੇਟਾਈਟ ਇਹ ਦੋ ਕਿਸਮਾਂ ਆ ਲੋਹੇ ਦੀਆਂ। ਹੁਣ ਸਾਨੂੰ ਲੋਹੇ ਦੇ ਮੁੱਖ ਖੇਤਰ ਭਾਰਤ ਦੇ ਵਿੱਚ ਕਿਹੜੇ ਕਿਹੜੇ ਮਿਲਦੇ ਆ, ਉਹਦੇ ਬਾਰੇ ਵੀ ਦੇਖਦੇ ਹਾਂ। ਪਹਿਲਾ ਹੈਗਾ ਦੁਰਗ, ਬਸਤਰ, ਚੰਦਰਪੁਰ ਖੇਤਰ। ਕੁਝ ਖੇਤਰਾਂ ਦੇ ਵਿੱਚ ਇਹ ਵੰਡ ਕੀਤੀ ਹੋਈ ਆ। ਸਭ ਤੋਂ ਪਹਿਲਾ ਖੇਤਰ ਆ ਦੁਰਗ, ਬਸਤਰ, ਚੰਦਰਪੁਰ ਖੇਤਰ। ਇਹਦੇ ਵਿੱਚ ਛੱਤੀਸਗੜ੍ਹ, ਆਹ ਦੇਖੋ, ਆਹ ਜਿਹੜਾ ਏਰੀਆ ਹੈ ਛੱਤੀਸਗੜ੍ਹ ਦਾ, ਮਾਰਕ ਕੀਤਾ ਹੋਇਆ, ਐਰੋ ਲੱਗਾ ਆ। ਠੀਕ ਹੈ ਜੀ। ਦੂਜਾ ਆਹ ਹੈਗਾ ਮਹਾਰਾਸ਼ਟਰ। ਇਹਦੇ ਵਿੱਚ ਜਿਹੜਾ ਸਾਨੂੰ ਹੈਮੇਟਾਈਟ ਕਿਸਮ ਦਾ, ਹੈਮੇਟਾਈਟ ਯਾਨੀ ਜਿਹਦੇ ਵਿੱਚ 70% ਆਇਰਨ ਕੰਟੈਂਟ ਹੁੰਦੇ ਆ, ਉਹ ਸਾਨੂੰ ਛੱਤੀਸਗੜ੍ਹ ਅਤੇ ਮਹਾਰਾਸ਼ਟਰ 'ਚ ਮਿਲਦਾ ਹੈ। ਠੀਕ ਹੈ। ਅਤੇ ਇਹਦੇ ਦੇਖੋ ਆਹ ਥੱਲੇ ਨਾ ਲਿਖਿਆ ਹੋਇਆ ਬੈਲਾਡੀਲਾ। ਬੈਲਾਡੀਲਾ ਦੀਆਂ ਪਹਾੜੀਆਂ ਜਿਹੜੀਆਂ ਹੈਗੀਆਂ ਬਸਤਰ ਜ਼ਿਲ੍ਹੇ ਦੇ ਵਿੱਚ ਹੈਗੀਆਂ, ਇੱਥੋਂ ਇਹਦੀ ਮਾਤਰਾ ਜਿਹੜੀ ਸਾਨੂੰ ਜ਼ਿਆਦਾ ਮਿਲਦੀ ਆ। ਹੁਣ ਬੰਦਰਗਾਹ ਕੀ ਹੈ? ਵਿਸ਼ਾਖਾਪਟਨਮ। ਆਹ ਹੈਗੀ ਵਿਸ਼ਾਖਾਪਟਨਮ, ਆਹ ਮਾਰਕ ਕੀਤਾ ਹੋਇਆ ਛੋਟਾ ਜਿਹਾ ਏਰੀਆ ਹੈ ਵਿਸ਼ਾਖਾਪਟਨਮ। ਬੰਦਰਗਾਹ, ਬੰਦਰਗਾਹ ਕਿਹਨੂੰ ਕਹਿੰਦੇ? ਪਹਿਲੀ ਗੱਲ ਇਹ ਦੇਖ ਲਓ, ਤੁਸੀਂ ਧਿਆਨ ਨਾਲ ਸੁਣ ਲਓ। ਜਿਵੇਂ ਆਪਾਂ ਜਿੱਥੇ ਹਵਾਈ ਜਹਾਜ਼ ਉਤਰਦੇ ਆ ਨਾ, ਉਹਨੂੰ ਏਅਰਪੋਰਟ ਕਹਿੰਦੇ ਆ। ਜਿੱਥੇ ਬੱਸਾਂ ਰੁਕਦੀਆਂ ਉੱਥੇ ਬੱਸ ਸਟੈਂਡ ਕਹਿੰਦੇ ਆਪਾਂ। ਇੱਦਾਂ ਹੀ ਜਿੱਥੇ ਸਮੁੰਦਰੀ ਜਹਾਜ਼ ਆ ਕੇ ਰੁਕਦੇ ਆ, ਉਹਨੂੰ ਆਪਾਂ ਸੀ ਪੋਰਟ ਕਹਿੰਦੇ ਹਾਂ। ਸਮੁੰਦਰੀ ਜਹਾਜ਼ ਬਹੁਤ ਵੱਡੇ ਵੱਡੇ ਹੁੰਦੇ ਨਾ, ਜਿਵੇਂ ਟਾਈਟੈਨਿਕ ਫਿਲਮ ਤੁਸੀਂ ਦੇਖੀ ਹੈ ਬੱਚਿਓ, ਕਿੱਡਾ ਵੱਡਾ ਸਮੁੰਦਰੀ ਜਹਾਜ਼ ਆ। ਇੱਕ ਪਿੰਡ, ਦੋ ਪਿੰਡ ਜਿੰਨੀ ਜਿਹੜੇ ਉਹਦੇ ਵਿੱਚ ਜਗ੍ਹਾ ਹੁੰਦੀ ਆ, ਕਿੰਨਾ ਸਮਾਨ ਰੱਖਿਆ ਜਾਂਦਾ। ਤਾਂ ਜਿੱਥੇ ਸਮੁੰਦਰੀ ਜਹਾਜ਼ ਰੁਕਦੇ ਉਹਨੂੰ ਸੀ ਪੋਰਟ, ਇੰਗਲਿਸ਼ ਸੀ ਪੋਰਟ, ਅਤੇ ਪੰਜਾਬੀ 'ਚ ਉਹਨੂੰ ਬੰਦਰਗਾਹ ਕਹਿੰਦੇ ਆ। ਅਤੇ ਬੰਦਰਗਾਹ ਵਿਸ਼ਾਖਾਪਟਨਮ ਕਿਉਂ ਕਿਹਾ ਗਿਆ ਆ? ਹੁਣ ਦੇਖੋ, ਲੋਹੇ ਦੇ ਜਦੋਂ ਕਣ ਸਾਨੂੰ ਲੋਹਾ ਮਿਲਣਾ ਆ ਅਤੇ ਉਹਦੀ ਮਾਤਰਾ ਬਹੁਤ ਜ਼ਿਆਦਾ ਆ। ਉਹਨੂੰ ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਿਹੜਾ ਆ ਜਦੋਂ ਲੈ ਕੇ ਜਾਣਾ ਆ, ਤਾਂ ਉਹਦੇ ਵਿੱਚ ਸਾਨੂੰ ਬਹੁਤ ਸਾਰੀ ਕੀਮਤ ਅਦਾ ਕਰਨੀ ਪੈਂਦੀ ਹੈ। ਅਤੇ ਸਭ ਤੋਂ ਸਸਤਾ ਅਤੇ ਸੌਖਾ ਢੰਗ ਸਮੁੰਦਰੀ ਰਸਤਾ ਹੈਗਾ। ਹੁਣ ਇਹ ਦੋਵੇਂ ਖੇਤਰ ਜਿਹੜੇ ਛੱਤੀਸਗੜ੍ਹ ਅਤੇ ਆਹ ਛੱਤੀਸਗੜ੍ਹ ਆ, ਆਹ ਮਹਾਰਾਸ਼ਟਰ ਆ, ਇੱਥੋਂ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਜਿਹੜਾ, ਮਹਾਰਾਸ਼ਟਰ ਦੇ ਨਾਲ ਵੀ ਸਮੁੰਦਰ ਲੱਗਦਾ, ਛੱਤੀਸਗੜ੍ਹ ਦੇ ਨਾਲ ਵੀ ਲੱਗਦਾ ਸਮੁੰਦਰ। ਤਾਂ ਇਹਨਾਂ ਦੇ ਵਿੱਚੋਂ ਜਿਹੜੇ ਏਰੀਆ ਜਿਹੜਾ ਉਹਨੂੰ ਲਾਗੇ ਲੱਗਦਾ ਹੈ, ਉੱਥੋਂ ਜਿਵੇਂ ਵਿਸ਼ਾਖਾਪਟਨਮ ਬੰਦਰਗਾਹ ਜਿਹੜੀ ਹੈਗੀ, ਉੱਥੋਂ ਦੀ ਇਸ ਲੋਹੇ ਨੂੰ ਜਿਹੜਾ ਆ ਇੰਪੋਰਟ ਅਤੇ ਐਕਸਪੋਰਟ ਕੀਤਾ ਜਾਂਦਾ। ਯਾਨੀ ਜੇਕਰ ਅਸੀਂ ਦੂਜੇ ਦੇਸ਼ਾਂ ਨੂੰ ਭੇਜਣਾ ਜਾਂ ਭਾਰਤ ਦੇ ਕਿਸੇ ਹੋਰ ਭਾਗ 'ਚ ਵੀ ਭੇਜਣਾ, ਤਾਂ ਇਹਨਾਂ ਰਸਤਿਆਂ ਰਾਹੀਂ ਅਸੀਂ ਇਹਨੂੰ ਭੇਜ ਸਕਦੇ। ਇਸ ਕਰਕੇ ਬੰਦਰਗਾਹ ਵਿਸ਼ਾਖਾਪਟਨਮ ਦੀ ਗੱਲ ਇੱਥੇ ਕੀਤੀ ਗਈ ਹੈ। ਪਹਿਲਾ ਸੀ ਦੁਰਗ, ਬਸਤਰ। ਦੂਜਾ ਆ ਉੜੀਸਾ, ਝਾਰਖੰਡ। ਹੁਣ ਬੱਚਿਓ ਆਹ ਉੜੀਸਾ ਆ, ਇੱਥੋਂ ਤੱਕ ਆ ਨਕਸ਼ੇ 'ਚ ਤੁਹਾਨੂੰ ਦਿਖ ਰਿਹਾ, ਆਹ ਉੜੀਸਾ ਆ। ਠੀਕ ਹੈ, ਇਹ ਉੜੀਸਾ ਆ, ਆਹ ਝਾਰਖੰਡ ਆ। ਇੱਥੇ ਕੁਛ ਖਾਨਾ ਆ ਜਿਹਨੂੰ ਜਿਵੇਂ ਨਾਂ ਵੀ ਦਿੱਤੇ ਹੋਏ ਆ, ਬਦਾਮ ਪਾਹਰ, ਗੂਆ, ਨਾਰਮੁੰਡੀ। ਇਹਨਾਂ ਖਾਨਾਂ ਦੇ ਵਿੱਚ ਸਾਨੂੰ ਲੋਹਾ ਮਿਲਦਾ ਆ। ਔਰ ਬੰਦਰਗਾਹ ਦੇਖੋ ਪਰਾਦੀਪ ਹੈਗੀ ਆ, ਆਹ ਪਰਾਦੀਪ ਬੰਦਰਗਾਹ ਉੜੀਸਾ ਦੇ ਵਿੱਚ ਆ, ਸਮੁੰਦਰ ਦੇ ਨਾਲ ਲੱਗਦੀ ਹੈ। ਇੱਥੋਂ ਜਿਹੜਾ ਆ ਸਮਾਨ ਜਿਹੜਾ ਲੋਹੇ ਦਾ ਇਹ ਬਾਹਰ ਭੇਜਿਆ ਜਾਂਦਾ। ਇਹ ਹੈਗਾ ਦੂਜਾ ਉੜੀਸਾ ਝਾਰਖੰਡ ਖੇਤਰ। ਤੀਜਾ ਹੈ ਬੇਲਾਰੀ, ਚਿੱਤਰਦੁਰਗ, ਚਿਕਮੰਗਲੂਰ, ਤੁਮਕਰ ਖੇਤਰ। ਆਹ ਦੇਖੋ, ਆਹ ਜਿਹੜਾ ਏਰੀਆ ਨਾ ਇਹ ਕਰਨਾਟਕ ਦਾ ਹੈ। ਠੀਕ ਹੈ। ਹੁਣ ਇਹਦੇ ਵਿੱਚ ਕੁਛ ਖੇਤਰ ਜਿਹੜੇ ਆ, ਆਹ ਹੈਗਾ ਬੇਲਾਰੀ, ਆਹ ਤੁਮਕੁਰ ਆ, ਆਹ ਚਿਕਮੰਗਲੌਰ ਆ। ਠੀਕ ਹੈ। ਅਤੇ ਆਹ ਚਿੱਤਰਦੁਰਗ ਆ, ਆਹ ਚਿੱਤਰਦੁਰਗ ਆ, ਮਾਰਕ ਗਲਤ ਹੋਇਆ। 4 ਖੇਤਰ ਦਿੱਤੇ, ਹੋਰ ਵੀ ਦਿੱਤੇ ਹੋਏ ਆ ਖੇਤਰ। ਠੀਕ ਹੈ ਜੀ, ਇਹਨੂੰ ਤੁਸੀਂ ਧਿਆਨ ਦੇਣਾ, ਜੇਕਰ ਦੇਖੋਗੇ ਤੁਹਾਨੂੰ ਸਾਰਾ ਪਤਾ ਲੱਗ ਜੂਗਾ। ਇਹ ਚਾਰੇ ਖੇਤਰ ਬਹੁਤ ਇੰਪੋਰਟੈਂਟ ਹੈਗੇ। ਇਹਨਾਂ ਚਾਰੇ ਖੇਤਰ, ਬਾਕੀ ਹੋਰ ਵੀ ਦੇਖੋ ਦਿੱਤੇ ਹੋਏ, ਇਹਨਾਂ 'ਚ ਵੀ ਜਿਹੜਾ ਆ ਲੋਹਾ ਮਿਲਦਾ ਆ। ਹੁਣ ਇਹਦੇ ਵਿੱਚ ਇੱਕ ਕੁਦਰਮੁਖ ਮਾਈਨਸ ਆ, ਕੁਦਰਮੁਖ ਮਾਈਨਸ, ਆਹ ਕੁਦਰਮੁਖ ਮਾਈਨ ਆ। ਇਹ ਉਹ ਖਾਨਾ ਜਿਹਦੇ ਵਿੱਚੋਂ ਜਿਹੜਾ ਵੀ ਸਾਨੂੰ ਲੋਹਾ ਮਿਲਦਾ ਹੈ, ਆਇਰਨ ਓਰ ਮਿਲਦਾ, ਉਹ ਸਾਰਾ ਦਾ ਸਾਰਾ 100% ਨਿਰਯਾਤ ਕੀਤਾ ਜਾਂਦਾ ਹੈ। ਨਿਰਯਾਤ ਮਤਲਬ ਦੂਜੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਉਹਦੇ ਵਿੱਚੋਂ ਕੁਛ ਵੀ ਭਾਰਤ ਵਿੱਚ ਨਹੀਂ ਰੱਖਿਆ ਜਾਂਦਾ, ਕਿਉਂਕਿ ਬਹੁਤ ਵਧੀਆ ਕਿਸਮ ਦਾ ਜਿਹੜਾ ਆ
ਲੋਹਾ ਇੱਥੋਂ ਮਿਲਦਾ ਹੈ ਅਤੇ ਸਾਰਾ ਦਾ ਸਾਰਾ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਮੰਗ ਆ ਇਸ ਚੀਜ਼ ਦੀ, ਵਧੀਆ ਕੁਆਲਿਟੀ ਦੀ। ਠੀਕ ਹੈ। ਅਤੇ ਇੱਥੇ ਬੰਦਰਗਾਹ ਹੈਗੀ ਆ ਮੰਗਲੌਰ, ਆਹ ਮੰਗਲੌਰ ਬੰਦਰਗਾਹ ਥੱਲੇ ਦਿੱਤੀ ਹੋਈ ਹੈ। ਇਸ ਬੰਦਰਗਾਹ ਦੇ ਰਾਹੀਂ ਜਿਹੜਾ ਇਹ ਮਾਲ, ਸਾਰਾ ਕੱਚਾ ਮਾਲ ਜਿਹੜਾ ਦੂਜੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਤਾਂ ਤੀਸਰਾ ਸੀਗਾ ਬੇਲਾਰੀ, ਚਿੱਤਰਦੁਰਗ, ਚਿੱਕਮੰਗਲੌਰ ਅਤੇ ਤੁਮਕੁਰ ਖੇਤਰ। ਇਹ ਸਾਰੇ ਇਹ ਬੱਚੇ ਆਪਾਂ ਪੜ੍ਹਦੇ ਪਏ ਜਿਨ੍ਹਾਂ ਦੇ ਵਿੱਚ ਸਾਨੂੰ ਲੋਹਾ ਮਿਲਦਾ ਹੈ। ਅਤੇ ਲੋਹਾ ਦੋ ਕਿਸਮ ਦਾ ਯਾਦ ਰੱਖੋ। ਠੀਕ ਹੈ। ਕਿਹੜਾ ਕਿਹੜਾ ਆ? ਹੈਮੇਟਾਈਡ ਅਤੇ ਮੈਗਨੇਟਾਈਡ। ਇਹਨੂੰ ਯਾਦ ਰੱਖੋਗੇ ਤਾਂ ਤੁਹਾਡੀ ਗੱਲ ਜਿਹੜੀ ਵਧੀਆ ਢੰਗ ਨਾਲ ਬਣ ਜੂਗੀ। ਅੱਗੇ ਮਹਾਰਾਸ਼ਟਰ ਅਤੇ ਗੋਆ ਖੇਤਰ। ਠੀਕ ਹੈ। ਗੋਆ ਦੇ ਵਿੱਚ ਗੋਆ ਖੇਤਰ ਆ, ਆਹ ਰਤਨਾਗਿਰੀ ਆ, ਇਹ ਮਹਾਰਾਸ਼ਟਰ ਦੇ ਵਿੱਚ। ਇਹਨਾਂ ਦੇ ਵਿੱਚ ਜਿਹੜਾ ਸਾਨੂੰ ਲੋਹਾ ਮਿਲਦਾ ਹੈ। ਇਹ ਸੀਗੇ ਉਹ ਖੇਤਰ ਜਿਨ੍ਹਾਂ ਦੇ ਵਿੱਚ ਸਾਨੂੰ ਲੋਹਾ ਮਿਲਦਾ। ਬੱਚਿਓ ਇਹ ਨਹੀਂ ਹੈਗਾ ਵੀ ਇਹਨਾਂ ਖੇਤਰਾਂ 'ਚ ਹੀ ਮਿਲਦਾ, ਇਹ ਉਹ ਖੇਤਰ ਆ ਜਿਨ੍ਹਾਂ ਦੇ ਵਿੱਚ ਸਾਨੂੰ ਜ਼ਿਆਦਾ ਮਾਤਰਾ ਦੇ ਵਿੱਚ ਲੋਹਾ ਮਿਲਦਾ ਆ। ਬਾਕੀ ਤਾਂ ਭਾਰਤ ਦੇ ਹੋਰ ਵੀ ਕਈ ਹਿੱਸਿਆਂ ਦੇ ਵਿੱਚ ਲੋਹਾ ਮਿਲਦਾ, ਪਰ ਉਹਦੀ ਮਾਤਰਾ ਸਾਨੂੰ ਘੱਟ ਮਿਲਦੀ ਆ। ਠੀਕ ਹੈ ਜੀ। ਇਹ ਆ ਲੋਹਾ ਖਣਿਜ ਪਦਾਰਥ। ਅੱਗੇ ਮੈਗਨੀਜ਼। ਹੁਣ ਮੈਗਨੀਜ਼ ਕੀ ਆ? ਇਸ ਦਾ ਪ੍ਰਯੋਗ ਸਟੀਲ ਬਣਾਉਣ ਲਈ ਕੀਤਾ ਜਾਂਦਾ ਹੈ। ਘਰਾਂ 'ਚ ਸਟੀਲ ਦੇ ਭਾਂਡੇ ਆਪਾਂ ਦੇਖਦੇ ਹਾਂ ਨਾ, ਲੋਹੇ ਦੇ ਭਾਂਡੇ ਸਾਡੇ ਘਰਾਂ 'ਚ ਤਾਂ ਨਹੀਂ ਹੈਗੇ। ਲੋਹੇ ਦੀਆਂ ਕਈਆਂ ਹੈਗੀਆਂ, ਲੋਹਾਂ ਦੇ ਰੰਬੇ ਹੈਗੇ ਆ, ਦਰਵਾਜ਼ੇ ਸਾਡੇ, ਗੇਟ ਲੋਹੇ ਦੇ ਬਣੇ ਹੋਏ ਆ, ਗਰਿੱਲਾਂ ਲੋਹੇ ਦੀਆਂ ਬਣੀਆਂ, ਪਰ ਲੋਹੇ ਦੇ ਭਾਂਡੇ ਸਾਡੇ ਘਰਾਂ 'ਚ ਨਹੀਂ ਵਰਤੇ ਜਾਂਦੇ। ਭਾਂਡੇ ਕਿਹੜੇ ਵਰਤੇ ਜਾਂਦੇ? ਜਾਂ ਤਾਂ ਐਲੂਮੀਨੀਅਮ ਦੇ ਹੁੰਦੇ ਆ ਜਾਂ ਹੁੰਦੇ ਆ ਸਟੀਲ ਦੇ। ਅਤੇ ਸਟੀਲ ਕਿਵੇਂ ਬਣਦਾ ਆ? ਸਟੀਲ ਬਣਦਾ ਆ ਲੋਹੇ ਦੇ ਵਿੱਚ ਮੈਗਨੀਜ਼ ਨੂੰ ਪਾ ਕੇ। ਠੀਕ ਹੈ ਜੀ। ਆਹ ਦੇਖੋ ਲਿਖਿਆ 10 ਕਿਲੋਗ੍ਰਾਮ ਜੇਕਰ ਮੈਗਨੀਜ਼ ਅਸੀਂ ਪਾਉਂਦੇ ਹਾਂ ਲੋਹੇ ਦੇ ਵਿੱਚ, ਅਤੇ 1000 ਕਿਲੋ ਸਟੀਲ ਬਣਦਾ ਆ। 10 ਕਿਲੋ ਦੇ ਨਾਲ ਅਸੀਂ 1000 ਕਿਲੋ ਸਟੀਲ ਬਣਾ ਸਕਦੇ ਹਾਂ। ਠੀਕ ਹੈ। ਇਸ ਗੱਲ ਨੂੰ ਯਾਦ ਰੱਖਿਓ। ਇਸ ਦਾ ਪ੍ਰਯੋਗ ਸਟੀਲ ਬਣਾਉਣ ਲਈ ਕੀਤਾ ਜਾਂਦਾ ਹੈ। 17 ਕਰੋੜ 60 ਲੱਖ ਟਨ ਦੇ ਭੰਡਾਰ ਸਾਡੇ ਦੇਸ਼ 'ਚ ਆ। ਕੱਢੇ ਨਹੀਂ ਹੈਗੇ, ਧਰਤੀ ਦੇ ਹੇਠਾਂ ਆ। ਅੰਦਾਜ਼ਾ ਆ ਵੀ ਇੰਨਾ ਕੁ ਜਿਹੜਾ ਮੈਗਨੀਜ਼ ਅਸੀਂ ਇਸ ਧਰਤੀ ਦੇ ਹੇਠਾਂ ਤੋਂ ਕੱਢ ਸਕਦੇ ਹਾਂ। ਉੜੀਸਾ ਜਿਹੜਾ ਆ ਸਭ ਤੋਂ ਵੱਧ ਸਾਡੇ ਦੇਸ਼ 'ਚ ਮੈਗਨੀਜ਼ ਪੈਦਾ ਕਰਦਾ ਹੈ। ਕੁਐਸਚਨ ਬੱਚਿਓ NTSC ਦੇ ਇੱਦਾਂ ਹੀ ਆਉਣੇ ਆ ਵੀ ਦੇਸ਼ ਦੇ ਵਿੱਚ ਸਭ ਤੋਂ ਵੱਧ ਮੈਗਨੀਜ਼ ਕਿਹੜਾ ਰਾਜ ਪੈਦਾ ਕਰਦਾ ਹੈ। ਥੱਲੇ 4 ਆਪਸ਼ਨ ਹੋਣੇ ਆ ਅਤੇ ਤੁਸੀਂ ਦੇਖਣਾ ਹੈ ਵੀ ਕਿਹੜਾ ਆਪਸ਼ਨ ਸਹੀ ਹੈ। ਤਾਂ ਆਪਸ਼ਨ ਹੈਗਾ ਸਹੀ ਉੜੀਸਾ। ਅਤੇ ਸੰਸਾਰ ਦੇ ਸਭ ਤੋਂ ਵੱਧ ਜਿਹੜਾ ਮੈਗਨੀਜ਼ ਕੌਣ ਪੈਦਾ ਕਰਦਾ? ਬ੍ਰਾਜ਼ੀਲ ਪੈਦਾ ਕਰਦਾ ਹੈ। ਅਤੇ ਭਾਰਤ ਦਾ ਸੰਸਾਰ ਦੇ ਵਿੱਚ ਚੌਥਾ ਸਥਾਨ ਆ। ਚੌਥੇ ਨੰਬਰ 'ਤੇ ਅਸੀਂ ਆਉਂਦੇ ਹਾਂ ਮੈਗਨੀਜ਼ ਪੈਦਾ ਕਰਨ ਦੇ ਲਈ। ਅਤੇ ਹੋਰ ਕਿਹੜੀਆਂ ਚੀਜ਼ਾਂ ਬਣਦੀਆਂ ਮੈਗਨੀਜ਼ ਤੋਂ? ਬਲੀਚਿੰਗ ਪਾਊਡਰ, ਕੀਟਨਾਸ਼ਕ ਦਵਾਈਆਂ, ਪੇਂਟ। ਇਹਨਾਂ ਦੇ ਜਦੋਂ ਆਪਾਂ ਇਹਨਾਂ ਨੂੰ ਇਸਤੇਮਾਲ ਕਰਦੇ ਹਾਂ ਤਾਂ ਇਹ ਚੀਜ਼ਾਂ ਤਿਆਰ ਕਿੱਥੋਂ ਹੁੰਦੀਆਂ? ਇਹਦੇ ਵਿੱਚ ਮੈਗਨੀਜ਼ ਦੀ ਵਰਤੋਂ ਕੀਤੀ ਜਾਂਦੀ ਆ। ਹੁਣ ਮੈਗਨੀਜ਼ ਸਾਨੂੰ ਜਿਹੜਾ ਮਿਲਦਾ ਕਿੱਥੋਂ ਕਿੱਥੋਂ? ਦੇਖੋ, ਪ੍ਰੋਡਕਸ਼ਨ ਆਫ ਮੈਗਨੀਜ਼ ਓਰ ਇਨ ਇੰਡੀਆ। ਭਾਰਤ ਦੇ ਵਿੱਚ ਮੈਗਨੀਜ਼ ਕਿੱਥੇ ਕਿੱਥੇ ਮਿਲਦਾ ਹੈ? ਹੁਣ ਆਹ ਜਿਹੜਾ ਨੀਲਾ ਭਾਗ ਆ 33%, ਆਹ ਦੇਖੋ ਉੜੀਸਾ ਆ। ਠੀਕ ਹੈ ਨਾ। ਦੇਖੋ ਬੱਚਿਓ, ਜਾਂ ਤਾਂ ਕੁਐਸਚਨ ਆਉਂਦਾ ਸਭ ਤੋਂ ਵੱਧ ਚੀਜ਼ ਕਿੱਥੇ ਮਿਲਦੀ, ਜਾਂ ਕੁਐਸਚਨ ਆਉਂਦਾ ਸਭ ਤੋਂ ਘੱਟ ਕਿੱਥੇ ਮਿਲਦੀ ਆ। ਠੀਕ ਹੈ। ਘੱਟ ਵਾਲਾ ਕੁਐਸਚਨ ਵੀ ਆਉਣ ਦੀ ਸੰਭਾਵਨਾ ਹੁੰਦੀ ਘੱਟ। ਹੁਣ ਤੁਸੀਂ ਇਹ ਯਾਦ ਰੱਖਣਾ ਵੀ ਭਾਰਤ ਵਿੱਚ ਸਭ ਤੋਂ ਵੱਧ ਮੈਗਨੀਜ਼ ਕੌਣ ਪੈਦਾ ਕਰਦਾ ਹੈ? ਉੜੀਸਾ ਪੈਦਾ ਕਰਦਾ ਹੈ। ਉਸ ਤੋਂ ਬਾਅਦ ਵਿੱਚ 24% ਕਰਨਾਟਕ ਪੈਦਾ ਕਰਦਾ ਆ। ਫਿਰ 19% ਮੱਧ ਪ੍ਰਦੇਸ਼ ਪੈਦਾ ਕਰਦਾ ਆ। ਫਿਰ ਮਹਾਰਾਸ਼ਟਰ ਆ। ਫਿਰ ਗੋਆ ਆ। ਆਂਧਰਾ ਪ੍ਰਦੇਸ਼ 4% ਮੈਗਨੀਜ਼ ਉਤਪਾਦਨ ਕਰਦਾ ਆ। ਸੋ ਆਹ ਕੁਛ ਹੋਰ ਜਗ੍ਹਾਵਾਂ ਆ ਜਿੱਥੇ ਜਿੱਥੇ ਹੁਣ ਦੇਖੋ ਆਹ ਜਿਹੜਾ ਉੜੀਸਾ ਵਾਲਾ ਖੇਤਰ ਆ, ਇਹਦੇ ਵਿੱਚ ਕਿੰਨੀਆਂ ਜਿਹੜੀਆਂ ਖਾਨਾਂ ਹੈਗੀਆਂ ਮੈਗਨੀਜ਼ ਦੀਆਂ। ਜੇਕਰ ਆਪਾਂ ਗਿਣਤੀ ਕਰੀਏ ਤਾਂ ਘੱਟੋ ਘੱਟ ਵੀ ਇਹ ਜਿਹੜੀਆਂ 10 ਹੋਣਗੀਆਂ ਇੱਕੋ ਜਗ੍ਹਾ ਦੇ ਉੱਤੇ ਉੜੀਸਾ ਦੇ ਵਿੱਚ। ਬਾਕੀ ਵੀ ਆ ਦੇਖੋ ਲਾਲ ਲਾਲ ਸਾਰੇ ਭਾਰਤ ਦੇ ਵਿੱਚ ਹੈਗਾ। ਤਾਂ ਇਹ ਉਹ ਖੇਤਰ ਆ ਜਿਨ੍ਹਾਂ ਦੇ ਵਿੱਚੋਂ ਮੈਗਨੀਜ਼ ਪੈਦਾ ਕੀਤੀ। ਅਗਲਾ ਜਿਹੜਾ ਖਣਿਜ ਪਦਾਰਥ ਸਾਡਾ ਬੌਕਸਾਈਟ। ਠੀਕ ਹੈ ਨਾ। ਬੌਕਸਾਈਟ ਐਸੀ ਧਾਤੂ ਹੈ ਜਿਹਦੇ ਤੋਂ ਐਲੂਮੀਨੀਅਮ ਤਿਆਰ ਹੁੰਦਾ। ਕਈ ਵਾਰੀ ਕੁਐਸਚਨ ਆ ਜਾਂਦਾ ਵੀ ਐਲੂਮੀਨੀਅਮ ਭਾਰਤ ਵਿੱਚ ਕਿੱਥੇ ਪੈਦਾ ਹੁੰਦਾ ਹੈ, ਅਤੇ ਸਾਨੂੰ ਜਿਹੜਾ ਪਤਾ ਨਹੀਂ ਰਹਿੰਦਾ ਵੀ ਕੀ ਐਲੂਮੀਨੀਅਮ ਕਿਹੜਾ ਆ ਅਤੇ ਬੌਕਸਾਈਟ ਕਿਹੜਾ। ਤਾਂ ਯਾਦ ਰੱਖਣਾ ਵੀ ਬੌਕਸਾਈਟ ਅਤੇ ਐਲੂਮੀਨੀਅਮ ਤਕਰੀਬਨ ਇੱਕੋ ਚੀਜ਼ ਹੈ, ਕਿਉਂਕਿ ਬੌਕਸਾਈਟ ਤੋਂ ਹੀ ਐਲੂਮੀਨੀਅਮ ਬਣਦਾ ਹੈ।
ਤੇ ਐਲੂਮੀਨੀਅਮ ਦਾ ਮੁੱਖ ਉਪਯੋਗ ਕਿੱਥੇ ਹੁੰਦਾ ਹੈ? ਬਿਜਲੀ ਉਦਯੋਗ ਦੇ ਵਿੱਚ। ਤੁਸੀਂ ਦੇਖੋ ਵੀ ਬਿਜਲੀ ਦੀਆਂ ਤਾਰਾਂ ਜਿਹੜੀਆਂ ਉਹਦੇ ਵਿੱਚ ਐਲੂਮੀਨੀਅਮ ਦੀ ਤਾਰ ਵਿੱਚ ਪਈ ਹੁੰਦੀ, ਉੱਪਰ ਪਲਾਸਟਿਕ ਜਿਹਦੀ ਹੁੰਦੀ ਹੈ, ਵਿੱਚ ਐਲੂਮੀਨੀਅਮ ਦੀ ਤਾਰ ਹੁੰਦੀ ਹੈ, ਕਿਉਂਕਿ ਇਹਦੇ ਵਿੱਚੋਂ ਕਰੰਟ ਜਿਹੜਾ ਤੇ ਹੀਟ ਤੇ ਐਨਰਜੀ ਜਿਹੜੀ ਉਹ ਪਾਸ ਹੋ ਜਾਂਦੀ ਹੈ, ਇਸ ਕਰਕੇ ਜਿਹੜਾ ਇਹਨੂੰ ਵਰਤਿਆ ਜਾਂਦਾ ਹੈ ਤੇ ਇਹ ਹੀਟ ਨੂੰ ਸਟੋਰ ਕਰਕੇ ਰੱਖ ਸਕਦੀ ਹੈ। ਤਾਂਬਾ ਜਿਹੜਾ ਉਹ ਸਭ ਤੋਂ ਜ਼ਿਆਦਾ ਹੀਟ ਨੂੰ ਜਿਹੜਾ ਰੱਖ ਸਕਦਾ ਆਪਣੇ ਅੰਦਰ ਸਮਾ ਕੇ, ਤੇ ਐਲੂਮੀਨੀਅਮ ਉਸ ਤੋਂ ਘੱਟ, ਤੇ ਲੋਹਾ ਉਸ ਤੋਂ ਵੀ ਘੱਟ। ਇਸ ਕਰਕੇ ਲੋਹੇ ਦੀਆਂ ਤਾਰਾਂ ਨੂੰ ਜਿਹੜੀਆਂ ਉਹ ਨਹੀਂ ਬਣਾਈਆਂ ਜਾਂਦੀਆਂ, ਐਲੂਮੀਨੀਅਮ ਤੇ ਤਾਂਬੇ ਦੀਆਂ ਹੀ ਹੁੰਦੀਆਂ। ਹਵਾਈ ਜਹਾਜ਼ ਤੇ ਬਰਤਨਾਂ ਵਿੱਚ ਵੀ ਇਸਤੇਮਾਲ ਹੁੰਦਾ। ਆਪਾਂ ਦੇਖਦੇ ਜਿਹੜੇ ਸਟੀਲ ਦੇ ਭਾਂਡੇ ਨਾ ਘਰਾਂ 'ਚ, ਜਿਵੇਂ ਪਤੀਲੇ ਪਏ ਹੁੰਦੇ ਸਾਡੇ ਕੋਲ ਜਾਂ ਕੁਛ ਹੋ ਰਿਹਾ, ਉਹ ਭਾਰੇ ਹੁੰਦੇ ਆ, ਤੇ ਜਿਹੜਾ ਐਲੂਮੀਨੀਅਮ ਦਾ ਭਾਂਡਾ ਹੁੰਦਾ ਉਹ ਹਲਕਾ ਹੁੰਦਾ, ਪਰ ਮਜ਼ਬੂਤ ਓਨਾ ਹੀ ਹੁੰਦਾ। ਇਸੇ ਕਰਕੇ ਐਲੂਮੀਨੀਅਮ, ਹੁਣ ਲੋਹੇ ਨੂੰ ਵਰਤਣਾ ਜਿਹੜਾ ਆ, ਲੋਹਾ ਕਿਉਂਕਿ ਭਾਰਾ ਹੁੰਦਾ, ਉਹਨੂੰ ਕੈਰੀ ਕਰਨਾ ਔਖਾ, ਇਸੇ ਕਰਕੇ ਜਿਵੇਂ ਹਵਾਈ ਜਹਾਜ਼ ਆ ਉਹਦੇ ਵਿੱਚ ਐਲੂਮੀਨੀਅਮ ਨੂੰ ਵਰਤਿਆ ਜਾਂਦਾ, ਕਿਉਂਕਿ ਹਵਾਈ ਜਹਾਜ਼ ਦਾ ਵੇਟ ਜਿੰਨਾ ਘੱਟ ਰੱਖਿਆ ਜਾਵੇ ਓਨਾ ਹੀ ਉਹਦੇ ਲਈ ਵਧੀਆ ਹੁੰਦਾ। ਤਾਂ ਹਵਾਈ ਜਹਾਜ਼ ਦੇ ਵਿੱਚ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ, ਭਾਂਡੇ ਬਣਾਉਣ 'ਚ ਵੀ ਕੀਤੀ ਜਾਂਦੀ ਹੈ। ਭਾਰਤ ਦਾ ਸੰਸਾਰ ਵਿੱਚ 5ਵਾਂ ਸਥਾਨ ਆ ਐਲੂਮੀਨੀਅਮ ਪੈਦਾ ਕਰਨ ਨੂੰ, ਮੈਗਨੀਜ਼ ਪੈਦਾ ਕਰਨ 'ਚ 4ਥਾ ਸਥਾਨ ਸੀ। ਕੁੱਲ ਭੰਡਾਰਾਂ ਦਾ ਅੰਦਾਜ਼ਾ 253 ਕਰੋੜ ਟਨ ਆ, ਤੇ ਇਹਦੇ ਵਿੱਚ ਵੀ ਉੜੀਸਾ ਦੇ ਵਿੱਚ ਸਭ ਤੋਂ ਵੱਧ ਐਲੂਮੀਨੀਅਮ ਬੌਕਸਾਈਟ ਮਿਲਦਾ ਆ। ਮੈਗਨੀਜ਼ ਵੀ ਸਭ ਤੋਂ ਵੱਧ ਉੜੀਸਾ 'ਚ ਮਿਲਦਾ। ਆਪਾਂ ਪੜ੍ਹਿਆ ਸੀ ਨਾ ਵੀ ਚਟਾਨਾਂ ਦੇ ਵਿੱਚ, ਇੱਕ ਚਟਾਨ ਦੇ ਵਿੱਚੋਂ, ਯਾਨੀ ਮਿੱਟੀ ਦੇ ਵਿੱਚੋਂ ਜਾਂ ਚਟਾਨ ਦੇ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਖਣਿਜ ਪਦਾਰਥ ਵੀ ਮਿਲਦੇ ਆ। ਸੋ ਉੜੀਸਾ ਦੀ ਧਰਤੀ ਦੇ ਵਿੱਚ ਸਾਨੂੰ ਬੌਕਸਾਈਟ ਵੀ ਮਿਲਦਾ ਆ, ਸਾਨੂੰ ਮੈਗਨੀਜ਼ ਵੀ ਮਿਲਦਾ ਆ, ਠੀਕ ਹੈ ਜੀ। ਅਤੇ ਸਾਨੂੰ ਲੋਹਾ ਵੀ ਉੱਥੇ ਕੁਛ ਮਾਤਰਾ 'ਚ ਮਿਲਦਾ ਆ। ਕੋਰਾਪੁੱਟ ਮਾਈਨਸ ਜਿਹੜੀਆਂ ਉੜੀਸਾ 'ਚ ਹੈਗੀਆਂ, ਉਹਦੇ ਵਿੱਚੋਂ ਜਿਹੜਾ ਬੌਕਸਾਈਟ ਕੱਢਿਆ ਜਾਂਦਾ। ਫਿਰ ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਗੋਆ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵਿੱਚ ਵੀ ਬੌਕਸਾਈਟ ਮਿਲਦਾ ਹੈ। ਜਾਪਾਨ ਅਤੇ ਯੂਰਪੀ ਦੇਸ਼ਾਂ ਨੂੰ ਭੇਜਿਆ ਜਾਂਦਾ ਆ ਐਲੂਮੀਨੀਅਮ। ਭਾਰਤ ਦੇ ਵਿੱਚ ਇੰਨਾ ਜ਼ਿਆਦਾ ਐਲੂਮੀਨੀਅਮ ਹੁੰਦਾ ਹੈ ਕਿ ਅਸੀਂ ਦੂਜੇ ਦੇਸ਼ਾਂ ਨੂੰ ਵੀ ਭੇਜਦੇ ਹਾਂ। ਸੋ ਆਹ ਹੈ ਉੜੀਸਾ ਹੈਗਾ, ਯਾਦ ਰੱਖਿਓ ਪੇਪਰ 'ਚ ਜੇ ਕਿਤੇ ਆ ਜਾਵੇ ਵੀ ਕਿੱਥੇ ਭਾਰਤ ਵਿੱਚ ਜਿਹੜਾ ਬੌਕਸਾਈਟ ਜਾਂ ਐਲੂਮੀਨੀਅਮ ਤੇ ਸਭ ਤੋਂ ਵੱਧ ਕੱਢਿਆ ਜਾਂਦਾ ਹੈ, ਤਾਂ ਉਹ ਉੜੀਸਾ ਆ। ਸੋ ਇਹ ਹੈਗਾ ਸਾਰੇ ਸੰਸਾਰ ਦੇ ਵਿੱਚ ਭਾਰਤ ਕਿੰਨਾ ਬੌਕਸਾਈਟ ਤਿਆਰ ਕਰਦਾ ਆ, ਤਾਂ ਸਿਰਫ 5% ਭਾਰਤ ਵਿੱਚ ਤਿਆਰ ਹੁੰਦਾ। ਸਭ ਤੋਂ ਵੱਧ ਆਸਟ੍ਰੇਲੀਆ ਤਿਆਰ ਕਰਦਾ ਹੈ। ਤਿਆਰ ਕੀ ਕਰਦਾ? ਜ਼ਮੀਨ 'ਚੋਂ ਮਿਲਦਾ ਆ ਉਹਨਾਂ ਦਾ, ਕਿਉਂਕਿ ਅਲੱਗ-ਅਲੱਗ ਦੇਸ਼ਾਂ ਦੀ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਫਿਜ਼ੀਕਲ ਅਤੇ ਕੈਮੀਕਲ ਕੰਡੀਸ਼ਨਾਂ ਜਿਹੜੀਆਂ ਆ ਉਹ ਤੈਅ ਕਰਦੀਆਂ ਆ ਵੀ ਉਸ ਧਰਤੀ ਦੇ ਹੇਠਾਂ ਕਿਹੜਾ ਖਣਿਜ ਪਦਾਰਥ ਸਾਨੂੰ ਮਿਲਣਾ ਆ। ਅਗਲਾ ਖਣਿਜ ਪਦਾਰਥ ਹੈ ਬੱਚਿਓ ਮਾਈਕਾ, ਅਬਰਖ। ਭਾਰਤ ਸੰਸਾਰ ਵਿੱਚ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਸਭ ਤੋਂ ਵੱਧ ਮਾਈਕਾ ਭਾਰਤ ਵਿੱਚ ਪੈਦਾ ਕੀਤਾ ਜਾਂਦਾ ਹੈ। ਸੰਸਾਰ ਦਾ 60% ਇਕੱਲਾ ਭਾਰਤ ਪੈਦਾ ਕਰਦਾ ਮਾਈਕਾ, ਸਭ ਤੋਂ ਵੱਧ। ਅਤੇ ਸਭ ਤੋਂ ਵੱਧ ਭਾਰਤ ਵਿੱਚ ਬਿਹਾਰ 'ਚ ਮਾਈਕਾ ਪੈਦਾ ਹੁੰਦਾ ਹੈ। ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ ਵੀ ਅਬਰਕ ਪੈਦਾ ਕਰਦੇ ਆ। ਬਿਜਲੀ ਉਦਯੋਗ 'ਚ ਇਹਦਾ ਇਸਤੇਮਾਲ ਕੀਤਾ ਜਾਂਦਾ ਆ, ਠੀਕ ਹੈ। ਹੁਣ ਤੁਸੀਂ ਕਹੋਗੇ ਬਿਜਲੀ ਉਦਯੋਗ 'ਚ ਅੱਗੇ ਹੀ ਇਸਤੇਮਾਲ ਹੁੰਦਾ। ਤੁਸੀਂ ਦੇਖੋ ਬੱਚਿਓ, ਆਪਾਂ ਘਰਾਂ ਵਿੱਚ ਸੁੱਚ ਲਾਏ ਹੁੰਦੇ ਨਾ, ਸੁੱਚ ਬੋਰਡ ਜਿਹੜੇ ਆ ਉਹ ਮਾਈਕੇ ਦੇ ਬਣੇ ਹੋਏ ਆ। ਸਾਡੇ ਮੋਬਾਈਲ ਦੇ ਵਿੱਚ ਜਿਹੜਾ ਆ ਕਹਿੰਦੇ ਵੀ ਇਹਦੇ 'ਚ ਕਾਰਡ ਪਿਆ ਹੋਇਆ ਨਾ, ਜਾਂ ਕੰਪਿਊਟਰ 'ਚ ਕਾਰਡ ਪਏ ਹੋਏ ਆ, ਉਹਦੇ ਵਿੱਚ ਜਿੱਥੇ ਤਾਰਾਂ ਵਿੱਚ ਉਹਨਾਂ ਨੇ ਫਸਾਈਆਂ, ਉਹਦੇ ਨਾਲ ਕਾਰਡ ਜਿਹੜਾ ਬਣਿਆ ਉਹ ਮਾਈਕੇ ਦਾ ਬਣਿਆ ਹੋਇਆ। ਤਾਂ ਮਾਈਕੇ ਤੋਂ ਬਿਨਾਂ ਜਿਹੜਾ, ਕਿਉਂਕਿ ਮਾਈਕਾ ਜਿਹੜਾ ਹੈਗਾ ਉਹ ਕਰੰਟ ਨੂੰ ਇੱਕ ਥਾਂ ਤੋਂ ਅਗਲੇ ਦੂਜੇ ਥਾਂ ਨੂੰ ਨਹੀਂ ਜਾਣ ਦਿੰਦਾ, ਇਸ ਕਰਕੇ ਬਿਜਲੀ ਉਦਯੋਗ 'ਚ ਮਾਈਕੇ ਦਾ ਇਸਤੇਮਾਲ ਕੀਤਾ ਜਾਂਦਾ। ਦੇਖੋ ਠੀਕ ਹੈ। ਹੁਣ ਆਹ ਹੈਗਾ ਬਿਹਾਰ ਜਿਹਨੂੰ ਮਾਰਕ ਕੀਤਾ ਹੋਇਆ, ਅਤੇ ਸਭ ਤੋਂ ਵੱਧ ਮਾਈਕਾ ਪੈਦਾ ਹੁੰਦਾ। ਆਹ ਰਾਜਸਥਾਨ ਹੈਗਾ, ਇਹਦੇ 'ਚ ਵੀ ਜਿਹੜਾ ਮਾਈਕਾ ਪੈਦਾ ਹੁੰਦਾ ਹੈ। ਉਸ ਤੋਂ ਅੱਗੇ ਸਾਡਾ ਅਗਲਾ ਖਣਿਜ ਪਦਾਰਥ ਆ ਕਾਪਰ, ਤਾਂਬਾ। ਇਹਦਾ ਇਸਤੇਮਾਲ ਵੀ ਬਿਜਲੀ ਉਦਯੋਗ 'ਚ ਹੁੰਦਾ। ਦੇਖੋ ਮਾਈਕੇ ਦਾ ਵੀ ਇਹਦੇ 'ਚ ਹੁੰਦਾ, ਬਿਜਲੀ 'ਚ ਹੁੰਦਾ ਆ। ਐਲੂਮੀਨੀਅਮ ਦਾ ਵੀ ਬਿਜਲੀ 'ਚ ਹੁੰਦਾ ਆ, ਠੀਕ ਹੈ। ਕਾਪਰ ਦਾ ਵੀ, ਤਾਂਬੇ ਦਾ ਵੀ ਬਿਜਲੀ ਉਦਯੋਗ 'ਚ ਹੁੰਦਾ ਆ। ਤਾਂ ਇਸ ਗੱਲ ਨੂੰ ਮਾਇੰਡ 'ਚ ਰੱਖਿਓ ਤੁਸੀਂ ਵੀ ਕਿਹੜੀ ਚੀਜ਼ਾਂ, ਕਿਹੜੇ ਉਦਯੋਗ ਖਣਿਜ ਪਦਾਰਥਾਂ ਦਾ ਇਸਤੇਮਾਲ ਕਿੱਥੇ ਕਿੱਥੇ ਕੀਤਾ ਜਾਂਦਾ ਹੈ। ਤਾਂ ਬਿਜਲੀ ਉਦਯੋਗ ਅਤੇ ਬਰਤਨ ਬਣਾਉਣ ਵਿੱਚ ਇਸਤੇਮਾਲ ਹੁੰਦਾ। ਤਾਂਬੇ ਦੇ ਭਾਂਡੇ ਹੁੰਦੇ ਘਰਾਂ 'ਚ, ਆਮ ਆਪਾਂ ਦੇਖਦੇ, ਥੋੜ੍ਹੇ ਮਹਿੰਗੇ ਹੁੰਦੇ ਪਰ ਰੱਖੇ ਹੁੰਦੇ ਆਪਾਂ। ਸਿੰਘ ਭੂਮ, ਬਾਲਾਘਾਟ, ਝੁੰਝੁਨ, ਅਲਵਰ ਇਹ ਉਹ ਸਥਾਨ ਆ ਜਿੱਥੇ ਕਾਪਰ ਮਾਈਨਸ ਹੈਗੀਆਂ
ਪਹਿਲਾਂ ਆਪਾਂ ਪੜ੍ਹਿਆ ਸੀਗਾ ਵੀ ਕਾਪਰ ਯਾਨੀ ਤਾਂਬੇ ਦੀਆਂ ਖਾਨਾਂ ਉੱਥੇ ਨੇ ਜਿੱਥੇ ਗਰਮੀ ਜ਼ਿਆਦਾ ਹੁੰਦੀ ਆ। ਹੁਣ ਰਾਜਸਥਾਨ ਦਾ ਇਲਾਕਾ ਉੱਥੇ ਮਾਰੂਥਲ ਆ, ਉੱਥੇ ਗਰਮੀ ਜ਼ਿਆਦਾ ਆ, ਉਸ ਏਰੀਏ ਦੇ ਵਿੱਚ ਜਿਹੜੇ ਆ ਇਹ ਤਾਂਬਾ ਵੱਧ ਮਿਲਦਾ ਸਾਨੂੰ। ਇਸ ਤੋਂ ਇਲਾਵਾ ਖਮਾਮ ਆਂਧਰਾ ਪ੍ਰਦੇਸ਼, ਚਿੱਤਰਦੁਰਗ ਅਤੇ ਹਸਨ ਕਰਨਾਟਕ ਅਤੇ ਸਿੱਕਮ ਵਿੱਚੋਂ ਵੀ ਤਾਂਬਾ ਕੱਢਿਆ ਜਾਂਦਾ ਆ। ਸੋ ਆਹ ਬੱਚੋ ਕੁਛ ਸਾਡੇ ਕੋਲ ਪਲੇਸਿਸ ਹੈਗੀਆਂ, ਸਾਰੀਆਂ ਮਾਰਕ ਕੀਤੀਆਂ ਹੋਈਆਂ। ਹੁਣ ਕਿਉਂਕਿ ਨਕਸ਼ਾ ਵੱਡਾ ਸਾਨੂੰ ਕੈਰੀ ਕਰਨਾ ਔਖਾ ਹੋ ਜਾਂਦਾ। ਆਹ ਦੇਖੋ, ਇਹ ਆਹ ਸਿੰਘ ਭੂਮ ਆ, ਆਹ ਜਿਹੜਾ ਸਿੰਘ ਭੂਮ ਆ, ਸਿੰਘ ਭੂਮ ਦੇ ਨਾਲ ਅੱਗੇ ਆਹ ਬਾਲਾਘਾਟ ਆ, ਆਹ ਅਲਵਰ ਆ, ਆਹ ਝੁੰਝੁਨ ਆ। ਠੀਕ ਹੈ, ਤਾਂ ਇਹ ਉਹ ਖੇਤਰ ਜਿਹੜੇ ਮੈਂ ਯੈਲੋ ਕੀਤੇ ਹੋਏ ਨੇ, ਇਹਨਾਂ 'ਚ ਖਾਸ ਖੇਤਰ। ਬਾਕੀ ਜਿੰਨੇ ਵੀ ਸਾਰੇ ਰੈੱਡ ਵਾਲੇ ਆ, ਗਿਆ ਹੈਗਾ ਆ, ਭੀਲਵਾੜਾ ਹੈਗਾ, ਪਾਲੀ ਆ, ਅਜਮੇਰ ਆ, ਇਹਨਾਂ ਸਾਰਿਆਂ ਦੇ ਵਿੱਚ ਤਾਂਬਾ ਮਿਲਦਾ ਆ। ਪਰ ਜਿੱਥੇ ਜਿਹੜੇ ਯੈਲੋ ਕੀਤੇ ਹੋਏ ਉਹਨਾਂ ਦੇ ਵਿੱਚ ਤਾਂਬੇ ਦੀ ਮਾਤਰਾ ਸਾਨੂੰ ਜ਼ਿਆਦਾ ਮਿਲਦੀ ਹੈ ਧਰਤੀ ਦੇ ਵਿੱਚ। ਠੀਕ ਹੈ ਜੀ, ਤਾਂ ਆਹ ਦੇਖੋ, ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਤਾਂਬਾ ਮਿਲਦਾ ਹੈ, ਫਿਰ ਰਾਜਸਥਾਨ 'ਚ ਮਿਲਦਾ ਆ, ਫਿਰ ਝਾਰਖੰਡ 'ਚ ਮਿਲਦਾ ਤਾਂਬਾ। ਅੱਗੇ ਗੱਲ ਕਰਦੇ ਹਾਂ ਸੋਨੇ ਦੀ। ਸੋਨਾ ਸਭ ਤੋਂ ਮਹਿੰਗੀ ਧਾਤ ਆ। ਆਪਾਂ ਅਕਸਰ ਪੜ੍ਹਦੇ ਹਾਂ 40,000 50,000 ਨੂੰ ਤੋਲਾ ਆ। ਤੋਲਾ ਕਿਲੋ ਦਾ ਬਹੁਤ ਹੇਠਲਾ ਹਿੱਸਾ ਆ, ਬਹੁਤ ਥੋੜ੍ਹੀ ਜਿਹੀ ਮਾਤਰਾ ਹੁੰਦੀ ਆ। ਇੰਨੀ ਮਹਿੰਗੀ ਚੀਜ਼ ਆ ਸੋਨਾ। ਭਾਰਤ ਦੇ ਵਿੱਚ ਬਹੁਤ ਘੱਟ ਭੰਡਾਰ ਆ ਇਹਦੇ, ਘੱਟ ਮਿਲਦਾ, ਯਾਨੀ ਹੈਗਾ ਆ ਪਰ ਘੱਟ ਮਿਲਦਾ ਆ। ਕਿਉਂਕਿ ਆਪਾਂ ਜਦੋਂ ਦੇਖਾਂਗੇ ਨਾ ਧਿਆਨ ਦੇ ਨਾਲ, ਤਾਂ ਆਪਾਂ ਦੇਖਾਂਗੇ ਕਿ ਪਹਿਲਾਂ ਕਿਸੇ ਟਾਈਮ ਸਾਡੇ ਕੋਲ, ਜਿਵੇਂ ਆਹ ਦੇਖੋ ਥੱਲੇ ਲਿਖਿਆ 1951 ਵਿੱਚ 7,000 ਕਿਲੋ ਅਸੀਂ ਸੋਨਾ ਕੱਢਿਆ, ਜਦ ਕਿ 96 'ਚ ਇਹਦੀ ਮਾਤਰਾ ਘੱਟ ਕੇ 2710 ਕਿਲੋ ਹੀ ਰਹਿ ਗਈ। ਇਹਦਾ ਮਤਲਬ ਇਹ ਕੁਛ ਚੀਜ਼ਾਂ ਆ, ਅਸੀਂ ਜਦੋਂ ਖਣਿਜ ਕੱਢਦੇ ਹਾਂ ਤਾਂ ਉਹਦੀ ਮਾਤਰਾ ਵੱਧਦੀ ਜਾਂਦੀ, ਕਿਉਂਕਿ ਸਾਡੇ ਕੋਲ ਨਵੇਂ ਸਾਧਨ ਆ ਜਾਂਦੇ, ਨਵੇਂ ਢੰਗ ਆ ਜਾਂਦੇ ਉਸ ਚੀਜ਼ ਨੂੰ ਧਰਤੀ ਦੇ ਹੇਠਾਂ ਤੋਂ ਕੱਢਣ ਦੇ। ਪਰ ਸੋਨਾ ਇੱਕ ਐਸੀ ਚੀਜ਼ ਆ ਜਿਹਦੀ ਮਾਤਰਾ ਗਾਂਹ ਜਾ ਕੇ ਘਟਦੀ ਗਈ ਹੈ ਸਾਡੇ ਕੋਲ। ਠੀਕ ਹੈ ਨਾ, ਤਾਂ ਇਸ ਕਰਕੇ ਆਪਾਂ ਕਹਿੰਦੇ ਵੀ ਇਹਦੇ ਘੱਟ ਭੰਡਾਰ ਆ ਭਾਰਤ ਦੇ ਵਿੱਚ। ਕਰਨਾਟਕ ਵਿੱਚ ਕਲਾਰ ਦੀਆਂ ਖਾਨਾਂ ਅਤੇ ਹੱਟੀ ਦੋ ਜਗ੍ਹਾ ਆ ਜਿੱਥੋਂ ਸੋਨਾ ਮਿਲਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਰਾਮਗਿਰੀ ਸੋਨੇ ਦੀ ਖੇਤਰ ਹੈਗਾ। ਤਾਂ ਲਗਾਤਾਰ ਇਹਦਾ ਜਿਹੜਾ ਮਾਤਰਾ ਘਟਦੀ ਜਾ ਰਹੀ ਹੈ, ਤੁਹਾਨੂੰ ਮੈਂ ਪਹਿਲਾਂ ਦੱਸਤਾ ਆ। ਆਹ ਦੇਖੋ ਬੱਚਿਓ, ਆਹ ਸਾਨੂੰ ਦੇਖੋ ਚਟਾਨਾਂ 'ਚੋਂ ਹੀ ਪਤਾ ਲੱਗਦਾ, ਆਹ ਅੰਦਰੋਂ ਪੀਲਾ ਜਿਹਾ। ਹੁਣ ਤੁਹਾਨੂੰ ਇਹ ਨਹੀਂ ਇੱਦਾਂ ਦੇਖੇ ਦੇ ਸਾਰੇ ਤੁਸੀਂ ਸੋਚੋਗੇ ਵੀ ਇਹ ਸੋਨਾ ਮੈਂ ਆਪਾਂ ਕੱਢ ਕੇ ਇਹਨੂੰ ਬੋਰੇ 'ਚ ਪਾ ਕੇ ਲਿਆਈਏ, ਤਾਂ ਇੱਦਾਂ ਨਹੀਂ ਹੁੰਦਾ। ਇਹ ਮਿੱਟੀ ਦੇ ਵਿੱਚ ਮਿਕਸ ਆ, ਬਹੁਤ ਬਰੀਕ ਆ, ਮਿੱਟੀ ਦੇ ਰੂਪ 'ਚ ਹੀ ਆ। ਇਹਨੂੰ ਛਾਨਿਆ ਜਾਂਦਾ ਆ, ਇਹਨੂੰ ਫਿਰ ਜਿਹੜੀਆਂ ਰਿਫਾਈਨਰੀਜ਼ ਹੈਗੀਆਂ, ਗੋਲਡ ਰਿਫਾਈਨਰੀ ਦੇ ਵਿੱਚ ਕਰਕੇ ਇਹਨੂੰ ਸਾਰਾ ਕੁਛ ਛਾਨਬੀਨ ਕਰਕੇ ਇਹਨੂੰ ਤਿਆਰ ਕੀਤਾ ਜਾਂਦਾ, ਫਿਰ ਇਹ ਸੋਨਾ ਬਣਦਾ ਆ। ਉੱਦਾਂ ਇਹ ਮਿੱਟੀ ਆ। ਆਹ ਦੇਖੋ ਮਾਰਕ ਕੀਤਾ ਹੋਇਆ, ਰਾਮਗਿਰੀ ਆ, ਠੀਕ ਹੈ, ਆਹ ਹੱਟੀ ਆ, ਆਹ ਕਲਾਰ ਆ। ਇਹ ਤਿੰਨਾਂ ਥਾਵਾਂ 'ਤੇ ਸਾਨੂੰ ਸੋਨਾ ਜਿਹੜਾ ਮਿਲਦਾ ਆ ਭਾਰਤ ਦੇ ਵਿੱਚ, ਬਹੁਤ ਘੱਟ ਮਾਤਰਾ 'ਚ ਮਿਲਦਾ ਹੈ। ਕੋਲਾਰ ਦੀਆਂ ਖਾਨਾਂ ਸਭ ਤੋਂ ਵੱਡੀਆਂ ਖਾਨਾਂ ਆ। ਤੁਸੀਂ ਦੇਖੋ KGF ਲਿਖਿਆ ਹੁੰਦਾ, ਅਕਸਰ KGM ਲਿਖਿਆ ਹੁੰਦਾ। ਕਿੱਥੇ ਲਿਖਿਆ ਹੁੰਦਾ? ਤੁਸੀਂ ਜਦੋਂ ਵੀ ਕਿਸੇ ਸੁਨਾਰ ਕੋਲ ਜਾਂਦੇ ਹੋ ਨਾ ਸੋਨਾ ਲੈਣ, ਤਾਂ ਉਹ ਲਿਖਿਆ ਹੁੰਦਾ 22 KGM ਜਾਂ 22 ਕੈਰਟ ਲਿਖਿਆ ਹੁੰਦਾ। KGM ਦੀ ਮੋਹਰ ਵੀ ਲਾਈ ਹੁੰਦੀ। KGM ਦਾ ਮਤਲਬ ਹੁੰਦਾ ਕੋਲਾਰ ਗੋਲਡ ਮਾਈਨਸ, ਯਾਨੀ ਇਹ ਸੋਨਾ ਕੋਲਾਰ ਦੀਆਂ ਗੋਲਡ ਦੀਆਂ ਖਾਨਾਂ 'ਚੋਂ ਲੈ ਕੇ ਉਹ ਇੱਕ ਮਾਰਕਾ ਬਣ ਗਿਆ, ਸਭ ਤੋਂ ਵਧੀਆ ਜਿਹੜਾ ਸੋਨਾ ਭਾਰਤ ਵਿੱਚ ਕੋਲਾਰ ਦੀਆਂ ਖਾਨਾਂ 'ਚੋਂ ਮਿਲਦਾ ਹੈ। ਨੈਕਸਟ ਹੈ ਲਾਈਮਸਟੋਨ, ਚੂਨੇ ਦਾ ਪੱਥਰ। ਚੂਨੇ ਦਾ ਪੱਥਰ ਦੇਸ਼ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਮਿਲਦਾ, ਯਾਨੀ ਸਾਰੇ ਦੇਸ਼ 'ਚ ਹੀ ਮਿਲਦਾ ਹੈ ਤਕਰੀਬਨ। ਸੀਮੈਂਟ ਉਦਯੋਗ ਵਿੱਚ ਪ੍ਰਯੋਗ ਕੀਤਾ ਜਾਂਦਾ। ਸੀਮੈਂਟ ਦੇ ਵਿੱਚ ਚੂਨਾ ਮਿਲਾ ਕੇ ਜਿਹੜਾ ਸੀਮੈਂਟ ਤਿਆਰ ਕੀਤਾ ਜਾਂਦਾ, ਲਗਭਗ ਦੇਸ਼ ਦੇ ਸਾਰੇ ਰਾਜਾਂ ਵਿੱਚ ਮਿਲਦਾ। ਮੁੱਖ ਤੌਰ 'ਤੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਤਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਉੜੀਸਾ, ਰਾਜਸਥਾਨ, ਸਾਰੇ ਦੇਸ਼ ਦਾ ਨਾਂ ਲੈ ਲਿਆ, ਸਾਰੀ ਜਗ੍ਹਾ 'ਤੇ ਮਿਲਦਾ ਹੈ। 96-97 ਵਿੱਚ 7 ਕਰੋੜ 34 ਲੱਖ ਟਨ ਚੂਨੇ ਦੇ ਪੱਥਰ ਦਾ ਉਤਪਾਦਨ ਹੋਇਆ। ਆਹ ਦੇਖੋ, ਧਰਤੀ ਦੀ ਉੱਪਰਲੀ ਸਤ੍ਹਾ ਆਪਾਂ ਪੜ੍ਹਿਆ ਸੀ, ਕੁਐਰਿੰਗ ਮਾਈਨਿੰਗ ਦੀਆਂ 3 ਕਿਸਮਾਂ ਸੀਗੀਆਂ, ਓਪਨ ਪਿਟ, ਕੁਐਰਿੰਗ ਅਤੇ ਅੰਡਰਗਰਾਊਂਡ। ਕੁਐਰਿੰਗ ਦਾ ਮਤਲਬ ਸੀਗਾ ਵੀ ਉੱਪਰ ਹੀ, ਆਹ ਧਰਤੀ ਦੀ ਉੱਪਰਲੀ ਸਤ੍ਹਾ, ਇਹਦੇ ਉੱਤੇ ਇਹ ਚੂਨਾ ਪਿਆ ਹੁੰਦਾ। ਲਾਈਮਸਟੋਨ ਵੀ ਕਹਿ ਦਿੰਦੇ ਇਹਨੂੰ। ਹੁਣ ਅਗਲੀ ਇੱਕ ਇੰਪੋਰਟੈਂਟ ਗੱਲ ਹੈਗੀ ਆ, ਇਹਦੇ ਵਿੱਚ ਕੀ ਆ ਵੀ ਅਸੀਂ ਸਾਰਾ ਕੁਛ ਪੜ੍ਹ ਲਿਆ, ਇੰਨੇ ਖਣਿਜ ਪਦਾਰਥਾਂ ਬਾਰੇ ਪੜ੍ਹ ਲਿਆ, ਕਿਤੇ ਵੀ ਪੰਜਾਬ ਦਾ ਨਾਂ ਨਹੀਂ ਆਇਆ।
ਕਿਉਂ ਨਹੀਂ ਆਇਆ? ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬੱਚਿਓ ਖਣਿਜ ਪਦਾਰਥ ਤਕਰੀਬਨ ਨਹੀਂ ਮਿਲਦੇ। ਹੁਣ ਕਿਉਂ ਨਹੀਂ ਮਿਲਦੇ ਉਹਦੇ ਬਾਰੇ ਆ ਲਿਖਿਆ ਹੋਇਆ, ਪੜ੍ਹੋ ਜਰਾ। ਖਣਿਜ ਪਦਾਰਥਾਂ ਦੇ ਵਿਤਰਨ ਵਿੱਚ ਇੱਕ ਗੱਲ ਧਿਆਨ ਦੇਣ ਯੋਗ ਇਹ ਵੀ ਹੈ ਕਿ ਸਾਡਾ ਪੰਜਾਬ ਰਾਜ ਕਿਸੇ ਵੀ ਖਣਿਜ ਉਤਪਾਦਨ ਵਿੱਚ ਕੋਈ ਸਥਾਨ ਨਹੀਂ ਰੱਖਦਾ। ਅਜਿਹਾ ਇਸ ਲਈ ਹੈ ਕਿ ਇਸ ਦਾ ਜ਼ਿਆਦਾ ਹਿੱਸਾ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਨਿਖੇਪਣ ਬਣੇ ਸਮਤਲ ਜਲੋੜੀ ਮੈਦਾਨ ਕਰਕੇ ਹੈ। ਖੇਤੀਬਾੜੀ ਲਈ ਬਹੁਤ ਉਪਜਾਊ ਹੈ। ਖਣਿਜ ਸੰਪਤੀ ਅਗਨ ਅਤੇ ਪਰਵਰਤੀ ਚਟਾਨਾਂ ਵਾਲੇ ਖੇਤਰਾਂ ਵਿੱਚ ਹੀ ਮਿਲਦੀ। ਖਣਿਜ ਪਦਾਰਥ ਕਿੱਥੇ ਮਿਲਦੇ ਆ? ਜਿੱਥੇ ਲਾਵੇ ਦੇ ਅੰਸ਼ ਮਿਲਦੇ ਹੋਣ, ਯਾਨੀ ਜਿੱਥੇ ਧਰਤੀ ਦੇ ਹੇਠਾਂ ਲਾਵਾ ਜਿਹੜਾ ਕਿਸੇ ਸਮੇਂ ਬਾਹਰ ਆਇਆ ਹੋਵੇ। ਤਕਰੀਬਨ ਜਿਹੜੇ ਸਾਡੇ ਕੋਲ ਪਲੇਟਿਊ ਏਰੀਆ ਹੈਗਾ, ਪਠਾਰੀ ਖੇਤਰ ਆ ਜਿਹੜਾ, ਉਹਨਾਂ ਦੇ ਵਿੱਚ ਹੀ ਇਹ ਖਣਿਜ ਪਦਾਰਥ ਮਿਲਦੇ ਆ। ਅਤੇ ਸਾਡਾ ਪੰਜਾਬ ਜਿਹੜਾ ਹੈ ਉਹ ਨਵੀਂ ਮਿੱਟੀ ਦਾ ਬਣਿਆ ਹੋਇਆ, ਕਿਉਂਕਿ ਹਿਮਾਲਿਆ 'ਚ ਜਿਹੜੀਆਂ ਸਿੰਧ, ਗੰਗਾ, ਬ੍ਰਹਮਪੁੱਤਰ ਨਦੀਆਂ ਜਿਹੜੀਆਂ ਸੀਗੀਆਂ, ਇਹਨਾਂ ਨੇ ਹਿਮਾਲਿਆ ਤੋਂ ਜਿਹੜਾ ਮਿੱਟੀ ਨਾਲ ਲਿਆਂਦੀ, ਉਹ ਮਿੱਟੀ ਲਿਆ ਕੇ ਆਪਣੇ ਹੇਠਲੇ ਜਿੱਥੇ ਪਹਾੜ ਮੁੱਕਦੇ ਉਸ ਖੇਤਰਾਂ 'ਚ ਵਛਾ ਦਿੱਤੀ। ਤਾਂ ਇਹ ਨਵੀਂ ਮਿੱਟੀ ਵਾਲੇ ਬਣੇ ਮੈਦਾਨ ਹੈ, ਜਲੋੜੀ ਮੈਦਾਨ ਹੈ, ਇਸ ਕਰਕੇ ਇਹਨਾਂ ਦੇ ਵਿੱਚ ਕੋਈ ਖਣਿਜ ਪਦਾਰਥ ਨਹੀਂ ਮਿਲਦਾ। ਅਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਕਸਰ ਪੇਪਰਾਂ ਦੇ ਵਿੱਚ ਬੱਚਿਓ ਇਹ ਆਉਂਦਾ, ਇਹ ਯਾਦ ਰੱਖਿਓ। ਨੈਕਸਟ ਆ ਐਨਰਜੀ ਰਿਸੋਰਸਿਸ। ਹੁਣ ਇੱਕ ਭਾਗ ਆਪਾਂ ਕਰ ਲਿਆ ਮਿਨਰਲਸ ਯਾਨੀ ਖਣਿਜ ਪਦਾਰਥ। ਇੰਪੋਰਟੈਂਟ ਖਣਿਜ ਪਦਾਰਥ ਸਾਰੇ ਪੜ੍ਹ ਲਏ ਆ, ਲੋਹਾ, ਕੋਲਾ, ਠੀਕ ਹੈ, ਸੋਨਾ, ਸਾਰਾ ਤਾਂਬਾ, ਬੌਕਸਾਈਟ। ਉਸ ਤੋਂ ਇਲਾਵਾ ਹੁਣ ਅਗਲੀ ਗੱਲ ਕਰਨੀ ਸ਼ਕਤੀ ਦੇ ਸਾਧਨ। ਉਹ ਸਾਧਨ ਜਿਨ੍ਹਾਂ ਤੋਂ ਸ਼ਕਤੀ ਮਿਲਦੀ ਹੈ। ਸ਼ਕਤੀ ਮਤਲਬ ਸ਼ਕਤੀ ਉਹ ਨਹੀਂ ਹੈਗੀ ਵੀ ਤੁਸੀਂ ਦੁੱਧ ਦਾ ਗਲਾਸ ਪੀਤਾ ਅਤੇ ਤੁਹਾਨੂੰ ਸ਼ਕਤੀ ਮਿਲ ਗਈ, ਉਹ ਸ਼ਕਤੀ ਨਹੀਂ। ਇੱਥੇ ਸ਼ਕਤੀ ਦਾ ਮਤਲਬ ਉਹ ਆ ਵੀ ਜਿਹੜੇ ਹੀਟ ਪ੍ਰੋਡਿਊਸ ਕਰਦੇ ਆ, ਤਾਪ ਪ੍ਰੋਡਿਊਸ ਕਰਦੇ ਆ, ਅਤੇ ਜਿਨ੍ਹਾਂ ਦੇ ਨਾਲ ਜਿਹੜਾ ਬਿਜਲੀ ਪੈਦਾ ਕੀਤੀ ਜਾਂਦੀ ਆ, ਜਾਂ ਮਸ਼ੀਨਾਂ ਚਲਾਈਆਂ ਜਾਂਦੀਆਂ ਆ, ਜਾਂ ਉਦਯੋਗ ਧੰਦੇ ਫੈਕਟਰੀਆਂ ਚਲਾਈ ਜਾਂਦਾ ਆ, ਉਹਨਾਂ ਸੋਰਸਾਂ ਦੀ ਆਪਾਂ ਇੱਥੇ ਗੱਲ ਬੱਚਿਓ ਕਰਨੀ ਆ। ਹੁਣ ਕੀ ਲੋੜ ਆ ਐਨਰਜੀ ਰਿਸੋਰਸਿਸ ਦੀ? ਸ਼ਕਤੀ ਦੇ ਸਾਧਨਾਂ ਦੀ ਕੀ ਲੋੜ ਆ? ਪਹਿਲਾਂ ਹੀ ਗੱਲ ਕੀਤੀ ਸੀ ਵੀ ਮੋਬਾਈਲ ਤੁਹਾਡਾ ਤਾਂ ਚੱਲਣਾ ਹੈ ਜੇ ਤੁਸੀਂ ਚਾਰਜ ਕੀਤਾ ਹੋਊਗਾ, ਜੇ ਘਰ 'ਚ ਬੱਤੀ ਹੋਊਗੀ। ਉਸ ਤੋਂ ਬਿਨਾਂ ਮੋਬਾਈਲ ਨਹੀਂ ਚੱਲਣਾ, ਅਤੇ ਮੋਬਾਈਲ ਬਣਨਾ ਵੀ ਤਾਂ ਆ ਜੇ ਫੈਕਟਰੀਆਂ ਦੇ ਵਿੱਚ ਬੱਤੀ ਹੋਊਗੀ, ਠੀਕ ਹੈ ਨਾ। ਖਣਿਜ ਪਦਾਰਥ ਤੁਹਾਡੇ ਕੋਲ ਹੈਗਾ, ਲੋਹਾ ਵੀ ਹੈਗਾ, ਚਾਂਦੀ ਵੀ ਹੈਗਾ, ਸੋਨਾ ਵੀ ਹੈਗਾ ਆ, ਉਹਨੂੰ ਕੋਈ ਰੂਪ ਤਾਂ ਹੀ ਦਿੱਤਾ ਜਾ ਸਕਦਾ ਆ ਜੇਕਰ ਕਾਰਖਾਨਿਆਂ 'ਚ, ਫੈਕਟਰੀਆਂ 'ਚ ਉਹਨੂੰ ਲਿਜਾ ਕੇ ਅਸੀਂ ਜਿਹੜਾ ਆ ਸ਼ਕਤੀ ਦਾ ਇਸਤੇਮਾਲ ਕਰਕੇ, ਪਾਵਰ ਦਾ ਇਸਤੇਮਾਲ ਕਰਕੇ, ਬਿਜਲੀ ਦਾ ਇਸਤੇਮਾਲ ਕਰਕੇ ਜਿਹੜਾ ਆ ਉਹਨੂੰ ਕੋਈ ਰੂਪ ਰੰਗ ਦੇਵਾਂਗੇ। ਦੋ ਤਰ੍ਹਾਂ ਦੇ ਜਿਹੜੇ ਆ ਸ਼ਕਤੀ ਦੇ ਸਾਧਨ ਆ, ਕਨਵੈਨਸ਼ਨਲ ਐਨਰਜੀ ਰਿਸੋਰਸਿਸ, ਨਾਨ ਕਨਵੈਨਸ਼ਨਲ ਐਨਰਜੀ ਰਿਸੋਰਸਿਸ। ਕਨਵੈਨਸ਼ਨਲ ਕਿਹੜੇ ਆ? ਜਿਹੜੇ ਪਰੰਪਰਾਗਤ ਪੁਰਾਣੇ, ਜਿਹੜੇ ਬਹੁਤ ਚਿਰ ਤੋਂ ਆਪਾਂ ਵਰਤਦੇ ਆ ਰਹੇ ਹਾਂ, ਜਿਵੇਂ ਜਿਨ੍ਹਾਂ ਨੂੰ ਆਪਾਂ ਰੀਨਿਊ ਨਹੀਂ ਕਰ ਸਕਦੇ, ਜਿਹਨੂੰ ਆਪਾਂ ਦੁਬਾਰਾ ਨਹੀਂ ਵਰਤ ਸਕਦੇ। ਕਿਵੇਂ? ਜਿਵੇਂ ਲੱਕੜਾਂ ਆ, ਪਹਿਲਾਂ ਹੁਣ ਆਪਾਂ ਲੱਕੜ ਵਰਤਦੇ ਨਾ, ਹੁਣ ਲੱਕੜ ਵਰਤ ਕੇ ਤੁਸੀਂ ਕਹਿੰਦੇ ਸ਼ਕਤੀ ਕਿੱਥੋਂ ਮਿਲਦੀ ਹੈ? ਲੱਕੜਾਂ ਬਾਲਦੇ ਹਾਂ ਅਤੇ ਸਾਡੇ ਜਿਹੜੇ ਆ ਤੁਸੀਂ ਦੇਖੋਗੇ ਵੀ ਉਹ ਸਾਡਾ ਖਾਣਾ ਬਣਦਾ, ਇਹਦਾ ਮਤਲਬ ਹੀਟ ਪ੍ਰੋਡਿਊਸ ਹੁੰਦੀ ਹੈ। ਤੁਹਾਨੂੰ ਪਹਿਲਾਂ ਗੱਲ ਦੱਸਿਆ ਸੀ ਸ਼ਕਤੀ ਦੇ ਸਾਧਨ ਕਿਹੜੇ ਆ? ਜਿਨ੍ਹਾਂ ਦੇ ਨਾਲ ਤਾਪਮਾਨ ਵੱਧਦਾ ਆ, ਤਾਪ ਪ੍ਰੋਡਿਊਸ ਹੁੰਦਾ, ਹੀਟ ਪ੍ਰੋਡਿਊਸ ਹੁੰਦੀ ਆ, ਠੀਕ ਹੈ ਨਾ, ਉਹਨੂੰ ਅਸੀਂ ਜਿਹੜਾ ਸ਼ਕਤੀ ਦੇ ਸਾਧਨ ਕਹਿੰਦੇ ਹਾਂ। ਫਿਰ ਪਾਥੀਆਂ ਦਾ ਇਸਤੇਮਾਲ ਕਰਦੇ ਹਾਂ ਅਸੀਂ, ਕੋਲਾ, ਪੈਟਰੋਲ, ਕੁਦਰਤੀ ਗੈਸ, ਇਹ ਸਾਡੇ ਪਰੰਪਰਾਗਤ ਸਾਧਨ ਆ ਜਿਨ੍ਹਾਂ ਦਾ ਇਸਤੇਮਾਲ ਅਸੀਂ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਹਾਂ। ਦੂਜਾ ਆ ਨਾਨ ਕਨਵੈਨਸ਼ਨਲ ਐਨਰਜੀ ਸੋਰਸਿਸ, ਗੈਰ ਪਰੰਪਰਾਗਤ ਸ਼ਕਤੀ ਸਾਧਨ। ਇਹ ਆਮ ਸਾਧਨ ਨਹੀਂ ਹੈਗੇ, ਬਹੁਤ ਖਾਸ ਆ, ਇਹਨਾਂ ਨੂੰ ਲੱਭਣਾ ਪੈਂਦਾ, ਇਹਨਾਂ ਨੂੰ ਲਿਆਉਣਾ ਪੈਂਦਾ, ਜ਼ਿਆਦਾ ਪੁਰਾਣੇ ਨਹੀਂ, ਨਵੀਂ ਖੋਜ ਕੀਤੀ ਹੋਈ ਆ, ਔਰ ਇਹ ਦੁਬਾਰਾ ਵਾਰ-ਵਾਰ ਵਰਤਣ ਵਾਲੇ ਆ। ਇੱਕ ਵਾਰੀ ਵਰਤੋਗੇ ਫਿਰ ਵਰਤੀ ਜਾਓਗੇ ਤੁਸੀਂ। ਔਰ ਸੰਸਾਰ ਦੇ ਵਿੱਚ ਸਭ ਤੋਂ ਵੱਧ ਜ਼ੋਰ ਇਸੇ ਚੀਜ਼ 'ਤੇ ਪਾਇਆ ਜਾ ਰਿਹਾ ਵੀ ਤੁਸੀਂ ਰੀਨਿਊਏਬਲ ਸੋਰਸਿਸ, ਉਹ ਸਾਧਨ ਜਿਹੜੇ ਨਵਿਆਉਣਯੋਗ ਆ, ਉਹਨਾਂ ਦਾ ਇਸਤੇਮਾਲ ਹੀ ਕਰੋ। ਜਿਹੜੇ ਜਿਨ੍ਹਾਂ ਨੂੰ ਨਵਿਆਉਣਯੋਗ ਨਹੀਂ ਹੈਗੇ ਉਹਨਾਂ ਦੀ ਵਰਤੋਂ ਘਟਾ ਦਿਓ, ਕਿਉਂਕਿ ਪੈਟਰੋਲ ਡੀਜ਼ਲ ਕਿਸੇ ਟਾਈਮ ਮੁੱਕ ਜਾਣੇ ਆ, ਕੋਲਾ ਮੁੱਕ ਜਾਣਾ, ਠੀਕ ਹੈ ਨਾ, ਹਵਾ, ਪਾਣੀ, ਸੂਰਜ, ਠੀਕ ਹੈ, ਇਹ ਨਹੀਂ ਮੁੱਕਣੇ, ਇਹ ਲਗਾਤਾਰ ਚੱਲਦੇ ਜਾਣੇ ਆ। ਤਾਂ ਸ਼ਕਤੀ ਦੇ ਉਹ ਸਾਧਨ ਜੋ ਸੂਰਜੀ ਸ਼ਕਤੀ, ਜਵਾਰ ਭਾਟਾ ਸ਼ਕਤੀ, ਪੌਣ ਸ਼ਕਤੀ, ਭੂਗਰਭ ਸ਼ਕਤੀ ਤੋਂ ਸਾਨੂੰ ਮਿਲਦੇ ਆ, ਉਹ ਜਿਹੜੇ ਨਾਨ ਕਨਵੈਨਸ਼ਨਲ ਐਨਰਜੀ ਰਿਸੋਰਸਿਸ ਹੈਗੇ ਆ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਜਿਹੜੇ ਕਨਵੈਨਸ਼ਨਲ ਰਿਸੋਰਸ ਹੈਗੇ ਉਹਦੇ ਵਿੱਚੋਂ ਕੋਲੇ ਨੂੰ ਕਰਦੇ ਹਾਂ। ਕੋਲਾ ਦੇਖੋ, ਕੋਲਾ ਹੁਣ
ਪਹਿਲੀ ਗੱਲ ਤਾਂ ਇਹ ਵੀ ਬਣਿਆ ਕਿੱਦਾਂ ਆ, ਇਹਦੇ ਬਾਰੇ ਸੰਖੇਪ ਜਾਣਕਾਰੀ। ਦਬਾਅ, ਕਾਹਦਾ ਦਬਾਅ? ਕੁਛ ਚੀਜ਼ਾਂ ਧਰਤੀ ਦੇ ਉੱਤੇ ਸੀਗੀਆਂ, ਕਿਸੇ ਸਮੇਂ ਪਲਟ ਕੇ ਹੇਠਾਂ ਚਲੇ ਗਈਆਂ। ਡੂੰਘਾਈ ਕਿੰਨੇ ਡੂੰਘੇ ਗਈਆਂ, ਸਮਾਂ ਕਿੰਨਾ ਸਮਾਂ ਲੱਗਾ ਉਹਨੂੰ, ਉਸ ਹਿਸਾਬ ਦੇ ਨਾਲ ਕੋਲਾ ਜਿਹੜਾ ਬਣਦਾ ਆ, ਕੋਲੇ ਦੀ ਕੁਆਲਿਟੀ ਬਣਦੀ ਹੈ। ਜੇਕਰ ਕਿਉਂਕਿ ਆਪਾਂ ਪੜ੍ਹਿਆ ਵੀ ਕਰੋੜਾਂ ਸਾਲ ਪੁਰਾਣੀ ਗੱਲ ਹੈਗੀ, ਧਰਤੀ ਜਿਹੜੀ ਆ ਸਾਡੀ ਬਹੁਤ ਪੁਰਾਣੀ ਹੈਗੀ ਆ। ਤਾਂ ਕਈ ਵਾਰੀ ਧਰਤੀ ਜਿਹੜੀ ਉਹ 'ਚ ਭੂਚਾਲ ਆਇਆ ਆ, ਪਰਲੋ ਆਈ ਆ, ਧਰਤੀ ਦੇ ਜਿਵੇਂ ਪੇੜ ਪੌਦੇ ਜਿਹੜੇ ਆ, ਜਾਨਵਰ ਆ, ਉਹ ਸਾਰੇ ਹੇਠਾਂ ਦੱਬੇ ਗਏ ਆ। ਫਿਰ ਨਵੀਂ ਵਸੋਂ ਸ਼ੁਰੂ ਹੋਈ ਆ, ਨਵੀਂ ਜਿਹੜੀ ਹੈਗੀ ਆ ਬਨਸਪਤੀ ਸ਼ੁਰੂ ਹੋਈ ਆ। ਇਹ ਸਿਸਟਮ ਦਾ ਪ੍ਰੋਸੈਸ ਚੱਲਦਾ ਆ। ਤਾਂ ਜਿਹੜੀ ਚੀਜ਼ ਹੇਠਾਂ ਦੱਬੀ ਗਈ ਆ, ਹੁਣ ਤੁਸੀਂ ਦੇਖੋ ਜਦੋਂ ਆਪਾਂ ਲੱਕੜ ਨੂੰ ਅੱਗ ਬਾਲਦੇ ਹਾਂ ਨਾ, ਤਾਂ ਉਹ ਕੋਲੇ ਦੇ ਰੂਪ ਸਾਨੂੰ ਕਾਫੀ ਦੇਰ ਤੱਕ ਨਜ਼ਰ ਆਉਂਦੀ ਰਹਿੰਦੀ ਹੈ, ਫਿਰ ਬਾਅਦ 'ਚ ਉਹ ਸਵਾਹ ਬਣ ਜਾਂਦੀ ਹੈ। ਤਾਂ ਉਹੀ ਲੱਕੜਾਂ ਜਦੋਂ ਧਰਤੀ ਦੇ ਹੇਠਾਂ ਦੱਬੀਆਂ ਗਈਆਂ, ਬਹੁਤ ਚਿਰ ਦੱਬੀਆਂ ਰਹੀਆਂ, ਅਤੇ ਉਹ ਕਿਉਂਕਿ ਧਰਤੀ ਦੇ ਹੇਠਾਂ ਕੀ ਆ, ਆਪਾਂ ਪੜ੍ਹ ਚੁੱਕੇ ਵੀ ਬਹੁਤ ਗਰਮ ਆ, ਅਤੇ ਜਿਹੜੀ ਧਰਤੀ ਦੀ ਹੇਠਾਂ ਦੀ ਗਰਮਾਇਸ਼ ਸੀਗੀ ਉਹਨੇ ਉਹਨਾਂ ਨੂੰ ਕੋਲੇ ਵਿੱਚ ਬਦਲ ਦਿੱਤਾ। ਠੀਕ ਹੈ, ਇਹ ਉਹਦੀ ਕੋਲੇ ਦੀ ਬਣਾਵਟ ਬਾਰੇ ਸੰਖੇਪ ਜਾਣਕਾਰੀ ਹੈ। ਜਿੰਨਾ ਜ਼ਿਆਦਾ ਸਮਾਂ ਹੋਇਆ ਓਨਾ ਹੀ ਕੋਲਾ ਜ਼ਿਆਦਾ ਵਧੀਆ ਬਣਿਆ। ਚਾਈਨਾ, USA ਅਤੇ ਇੰਡੀਆ, ਸਭ ਤੋਂ ਵੱਧ ਚਾਈਨਾ ਪੈਦਾ ਕਰਦਾ ਕੋਲਾ, ਦੂਜੇ ਨੰਬਰ 'ਤੇ ਅਮੈਰੀਕਾ, ਤੀਜੇ ਨੰਬਰ 'ਤੇ ਭਾਰਤ ਕੋਲੇ ਦਾ ਉਤਪਾਦਨ ਕਰਦਾ ਹੈ। ਤਾਂ ਭਾਰਤ ਦੇ ਵਿੱਚ ਇੱਕ ਸੰਸਥਾ ਆ ਕੋਲ ਇੰਡੀਆ ਲਿਮਟਿਡ, CIL। ਕਈ ਵਾਰੀ ਪੇਪਰ 'ਚ ਕੁਐਸਚਨ ਵੀ ਆ ਸਕਦਾ ਤੁਹਾਨੂੰ NTSC 'ਚ, CIL ਦੀ ਫੁੱਲ ਫਾਰਮ ਦੱਸੋ। ਥੱਲੇ 4 ਫੁੱਲ ਫਾਰਮਸ ਦਿੱਤੀਆਂ ਹੋਣੀਆਂ, ਉਹਨਾਂ ਵਿੱਚੋਂ ਇੱਕ ਹੋਣੀ ਕੋਲ ਇੰਡੀਆ ਲਿਮਟਿਡ। ਤਾਂ ਤੁਹਾਡਾ ਸਹੀ ਆਨਸਰ ਉਹ ਹੋਣਾ ਕੋਲ ਇੰਡੀਆ ਲਿਮਟਿਡ। ਅਤੇ ਇਹਦੇ ਵਿੱਚ ਤਕਰੀਬਨ 6.5 ਲੱਖ ਲੋਕ ਕੰਮ ਕਰਦੇ ਆ। ਐਡੀ ਵੱਡੀ ਸੰਸਥਾ ਆ ਜਿਹਦੇ ਵਿੱਚ 6.5 ਲੱਖ ਲੋਕ ਜਿਹੜੇ ਕੰਮ ਕਰਦੇ ਹੋਣ। ਉਹਨੂੰ ਤੁਸੀਂ ਦੇਖੋ ਵੀ ਕਿੰਨੇ ਲੋਕਾਂ ਨੂੰ ਇਸ ਨੇ ਰੁਜ਼ਗਾਰ ਦਿੱਤਾ ਆ। ਯਾਨੀ ਐਡਾ ਵੱਡਾ ਸਟਰਕਚਰ, ਐਡਾ ਵੱਡਾ ਜਿਹੜਾ ਢਾਂਚਾ ਫੈਲਿਆ ਹੋਇਆ ਕੋਲੇ ਦੇ ਉਤਪਾਦਨ ਦੇ ਵਿੱਚ। ਹੁਣ ਕੋਲੇ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ। ਪਹਿਲੀ ਕਿਸਮ ਹੈਗੀ ਕੀਟ, ਦੂਜੀ ਆ ਲਿਗਨਾਈਟ, ਤੀਜੀ ਆ ਬਿਟੂਮਿਨਸ, ਚੌਥੀ ਆ ਐਂਥਰੋਸਾਈਟ। ਸਭ ਤੋਂ ਵਧੀਆ ਕੋਲੇ ਦੀ ਕਿਸਮ ਹੈਗੀ ਐਂਥਰੋਸਾਈਟ। ਪੇਪਰ 'ਚ ਇਹ ਵੀ ਕੁਐਸਚਨ ਆ ਸਕਦਾ ਵੀ ਕੋਲੇ ਦੀ ਸਭ ਤੋਂ ਵਧੀਆ ਕਿਸਮ ਦਾ ਨਾਮ ਦੱਸੋ, ਕਿਹੜੀ ਹੈਗੀ? ਐਂਥਰੋਸਾਈਟ। ਹੁਣ 90% ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਥਰਮਲ ਪਾਵਰ ਪਲਾਂਟ, ਅਕਸਰ ਤੁਸੀਂ ਜਿਹੜਾ ਆ ਅਖਬਾਰ 'ਚ ਪੜ੍ਹਦੇ ਹੋਵੋਗੇ ਵੀ ਪੰਜਾਬ ਦੇ 2 ਥਰਮਲ ਪਾਵਰ ਪਲਾਂਟ ਬੰਦ ਹੋ ਗਏ। ਜਦੋਂ ਬਿਜਲੀ ਹੁਣ ਪਿੱਛੇ ਜੇ ਆਪਾਂ ਦੇਖਿਆ ਵੀ ਕਾਫੀ ਕੱਟ ਲੱਗਣੇ ਸ਼ੁਰੂ ਹੋਏ, ਤਾਂ ਅਖਬਾਰ 'ਚ ਆਇਆ ਸੀ ਵੀ ਥਰਮਲ ਪਲਾਂਟ ਜਿਹੜੇ ਬੰਦ ਹੋ ਗਏ ਆ ਕੋਲੇ ਦੀ ਘਾਟ ਦੇ ਕਾਰਨ। ਕੋਲਾ ਰੇਲ ਗੱਡੀਆਂ ਦੇ ਰਾਹੀਂ ਜਿਹੜਾ ਆ, ਮਾਲ ਗੱਡੀ ਦੇ ਰਾਹੀਂ ਉੱਥੇ ਪਹੁੰਚਦਾ ਆ, ਅਤੇ ਉਹਨੂੰ ਬਾਲ ਕੇ ਜਿਹੜਾ ਹੀਟ ਪ੍ਰੋਡਿਊਸ ਕੀਤੀ ਜਾਂਦੀ ਹੈ, ਉਸ ਤੋਂ ਬਿਜਲੀ ਤਿਆਰ ਕੀਤੀ ਜਾਂਦੀ, ਉਹ ਬਿਜਲੀ ਲੋਕਾਂ ਦੇ ਘਰੇ ਤੱਕ ਪਹੁੰਚਦੀ ਆ। ਤਾਂ ਸਭ ਤੋਂ ਵੱਧ ਬਿਜਲੀ ਜਿਹੜੀ ਆ ਕੋਲੇ ਤੋਂ ਹੀ ਤਿਆਰ ਕੀਤੀ ਜਾਂਦੀ ਹੈ ਸਾਡੇ ਦੇਸ਼ ਦੇ ਵਿੱਚ। ਠੀਕ ਹੈ, ਬਾਕੀ ਰੇਲ ਇੰਜਨ ਅੱਗੇ, ਹੁਣ ਤਾਂ ਰੇਲ ਇੰਜਨਾਂ ਦੇ ਵਿੱਚ ਜਿਹੜੇ ਸੀਗੇ ਪਹਿਲਾਂ ਚੱਲਦੇ ਸੀ ਕੋਲੇ ਵਾਲੇ ਇੰਜਨ, ਹੁਣ ਘੱਟ ਗਏ ਆ, ਇੱਕ ਅੱਧੀ ਥਾਂ 'ਤੇ ਕਿਤੇ ਹੋਣਗੇ। ਸੀਮਿੰਟ ਉਦਯੋਗ 'ਚ ਵੀ ਕੋਲਾ ਵਰਤਿਆ ਜਾਂਦਾ, ਖਾਦ ਕਾਰਖਾਨੇ ਅਤੇ ਇੱਟਾਂ ਦੇ ਭੱਠਿਆਂ ਦੇ ਵਿੱਚ ਵੀ ਕੋਲੇ ਦਾ ਇਸਤੇਮਾਲ ਕੀਤਾ ਜਾਂਦਾ। ਸੋ ਆਹ ਬੱਚਿਓ ਕੋਲਾ ਆ, ਤੁਸੀਂ ਅਕਸਰ ਦੇਖਿਆ ਹੋਣਾ। ਆਹ ਕੋਲੇ ਦੀ ਖਾਣ ਆ, ਆਹ ਦੇਖੋ ਉੱਪਰ ਛੱਤ ਆ ਆਹ ਵਾਲੀ, ਆਹ ਹੇਠਾਂ ਦੇਖੋ ਕੋਲਾ ਆ, ਸਾਰਾ ਕਾਲਾ ਕਾਲਾ ਕੋਲਾ। ਇਹਨੂੰ ਜਿਹੜਾ ਤੋੜਿਆ ਜਾਂਦਾ, ਇਹਨੂੰ ਲਾਹਿਆ ਜਾਂਦਾ, ਫਿਰ ਕਰੇਨਾਂ ਦੇ ਰਾਹੀਂ, ਛੋਟੀ ਛੋਟੀਆਂ ਮਸ਼ੀਨਾਂ ਦੇ ਰਾਹੀਂ ਬਾਹਰ ਇਹਨੂੰ ਸ਼ਾਫਟਾਂ ਦੇ ਰਾਹੀਂ ਕੱਢਿਆ ਜਾਂਦਾ ਆ। ਇਹ ਕੋਲੇ ਦੀਆਂ ਖਾਨਾਂ ਆ। ਹੁਣ ਕੋਲ ਮਾਈਨਸ ਦੇਖੋ ਆ ਦਿੱਤੀਆਂ ਹੋਈਆਂ, ਸਿੰਗਰੌਲੀ, ਬੋਕਾਰੋ, ਜੈਤਾ, ਰਾਣੀਗੰਜ, ਠੀਕ ਹੈ, ਤਲਚਰ। ਇਹ ਕੋਲ ਮਾਈਨਸ ਹੈਗੀਆਂ ਭਾਰਤ ਦੇ ਵਿੱਚ ਜਿੱਥੇ ਕੋਲਾ ਮਿਲਦਾ ਆ। ਅਗਲੀ ਗੱਲ ਹੈ ਪੈਟਰੋਲੀਅਮ। ਪੈਟਰੋਲੀਅਮ ਬਹੁਤ ਜ਼ਰੂਰੀ ਚੀਜ਼ ਆ। ਇਸ ਤੋਂ ਬਿਨਾਂ ਜਿਹੜਾ ਸਾਡੀ ਗੱਡੀ ਨਹੀਂ ਚੱਲਦੀ, ਮੋਟਰਸਾਈਕਲ ਨਹੀਂ ਚੱਲਦਾ, ਕਾਰ ਨਹੀਂ ਚੱਲਦੀ। ਭਾਰਤ ਵਿੱਚ ਖਣਿਜ ਤੇਲ ਦੀ ਬਹੁਤ ਵੱਡੀ ਸੰਭਾਵਨਾ ਆ। ਭਾਰਤ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਬਹੁਤ ਜ਼ਿਆਦਾ ਖਣਿਜ ਤੇਲ ਆ, ਪਰ ਬਹੁਤ ਥੋੜ੍ਹੇ ਥਾਵਾਂ 'ਤੇ ਕੱਢਿਆ ਜਾ ਰਿਹਾ ਕਿਉਂਕਿ ਬਹੁਤ ਪੈਸਾ ਲੱਗਦਾ ਇਹਨੂੰ ਕੱਢਣ ਦੇ ਲਈ। UAE, ਕੁਵੈਤ, ਈਰਾਨ, ਇਰਾਕ, ਬਹਿਰੀਨ, ਇਹ ਛੋਟੇ ਛੋਟੇ ਦੇਸ਼ ਆ, ਔਰ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਆਪਾਂ ਦੇਖਦੇ ਹਾਂ ਬਹੁਤ ਗਰਮੀ ਆ, ਰੇਤ ਹੀ ਰੇਤ ਯਾਰ। ਠੀਕ ਹੈ, ਫਿਰ ਵੀ ਇਹ ਦੇਸ਼ਾਂ ਦੇ ਕੋਲ ਬਹੁਤ ਪੈਸਾ ਹੈ। ਕਿਉਂਕਿ ਇਹਨਾਂ ਦੇਸ਼ਾਂ ਦੀ ਜ਼ਮੀਨ ਦੇ ਹੇਠਾਂ
ਬਹੁਤ ਸਾਰਾ ਪੈਟਰੋਲੀਅਮ ਪ੍ਰੋਡਕਟ ਮਿਲਦੇ ਆ, ਤੇਲ ਮਿਲਦਾ ਆ, ਜਿਹਨੂੰ ਵੇਚ ਕੇ ਦੇਸ਼ ਬਹੁਤ ਅਮੀਰ ਹੋ ਗਏ ਆ। ਹੁਣ ਬਣਾਵਟ ਕੀ ਆ? ਪੈਟਰੋਲੀਅਮ ਪਦਾਰਥਾਂ ਦੀ ਬਣਾਵਟ ਕੀ ਆ? 55 ਮਿਲੀਅਨ ਸਾਲ ਪਹਿਲਾਂ ਜਿਹੜੇ ਆ, ਇਹ ਉਹੀ ਗੱਲ ਜਿਵੇਂ ਕੋਲਾ ਬਣਿਆ ਨਾ, ਉੱਦਾਂ ਹੀ ਬੱਚਿਓ ਇਹ ਤੇਲ ਬਣਿਆ। ਹੁਣ ਕੁਛ ਚੀਜ਼ਾਂ ਤਾਂ ਐਸੀਆਂ ਦੇਖੋ, ਆਪਾਂ ਦੇਖਦੇ ਹਾਂ ਜਿਵੇਂ ਜੰਗਲਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਈ ਚੀਜ਼ਾਂ ਐਸੀਆਂ ਜਿਨ੍ਹਾਂ ਦੇ ਵਿੱਚੋਂ ਤੇਲ ਨਿਕਲਦਾ ਆ। ਜੰਗਲੀ ਜਾਨਵਰ ਜਿਹੜੇ ਆ ਜਦੋਂ ਉਹ ਮਰ ਜਾਂਦੇ ਆ ਤਾਂ ਉਹਨਾਂ ਦੀ ਸਕਿਨ ਦੇ ਵਿੱਚ ਤੇਲ ਹੁੰਦਾ, ਉਹਨਾਂ ਦੀ ਹੱਡੀਆਂ 'ਚ ਤੇਲ ਹੁੰਦਾ ਆ। ਹੁਣ ਜਿਹੜੇ ਜਾਨਵਰ ਥੱਲੇ ਦੱਬੇ ਗਏ, ਜਿਹੜੇ ਪੇੜ ਪੌਦੇ ਫਲ, ਜਿਵੇਂ ਹੁਣ ਆਪਾਂ ਤੇਲ ਵਾਲੇ ਬੀਜ ਕਈ ਦੇਖਦੇ ਹਾਂ, ਸਰੋਂ ਦਾ ਤੇਲ ਜਿਹੜਾ ਉਹ ਵੀ ਤਾਂ ਬੂਟਿਆਂ 'ਚੋਂ ਹੀ ਨਿਕਲਦਾ ਆ। ਠੀਕ ਹੈ, ਤਿਲ ਦਾ ਤੇਲ, ਬਦਾਮ ਨੂੰ ਅਖਰੋਟ ਨੂੰ ਰਗੜੋਗੇ ਤਾਂ ਉਹਦੇ ਵਿੱਚੋਂ ਵੀ ਤੇਲ ਨਿਕਲਦਾ। ਤਾਂ ਉਹ ਤੇਲ ਜਿਹੜਾ ਸੀ ਬੱਚਿਓ, ਜਿਹੜਾ ਇੱਦਾਂ ਹੀ ਉਹ ਕੁਛ ਐਸੇ ਪੇੜ ਪੌਦੇ ਜਿਹੜੇ ਜ਼ਮੀਨ ਦੇ ਹੇਠਾਂ ਦੱਬੇ ਗਏ, ਜਾਨਵਰ ਦੱਬੇ ਗਏ, ਜਿਨ੍ਹਾਂ ਤੋਂ ਤੇਲ ਜਿਹੜਾ ਆ ਬਣ ਗਿਆ। 55 ਮਿਲੀਅਨ ਦੇ ਵਿੱਚ 10 ਲੱਖ ਹੁੰਦੇ, ਪਹਿਲਾਂ ਵੀ ਦੱਸਿਆ ਤੁਹਾਨੂੰ। 55 ਗੁਣਾ 10 ਲੱਖ ਕਰੋਗੇ, ਇੰਨੇ ਸਾਲ ਪਹਿਲਾਂ ਜਿਹੜਾ ਆ ਇਹ ਪੈਟਰੋਲੀਅਮ ਪਦਾਰਥ ਦੇ ਬਣਨ ਦੀ ਸੰਭਾਵਨਾ ਸੀ ਵੀ ਇਹ ਉਦੋਂ ਬਣੇ ਆ। ਹੁਣ ਭਾਰਤ ਵਿੱਚ ਕਿੱਥੇ ਕਿੱਥੇ ਮਿਲਦੇ? ਮੁੰਬਈ ਹਾਈ, ਅੰਕਲੇਸ਼ਵਰ। ਮੁੰਬਈ ਹਾਈ ਜਿਹੜਾ ਬੰਬੇ ਦੇ ਵਿੱਚ ਆ, ਅੰਕਲੇਸ਼ਵਰ ਗੁਜਰਾਤ 'ਚ ਆ, ਡਿਗਬੋਈ ਅਸਾਮ ਦੇ ਵਿੱਚ ਆ। ਕੁਐਸਚਨ ਇਹ ਵੀ ਆ ਜਾਂਦਾ ਵੀ ਸਭ ਤੋਂ ਪੁਰਾਣੀ ਜਿਹੜੀ ਹੈਗੀ ਆ ਆਇਲ ਫੀਲਡ ਕਿਹੜੀ ਆ, ਤੇਲ ਦਾ ਖੇਤਰ ਕਿਹੜਾ ਆ? ਤਾਂ ਡਿਗਬੋਈ ਆ। ਯਾਨੀ ਸਭ ਤੋਂ ਪਹਿਲਾਂ ਡਿਗਬੋਈ ਅਸਾਮ ਦੇ ਵਿੱਚ ਤੇਲ ਕੱਢਣਾ ਭਾਰਤ ਨੇ ਸ਼ੁਰੂ ਕੀਤਾ ਸੀ। ਸਾਗਰ ਸਮਰਾਟ ਨਾਂ ਦਾ ਜਹਾਜ਼ ਜਿਹੜਾ ਮੁੰਬਈ ਹਾਈ ਤੋਂ ਤੇਲ ਕੱਢਦਾ ਆ, ਇਹ ਵੀ ਕੁਐਸਚਨ ਬਣ ਸਕਦਾ ਵੀ ਕਿਹੜੇ ਜਹਾਜ਼ ਤੋਂ ਜਿਹੜਾ ਤੇਲ ਕੱਢਿਆ ਜਾਂਦਾ। ਤਾਂ ਸਾਗਰ ਸਮਰਾਟ। ONGC ਫੁੱਲ ਫਾਰਮ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ, OIL ਆਇਲ ਇੰਡੀਆ ਲਿਮਟਿਡ, ਇਹ ਵੀ ਫੁੱਲ ਫਾਰਮ ਤੁਸੀਂ ਯਾਦ ਕਰ ਸਕਦੇ ਹੋ। ਹੁਣ ਦੇਖੋ ਵੀ ਥੋੜ੍ਹਾ ਜਿਹਾ ਸਮਝ ਲਓ ਵੀ ਕਿਵੇਂ ਤੇਲ ਜਿਹੜਾ ਆ ਬਣਿਆ ਹੋਊਗਾ। ਹੁਣ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਆ, ਦੇਖੋ, ਇੱਕ ਨੌਨ ਪੋਰਸ, ਇੱਕ ਪੋਰਸ ਰੌਕ ਹੈ, ਇੱਕ ਨੌਨ ਪੋਰਸ ਰੌਕ ਆ। ਹੁਣ ਪੋਰਸ ਰੌਕ ਦੇ ਮਤਲਬ ਹੁੰਦਾ ਪੋਰ ਹੁੰਦਾ, ਛੋਟੇ ਛੋਟੇ ਐ ਪੋਰ ਬਣੇ ਹੁੰਦੇ ਆ। ਯਾਨੀ ਮੰਨ ਲਓ ਇੱਕ ਕੋਈ ਚੀਜ਼ ਹੈ, ਫੱਟਾ, ਉਹਦੇ ਵਿੱਚ ਨਿੱਕੀਆਂ ਨਿੱਕੀਆਂ ਮੂਰੀਆਂ ਕੱਢੀਆਂ, ਉਹਨੂੰ ਆਪਾਂ ਪੋਰ ਕਹਿ ਦਿੰਦੇ। ਹੁਣ ਆਹ ਉੱਪਰਲੀ ਜਿਹੜੀ ਪਰਤ ਹੈ ਨੌਨ ਪੋਰਸ ਆ, ਇਹਦੇ ਵਿੱਚ ਕੋਈ ਜਿਹੜਾ ਹੈਗਾ ਮੋਰੀਆਂ ਨਹੀਂ ਹੈਗੀਆਂ। ਆਹ ਥੱਲੇ ਵਾਲੀ ਪਰਤ ਜਿਹੜੀ ਹੈ ਨੌਨ ਪੋਰਸ, ਇਹਦੇ 'ਚ ਵੀ ਨਹੀਂ ਮੋਰੀਆਂ ਹੈਗੀਆਂ। ਯਾਨੀ ਪਾਣੀ ਜਿਹੜਾ ਇਹਦੇ 'ਚੋਂ ਆਰ ਪਾਰ ਨਹੀਂ ਜਾ ਸਕਦਾ। ਜੇਕਰ ਪਾਣੀ ਪਾਰ 'ਚ ਕੱਢ ਜਾਂਦਾ ਤਾਂ ਉਹ ਕਿਹੜੀ ਆ? ਉਹ ਪੋਰਸ ਆ। ਜੇਕਰ ਪਾਣੀ ਪਾਰ ਨਹੀਂ ਜਾਂਦਾ ਤਾਂ ਉਹ ਨੌਨ ਪੋਰਸ ਆ। ਹੁਣ ਥੱਲੇ ਵੀ ਚਟਾਨਾਂ ਸੀ ਕਈ ਖੇਤਰਾਂ ਦੇ ਵਿੱਚ, ਉਹਦੇ ਵਿੱਚ ਕੁਛ ਦੱਬਿਆ ਗਿਆ ਨਾ। ਠੀਕ ਹੈ, ਉੱਪਰ ਵੀ ਐਸੀ ਚਟਾਨ ਸੀ ਜਿਹਦੇ ਵਿੱਚੋਂ ਪਾਣੀ ਜਾਂ ਤੇਲ ਬਾਹਰ ਨਹੀਂ ਜਾ ਸਕਦਾ ਸੀ, ਉਹ ਅਤੇ ਉਹਦੇ ਵਿੱਚ ਕੁਛ ਏਰੀਆ ਫਸ ਗਿਆ ਜਿਹੜਾ ਆਹ ਖੇਤਰ। ਠੀਕ ਹੈ, ਇਹ ਜਦੋਂ ਫਸ ਗਿਆ ਤਾਂ ਇਹਦੇ ਤੋਂ ਜਿਹੜਾ ਜੋ ਨਿਚੋੜ ਨਿਕਲਿਆ ਉਹ ਆਹ ਆਇਲ ਫੀਲਡ, ਇੱਥੇ ਤੇਲ ਇਕੱਠਾ ਹੋ ਗਿਆ। ਠੀਕ ਹੈ, ਕਿਉਂਕਿ ਇਹ ਤੇਲ ਬਾਹਰ ਨਹੀਂ ਜਾ ਸਕਦਾ ਸੀਗਾ, ਕਿਉਂਕਿ ਧਰਤੀ ਦੇ ਹੇਠਾਂ ਆਪਾਂ ਦੇਖਦੇ ਹਾਂ ਜਦੋਂ ਹਿਲਜੁਲ ਹੁੰਦੀ ਆ ਜਾਂ ਲਾਵਾ, ਗਰਮ ਲਾਵਾ ਜਿਹੜਾ ਚੀਜ਼ ਨੂੰ ਜਿਹੜਾ ਭਾਫ ਦੇ ਰੂਪ ਵਿੱਚ ਬਾਹਰ ਕੱਢਦਾ, ਇੱਥੋਂ ਨਹੀਂ ਨਿਕਲ ਸਕਿਆ ਕਿਉਂਕਿ ਆਹ ਚਟਾਨਾਂ ਨੌਨ ਪੋਰਸ ਸੀਗੀਆਂ। ਅਤੇ ਉਹ ਸਾਰਾ ਸਮਾਨ ਇੱਥੇ ਹੀ ਬੰਦ ਪਿਆ। ਇਹਨੂੰ ਅਸੀਂ ਜਿਹੜਾ ਆਇਲ ਰਿਜ਼ਰਵੇਅਰ ਕਹਿੰਦੇ ਹਾਂ। ਇੱਦਾਂ ਕਰਕੇ ਜਿਹੜੇ ਤੇਲ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਮਿਲਦਾ ਆ। ਸੋ ਆਹ ਹੈਗਾ ਮੁੰਬਈ ਹਾਈ ਦਾ ਖੇਤਰ, ਨਕਸ਼ੇ 'ਚ ਆ ਜਾਂਦਾ ਤੁਹਾਨੂੰ। ਆਹ ਅਸਾਮ ਬਣਿਆ ਹੋਇਆ, ਅਸਾਮ ਨੂੰ ਸ਼ਾਰਟ ਫਾਰਮ, ਅਸਾਮ ਦੇ ਖੂੰਜੇ ਦੇ ਵਿੱਚ ਜਿਹੜਾ ਦੇਖੋ ਆਹ ਅਸਾਮ ਆ ਨਕਸ਼ੇ 'ਚ। ਅਤੇ ਇੱਥੇ ਡਿਗਬੋਈ ਵਾਲਾ, ਅਤੇ ਆਹ ਬੱਚਿਓ ਅੰਕਲੇਸ਼ਵਰ ਆ ਗੁਜਰਾਤ ਦੇ ਵਿੱਚ। ਇਹ ਤਿੰਨ ਸਥਾਨ ਆ ਜਿੱਥੇ ਤੇਲ ਜਿਹੜਾ ਕੱਢਿਆ ਜਾਂਦਾ ਆ। ਅੱਗੇ ਆ ਨੈਚੁਰਲ ਗੈਸ। ਹੁਣ ਜਿਨ੍ਹਾਂ ਖੇਤਰਾਂ ਵਿੱਚ ਤੇਲ ਮਿਲਦਾ ਤਕਰੀਬਨ ਉਹਨਾਂ ਖੇਤਰਾਂ 'ਚ ਗੈਸ ਮਿਲਦੀ ਆ। ਠੀਕ ਹੈ ਨਾ, ਕੁਛ ਖੇਤਰ ਹੈਗੇ ਜਿੱਥੇ ਤੇਲ ਹੀ ਮਿਲਦਾ, ਗੈਸ ਨਹੀਂ ਮਿਲਦੀ। ਪਰ ਮੋਸਟਲੀ ਕਿਉਂਕਿ ਜਿਹੜਾ ਤੇਲ ਆ ਨਾ, ਜਦੋਂ ਥੱਲੇ ਧਰਤੀ 'ਚੋਂ ਹੀਟ ਮਿਲੂਗੀ ਨਾ, ਤਾਂ ਉਹ ਤੇਲ ਜਿਹੜਾ ਭਾਫ ਦੇ ਰੂਪ ਜਦੋਂ ਉੱਪਰ ਨੂੰ ਉੱਡੂਗਾ, ਉਹੀ ਨੈਚੁਰਲ ਗੈਸ ਬਣਦੀ ਆ, ਕੁਦਰਤੀ ਗੈਸ ਉਹੀ ਬਣਦੀ ਹੈ। ਹੁਣ ਜਿਵੇਂ ਪਾਣੀ ਆਪਾਂ ਗੈਸ 'ਤੇ ਗਰਮ ਕਰਦੇ, ਪਾਣੀ ਜਿਹੜਾ ਭਾਫ ਦੇ ਰੂਪ 'ਚ ਉੱਡ ਜਾਂਦਾ ਨਾ, ਇੱਦਾਂ ਜਦੋਂ ਤੇਲ ਨੂੰ ਵੀ ਗਰਮ ਕਰਾਂਗੇ, ਤੇਲ ਦਾ ਵੀ ਕੁਛ ਹਿੱਸਾ ਉੱਡ ਜਾਂਦਾ। ਧਰਤੀ ਦੇ ਹੇਠਾਂ ਇੰਨੀ ਗਰਮੀ ਆ ਵੀ ਉਹ ਤੇਲ ਨੂੰ ਜਦੋਂ ਗਰਮ ਕਰਦੀ ਹੈ ਤਾਂ ਤੇਲ ਜਿਹੜਾ ਗੈਸ ਦੇ ਰੂਪ 'ਚ ਉੱਡ ਜਾਂਦਾ, ਉਹਨੂੰ ਆਪਾਂ ਕੁਦਰਤੀ ਗੈਸ ਕਹਿੰਦੇ ਹਾਂ। ਪੈਟਰੋਲੀਅਮ ਖੇਤਰਾਂ 'ਚ ਮਿਲਦੀ ਆ, ਵਾਤਾਵਰਨ ਨੂੰ ਖਰਾਬ ਨਹੀਂ ਕਰਦੀ ਕਿਉਂਕਿ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਕੰਟੈਂਟ ਆ ਉਹ ਘੱਟ ਹੁੰਦੇ ਆ।
ਜਦੋਂ ਉਹਨੂੰ ਯੂਜ਼ ਕਰਦੇ ਆ ਨਾ, ਆ ਦੇਖੋ ਕਾਰਬਨ ਡਾਈਆਕਸਾਈਡ ਦੀ ਐਮਿਸ਼ਨ ਵਰਡ ਹੈਗਾ ਇੱਕ ਵਰਡ, ਉਹ ਘੱਟ ਹੁੰਦੀ ਆ। ਇਸੇ ਕਰਕੇ ਦੇਖੋ ਹੁਣ ਦਿੱਲੀ ਵਰਗੇ ਸ਼ਹਿਰਾਂ 'ਚ ਜਾਂ ਅੱਜ ਕੱਲ੍ਹ ਨਵੇਂ ਜਿੰਨੇ ਵੀ ਆਉਂਦੇ ਪਏ ਨਾ, ਉਹ CNG ਵਾਲੇ ਆਉਂਦੇ ਪਏ ਆ, ਯਾਨੀ ਉਹਦੇ ਵਿੱਚ ਪੈਟਰੋਲ ਨਹੀਂ ਪੈਂਦਾ, ਉਹ 'ਚ ਗੈਸ ਭਰੀ ਜਾਂਦੀ ਹੈ, ਕਿਉਂਕਿ ਉਹ ਪੋਲਿਊਸ਼ਨ ਨਹੀਂ ਕਰਦੇ, ਕਾਰਬਨ ਡਾਈਆਕਸਾਈਡ ਘੱਟ ਛੱਡਦੇ ਆ। ਫਿਰ ਅੱਗੇ HVI ਪਾਈਪਲਾਈਨ, ਹਜ਼ਾਰਾ, ਵੀਜ਼ਾਪੁਰ ਅਤੇ ਜਗਦੀਸ਼ਪੁਰ, ਇਹ 3 ਜਗ੍ਹਾ, H ਤੋਂ ਹਜ਼ਾਰਾ, V ਤੋਂ ਵੀਜ਼ਾਪੁਰ, J ਤੋਂ ਜਗਦੀਸ਼ਪੁਰ ਪਾਈਪਲਾਈਨ ਬਣੀ ਹੋਈ ਆ, ਬਹੁਤ ਲੰਮੀ ਆ। ਯਾਨੀ ਪਾਈਪ ਦੇ ਰਸਤੇ ਗੈਸ ਜਿਹੜੀ ਇੱਕ ਥਾਂ ਤੋਂ ਦੂਜੇ ਥਾਂ 'ਤੇ ਪਹੁੰਚਾਈ ਜਾਂਦੀ ਹੈ। 1730 ਕਿਲੋਮੀਟਰ ਲੰਮੀ ਆ ਬੱਚਿਓ, ਔਰ ਇਹਦੇ ਰਸਤੇ ਵਿੱਚ 6 ਖਾਦ ਕਾਰਖਾਨੇ ਆਉਂਦੇ ਅਤੇ 3 ਬਿਜਲੀ ਪੈਦਾ ਕਰਨ ਵਾਲੇ ਕੇਂਦਰ ਆਉਂਦੇ ਆ। ਕੁਦਰਤੀ ਗੈਸ ਤੋਂ ਜਿਹੜੀ ਆ ਖਾਦ ਬਣਾਈ ਜਾਂਦੀ ਆ ਅਤੇ ਨਾਲ ਬਿਜਲੀ ਤਿਆਰ ਕੀਤੀ ਜਾਂਦੀ ਆ। ਅਤੇ 1730 ਕਿਲੋਮੀਟਰ ਲੰਬੀ ਪਾਈਪਲਾਈਨ ਸਭ ਤੋਂ ਵੱਡੀ ਪਾਈਪਲਾਈਨ ਭਾਰਤ ਦੀ ਜਿਹੜੀ ਹੈ HVI ਪਾਈਪਲਾਈਨ ਉਹਨੂੰ ਕਹਿੰਦੇ ਆ। ਹੁਣ ਅੱਗੇ ਸ਼ਾਰਟ ਫਾਰਮ ਹੈਗੇ ਆ CNG, ਕੰਪਰੈਸਡ ਨੈਚੁਰਲ ਗੈਸ, LPG, ਲਿਕੁਈਫਾਈਡ ਪੈਟਰੋਲੀਅਮ ਗੈਸ, ਗੇਲ, ਗੈਸ ਅਥਾਰਟੀ ਆਫ ਇੰਡੀਆ, IOC, ਇੰਡੀਅਨ ਆਇਲ ਕਾਰਪੋਰੇਸ਼ਨ, ONGC ਪੜ੍ਹ ਚੁੱਕੇ ਆਪਾਂ, HPC, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ। ਸੋ ਆਹ ਗੱਲ ਕੀਤੀ ਸੀ ਆਪਾਂ, ਆਹ ਹਜੀਰਾ ਤੋਂ ਲੈ ਕੇ ਫਿਰ ਵੀਜ਼ਾਪੁਰ ਵਿੱਚ ਆ ਜਾਂਦਾ, ਫਿਰ ਜਗਦੀਸ਼ਪੁਰ। ਸੋ ਇਹ 3 ਖੇਤਰ ਆ, ਇਹ ਸਾਰੇ ਆ ਦੇਖੋ ਗੁਜਰਾਤ, ਫਿਰ ਆਹ ਗੁਜਰਾਤ ਆ, ਆਹ ਮੱਧ ਪ੍ਰਦੇਸ਼ ਆ, ਆਹ ਉੱਤਰ ਪ੍ਰਦੇਸ਼ ਆ, ਆਹ ਹਰਿਆਣੇ 'ਚ ਜਾ ਕੇ ਜਿਹੜਾ ਖਤਮ ਆ। ਇਹ 1730 ਕਿਲੋਮੀਟਰ ਲੰਮੀ ਜਿਹੜੀ ਆ ਪਾਈਪਲਾਈਨ ਹੈਗੀ ਆ। ਗੈਸ ਜਿਹੜੀ ਆ ਇੱਥੋਂ ਟਰੈਵਲ ਕਰਕੇ ਇਹ ਤੇ ਰੂਹ ਇੱਥੋਂ ਤੱਕ ਸਰਕਲ 'ਚ ਇਹ ਜਾਈ ਜਾਂਦੀ ਆ। ਇਹ HVI ਪਾਈਪਲਾਈਨ ਆ। ਆਹ ਨੈਚੁਰਲ ਗੈਸ ਆ। ਇਸ ਖੇਤਰ ਵਿੱਚ ਗੈਸ ਸਭ ਤੋਂ ਵੱਧ ਮਿਲਦੀ ਆ। ਕਿਹੜਾ ਖੇਤਰ ਆ? ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਾਲਾ ਖੇਤਰ ਆ। ਬਾਕੀ ਵੀ ਅਸਾਮ ਵਾਲੇ ਪਾਸੇ ਤ੍ਰਿਪੁਰਾ ਹੁਣ ਇੱਧਰ ਵੀ ਮਿਲਦੀ, ਪਰ ਥੋੜ੍ਹੀ ਇੱਧਰ ਮਿਲਦੀ ਆ। ਅੱਗੇ ਆ ਥਰਮਲ ਪਾਵਰ, ਯਾਨੀ ਤਾਪ ਸ਼ਕਤੀ। ਕੋਲਾ ਕੁਦਰਤ ਗੈਸ ਖਣਿਜ ਤੇਲ ਨੂੰ ਜਲਾਉਣ ਨਾਲ ਤਿਆਰ ਕੀਤੀ ਜਾਂਦੀ ਆ। ਯਾਨੀ ਜਿਹੜੀ ਤਾਪ ਸ਼ਕਤੀ ਆ, ਕੋਲੇ ਨੂੰ ਜਦੋਂ ਆਪਾਂ ਬਾਲਦੇ ਆ ਨਾ, ਤਾਂ ਜਿਹੜੀ ਪਾਵਰ ਪੈਦਾ ਹੁੰਦੀ ਆ ਉਹ ਉਹਨੂੰ ਅਸੀਂ ਥਰਮਲ ਪਾਵਰ ਕਹਿੰਦੇ ਆ। ਦੇਸ਼ ਵਿੱਚ ਸਭ ਤੋਂ ਵੱਧ ਬਿਜਲੀ ਤਾਪ ਸ਼ਕਤੀ ਨਾਲ ਤਿਆਰ ਕੀਤੀ ਜਾਂਦੀ ਆ। 74.9% ਬਿਜਲੀ ਜਿਹੜੀ ਆ ਤਾਪ ਸ਼ਕਤੀ ਨਾਲ, ਯਾਨੀ ਕੋਲਾ, ਕੁਦਰਤੀ ਗੈਸ ਅਤੇ ਖਣਿਜ ਤੇਲ ਨੂੰ ਬਾਲ ਕੇ ਤਿਆਰ ਕੀਤੀ ਜਾਂਦੀ ਹੈ। ਜਿਹੜੀ ਬੁਝੀ ਹੋਈ ਰਾਖ ਆ ਨਾ, ਬਹੁਤ ਰਾਖ ਇਕੱਠੀ ਹੁੰਦੀ, ਕੋਲਾ ਜਿੰਨਾ ਬਾਲਿਆ ਉਹਦੀ ਜਿੰਨੀ ਰਾਖ ਇਕੱਠੀ ਹੋਣੀ, ਉਹ ਬਾਅਦ 'ਚ ਪ੍ਰਦੂਸ਼ਣ ਫੈਲਾਉਂਦੀ ਆ। ਫੋਜ਼ਲ ਫਿਊਲ ਜਿਹੜੇ ਆ, ਇਹਨਾਂ ਸਾਰਿਆਂ ਨੂੰ ਆਪਾਂ ਫੋਜ਼ਲ ਫਿਊਲ ਕਹਿੰਦੇ। ਕਿਹਨੂੰ? ਕੋਲਾ, ਕੁਦਰਤੀ ਗੈਸ ਅਤੇ ਖਣਿਜ ਤੇਲ ਨੂੰ ਅਸੀਂ ਫੋਜ਼ਲ ਫਿਊਲ ਕਹਿੰਦੇ ਹਾਂ, ਜੈਵਿਕ ਬਾਲਣ। ਪੰਜਾਬ ਵਿੱਚ ਰੋਪੜ ਅਤੇ ਬਠਿੰਡਾ 2 ਥਾਵਾਂ ਦੇ ਉੱਤੇ ਜਿਹੜਾ ਆ ਥਰਮਲ ਪਾਵਰ ਪਲਾਂਟ ਲੱਗੇ ਆ। ਲਹਿਰਾ ਮੁਹੱਬਤ ਜਗ੍ਹਾ ਆ ਬਠਿੰਡੇ 'ਚ। ਫਿਰ ਹੁਣ ਸ਼੍ਰੀ ਹਰਗੋਬਿੰਦ ਥਰਮਲ ਪਾਵਰ ਸਟੇਸ਼ਨ ਵੀ 29 ਦਸੰਬਰ 1997 ਨੂੰ ਨਵਾਂ ਸ਼ੁਰੂ ਕੀਤਾ ਗਿਆ ਆ ਪੰਜਾਬ ਦੇ ਵਿੱਚ। ਸੋ ਆਹ ਦੇਖੋ ਬੱਚੋ, ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਜਿਹੜੇ ਨਿੱਕੇ ਇਹ ਸਾਰੇ ਥਰਮਲ ਪਾਵਰ ਪਲਾਂਟ ਆ। ਦੇਸ਼ ਵਿੱਚ ਬਿਜਲੀ ਜਿਹੜੀ ਆ ਉਹ ਤਕਰੀਬਨ 70% ਤੋਂ ਉੱਪਰ, ਜਿਹੜੀ 74 ਕੁਛ ਪ੍ਰਤੀਸ਼ਤ ਜਿਹੜੀ ਇਸ ਤੋਂ ਹੀ ਤਿਆਰ ਕੀਤੀ ਜਾਂਦੀ ਆ। ਅੱਗੇ ਹਾਈਡਰੋ ਇਲੈਕਟ੍ਰਿਸਿਟੀ, ਪਨ ਬਿਜਲੀ ਜਿਹਨੂੰ ਕਹਿੰਦੇ, ਪਾਣੀ ਤੋਂ ਤਿਆਰ ਹੋਣ ਵਾਲੀ ਬਿਜਲੀ। ਵਹਿੰਦੇ ਹੋਏ ਪਾਣੀ ਤੋਂ ਤਿਆਰ ਕੀਤੀ ਜਾਂਦੀ ਆ। ਜਿਵੇਂ ਨਦੀਆਂ ਦਰਿਆਵਾਂ 'ਚ ਜਿਹੜੀਆਂ ਚੱਲਦੀਆਂ, ਜਿਵੇਂ ਆਪਾਂ ਦੇਖਦੇ ਹਾਂ ਭਾਖੜਾ ਡੈਮ ਜਿਹੜਾ, ਉਹ ਤੋਂ ਬਿਜਲੀ ਤਿਆਰ ਕੀਤੀ ਜਾਂਦੀ। ਨਵਿਆਉਣਯੋਗ ਸਾਧਨ ਆ, ਯਾਨੀ ਪਾਣੀ ਤਾਂ ਬਾਰ-ਬਾਰ ਆਉਂਦਾ ਰਹਿੰਦਾ, ਬਰਫ਼ ਪਿਘਲਦੀ ਰਹਿੰਦੀ ਹੈ, ਬਾਰਿਸ਼ਾਂ ਹੁੰਦੀਆਂ ਆ। ਬਹੁਉਦੇਸ਼ੀ ਯੋਜਨਾ ਯਾਨੀ ਇਕੱਲਾ ਇੱਕ ਕੰਮ ਨਹੀਂ ਹੁੰਦਾ, ਪਾਣੀ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ, ਬਿਜਲੀ ਤਿਆਰ ਕੀਤੀ ਜਾਂਦੀ ਆ। ਫਿਰ ਉਸ ਪਾਣੀ ਨੂੰ ਸਿੰਚਾਈ ਲਈ ਖੇਤਾਂ 'ਚ ਭੇਜਿਆ ਜਾਂਦਾ ਆ। ਫਿਰ ਉੱਥੇ ਮੱਛੀਆਂ ਪਾਲੀਆਂ ਜਾਂਦੀਆਂ ਆ। ਫਿਰ ਉੱਥੇ ਜਿਹੜਾ ਪਿਕਨਿਕ ਸਪੌਟ ਬਣੇ ਹੋਏ, ਘੁੰਮਣ ਫਿਰਨ ਨੂੰ ਜਿਹੜਾ ਆ, ਉਹਨਾਂ ਕਿਸ਼ਤੀਆਂ ਰੱਖੀਆਂ ਹੋਈਆਂ ਆ ਅਤੇ ਬਤਕਾਂ ਕਈ ਕੁਛ ਹੁੰਦਾ। ਇਹਨੂੰ ਅਸੀਂ ਕਹਿੰਦੇ ਬਹੁਉਦੇਸ਼ੀ ਯੋਜਨਾ। ਭਾਖੜਾ ਨੰਗਲ, ਇਹ ਜਿਹੜੀ ਯੋਜਨਾ ਸੀਗੀ 1966 ਵਿੱਚ ਸ਼ੁਰੂ ਹੋਈ। ਦਮੋਦਰ ਨਦੀ ਘਾਟੀ ਯੋਜਨਾ, ਇਹ ਦਮੋਦਰ ਨਦੀ 'ਤੇ ਬਣੀ ਹੋਈ ਵੀ ਬਹੁਤ ਵੱਡੀ ਬਹੁਉਦੇਸ਼ੀ ਯੋਜਨਾ ਆ। 1995-96 'ਚ 23.5% ਬਿਜਲੀ ਪਾਣੀ ਤੋਂ ਤਿਆਰ ਕੀਤੀ ਗਈ ਸੀ। ਠੀਕ ਹੈ, ਯਾਨੀ ਸਭ ਤੋਂ ਵੱਧ ਬਿਜਲੀ ਤਿਆਰ ਹੁੰਦੀ ਆ ਥਰਮਲ ਤੋਂ, ਯਾਨੀ ਕੋਲੇ ਤੋਂ, ਕੁਦਰਤੀ ਗੈਸ ਤੋਂ ਅਤੇ ਪੈਟਰੋਲ ਤੋਂ। ਉਸ ਤੋਂ ਬਾਅਦ ਤਿਆਰ ਹੁੰਦੀ ਹੈ ਪਾਣੀ ਤੋਂ।
23.5%। ਆਹ ਦੇਖੋ, ਆਹ ਹੈਗਾ ਪਿੱਛੇ ਪਾਣੀ ਆ ਗੇਟ ਬਣੇ ਹੋਏ ਆ, ਇੱਥੇ ਥੱਲੇ ਟਰਬਾਈਨਾਂ ਲੱਗੀਆਂ ਹੋਈਆਂ, ਇੱਥੋਂ ਫਿਰ ਪਾਣੀ ਛੱਡਿਆ ਜਾਂਦਾ ਹੈ, ਟਰਬਾਈਨ ਘੁੰਮਦੀ ਆ, ਸਾਰੀਆਂ ਟਰਬਾਈਨਾਂ ਘੁੰਮਦੀਆਂ ਅਤੇ ਫਿਰ ਨਾਲ ਹੀ ਪਾਵਰ ਸਟੇਸ਼ਨ ਹੁੰਦਾ ਆ, ਜਿੱਥੋਂ ਬਿਜਲੀ ਨੂੰ ਜਿਹੜਾ ਕਨਵਰਟ ਕਰਕੇ ਇਹਨਾਂ ਟਰਬਾਈਨਾਂ ਤੋਂ ਬਿਜਲੀ ਤਿਆਰ ਕਰਕੇ ਅੱਗੇ ਤੋਂ ਅੱਗੇ ਭੇਜੀ ਜਾਂਦੀ ਆ। ਸਾਡੇ ਭਾਖੜਾ ਡੈਮ 'ਚ ਵੀ ਇੱਦਾਂ ਹੀ ਹੁੰਦਾ। ਆਹ ਸਾਰੇ ਪ੍ਰੋਜੈਕਟ ਹੈਗੇ ਆ ਹਾਈਡਰੋ ਪ੍ਰੋਜੈਕਟ, ਪਾਵਰ ਪ੍ਰੋਜੈਕਟ, ਜਿੰਨੇ ਲਾਲ ਲਾਲ ਪੁਆਇੰਟ ਹੈਗੇ ਆ ਇਹ ਸਾਰੇ ਪਾਵਰ ਪ੍ਰੋਜੈਕਟ ਆ। ਅੱਗੇ ਆ ਪਰਮਾਣੂ ਸ਼ਕਤੀ ਜਾਂ ਅਣੂ ਸ਼ਕਤੀ, ਨਿਊਕਲੀਅਰ ਪਾਵਰ ਔਰ ਐਟੋਮਿਕ ਐਨਰਜੀ। ਹੁਣ ਕੀ ਆ, ਜਿੰਨੇ ਵੀ ਸਾਡੇ ਕੋਲ ਕੋਲਾ, ਕੁਦਰਤੀ ਗੈਸ, ਪੈਟਰੋਲ, ਜਿਹੜੇ ਫੋਜ਼ਲ ਫਿਊਲਸ ਹੈਗੇ, ਇਹ ਬਹੁਤ ਜ਼ਿਆਦਾ ਅਸੀਂ ਵਰਤ ਲਏ ਆ। ਹੁਣ ਡਿਪਲੀਸ਼ਨ ਮਤਲਬ ਖਤਮ ਹੋ ਰਹੇ ਆ, ਕਿਸੇ ਸਮੇਂ ਇਹਨਾਂ ਨੇ ਬਿਲਕੁਲ ਖਤਮ ਹੋ ਜਾਣਾ। ਫਿਰ ਕੀ ਆ, ਇਹਨਾਂ ਦਾ ਪ੍ਰਾਈਸ ਵੀ ਜ਼ਿਆਦਾ ਆ। ਇਸ ਕਰਕੇ ਜਿਹੜਾ ਆ ਇਹਨਾਂ ਚੀਜ਼ਾਂ ਤੋਂ ਬਾਅਦ ਜੇਕਰ ਮੰਨ ਲਓ ਇਹ ਖਤਮ ਹੋ ਜਾਂਦੇ ਆ ਤਾਂ ਖਤਮ ਹੋ ਹੀ ਜਾਂਦੇ, ਖਤਮ ਹੋ ਰੁਕੇ ਆ ਅਤੇ ਹੋ ਵੀ ਚੁੱਕੇ ਆ। ਇਸੇ ਕਰਕੇ ਸਾਨੂੰ ਪਰਮਾਣੂ ਸ਼ਕਤੀ ਦੀ ਜ਼ਿਆਦਾ ਲੋੜ ਆ। ਕਿੱਦਾਂ ਹੁੰਦੀ ਤਿਆਰ? ਐਟਮਸ ਦੀ ਅਲਟਰੇਸ਼ਨ ਨਾਲ। ਅਣੂ ਜਿਹੜੇ ਹੈਗੇ ਆ ਉਹ ਜਦੋਂ ਆਪਾਂ ਤੁਸੀਂ ਸਾਇੰਸ 'ਚ ਪੜ੍ਹਿਆ ਹੋਣਾ, ਉਹ ਮਲਟੀਪਲਾਈ ਹੁੰਦੇ ਫਿਊਜ਼ਨ ਇਫੈਕਟ ਦੇ ਨਾਲ। ਫਿਰ ਉਹ ਜਿਹੜੇ ਹੀਟ ਪ੍ਰੋਡਿਊਸ ਕਰਦੇ ਉਹ ਤੋਂ ਬਿਜਲੀ ਤਿਆਰ ਕੀਤੀ ਜਾਂਦੀ। ਤਾਂ ਕੁਛ ਇੰਪੋਰਟੈਂਟ ਜਿਹੜੇ ਪਰਮਾਣੂ ਪਦਾਰਥ ਹੈਗੇ ਆ, ਯੂਰੇਨੀਅਮ, ਥੋਰੀਅਮ, ਚੈਰੋਲੇਟ, ਜੈਕੋਨੀਅਮ, ਪਲੇਸਰ, ਇਹ ਕੁਛ ਪਦਾਰਥ ਹੈਗੇ ਜਿਨ੍ਹਾਂ ਦੀ ਵਰਤੋਂ ਜਿਹੜੀ ਆਪਾਂ ਕਰਦੇ ਹਾਂ ਅਤੇ ਤਾਂ ਜਾ ਕੇ ਜਿਹੜਾ ਇਹ ਸਾਡੇ ਲਈ ਬਹੁਤ ਯੂਜ਼ਫੁਲ ਹੁੰਦਾ ਹੈ। ਤਾਂ ਕੁਛ ਕੇਂਦਰ ਹੈਗੇ ਜਿਵੇਂ ਤਾਰਾਪੁਰ ਆ, ਰਾਵਤ ਭਾਟਾ ਆ, ਕਲਪੱਕਮ ਆ, ਨਰੋਰਾ ਆ, 4 ਪ੍ਰਮੁੱਖ ਪਰਮਾਣੂ ਕੇਂਦਰ ਆ ਸਾਡੇ ਦੇਸ਼ ਦੇ ਵਿੱਚ। ਇਸ ਤੋਂ ਇਲਾਵਾ ਝਾਰਖੰਡ, ਅਰਾਵਲੀ ਰੇਂਜ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ, ਅਤੇ ਮੋਨੋਜ਼ਿਟ ਸੈਂਡ ਜਿਹੜੀ ਏਰੀਆ ਉਹਦੇ ਵਿੱਚ ਵੀ ਥੋਰੀਅਮ ਬਹੁਤ ਮਾਤਰਾ 'ਚ ਮਿਲਦਾ ਕੇਰਲਾ 'ਚ। ਅਤੇ 2% ਬਿਜਲੀ ਤਿਆਰ ਹੁੰਦੀ ਆ ਪਰਮਾਣੂ ਸ਼ਕਤੀ ਤੋਂ, ਨਿਊਕਲੀਅਰ ਪਾਵਰ ਤੋਂ ਥੋੜ੍ਹੀ ਤਿਆਰ ਹੁੰਦੀ ਆ। ਠੀਕ ਹੈ, ਤੀਜੇ ਨੰਬਰ 'ਤੇ ਇੱਥੋਂ ਤਿਆਰ ਹੁੰਦੀ ਆ। ਪਰਮਾਣੂ ਕੁਛ ਕੇਂਦਰ ਦਿੱਤੇ ਹੋਏ ਆ ਜਿਨ੍ਹਾਂ ਦੀ ਆਪਾਂ ਪਿੱਛੇ ਗੱਲ ਕੀਤੀ ਸੀ, ਤਿਆਰ ਕਰਦੇ। ਆਹ ਹੈਗਾ ਨਿਊਕਲੀਅਰ ਪਾਵਰ ਪਲਾਂਟ। ਆ ਦੇਖੋ ਕਿੱਡਾ ਵੱਡਾ ਪਲਾਂਟ ਹੈਗਾ, ਇਹ 'ਚ ਪਰਮਾਣੂ ਸ਼ਕਤੀ ਦੇ ਨਾਲ ਜਿਹੜਾ ਬਿਜਲੀ ਤਿਆਰ ਕੀਤੀ ਜਾਂਦੀ ਆ। ਅਗਲਾ ਆ ਸੂਰਜੀ ਸ਼ਕਤੀ। ਅੱਜ ਕੱਲ੍ਹ ਇਸ ਦੀ ਵਰਤੋਂ ਸਭ ਤੋਂ ਵੱਧ ਹੋ ਰਹੀ। ਆਪਣੇ ਘਰਾਂ ਦੇ ਵਿੱਚ ਵੀ ਤੁਸੀਂ ਦੇਖੋਗੇ, ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਨੇ ਆਪਣੀ ਛੱਤਾਂ ਦੇ ਉੱਤੇ ਪਲੇਟਾਂ ਲਾਈਆਂ ਹੋਈਆਂ, ਔਰ ਸਭ ਤੋਂ ਵਧੀਆ ਸਾਧਨ ਆ ਇਹ। ਠੀਕ ਹੈ, ਇੱਕ ਵਾਰੀ ਬਹੁਤ ਪੈਸਾ ਲੱਗਦਾ, ਪਰ ਉਹ ਜਿਹੜਾ ਆ ਮੁੜ ਕੇ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦਾ ਆ। ਕਿਉਂਕਿ ਰੋਜ਼ ਸੂਰਜ ਜਿਹੜਾ ਚਮਕਦਾ ਹੈ ਵੀ ਉੱਤੇ ਲਾਈਟ ਪੈਂਦੀ ਆ, ਡਾਇਰੈਕਟ ਆਪਾਂ ਯੂਜ਼ ਕਰਦੇ ਹਾਂ ਉਹਨੂੰ। ਹੁਣ ਇਹ ਕਿੱਦਾਂ ਤਿਆਰ ਹੁੰਦੀ ਹੈ? ਇਹਦੇ ਵਿੱਚੋਂ ਸਾਨੂੰ PV ਟੈਕਨੋਲੋਜੀ ਯਾਨੀ ਫੋਟੋਵੋਲਟਿਕ ਕਰੰਟ ਜਿਹੜਾ ਉਹ ਤਕਨੀਕ ਜਿਹੜੀ ਆ ਉਹ ਇਸ ਨੂੰ ਤਿਆਰ ਕਰਦੀ ਹੈ। ਰਾਜਸਥਾਨ ਦੇ ਵਿੱਚ ਸਭ ਤੋਂ ਵੱਡਾ ਹੈਗਾ ਬਦਲਾ ਨਾਂ ਦੀ ਜਗ੍ਹਾ ਦੇ ਵਿੱਚ ਪਲਾਂਟ ਹੈਗਾ, ਸੋਲਰ ਪਾਵਰ ਪਲਾਂਟ, ਜਿਹਦੇ 'ਚੋਂ 2250 ਮੈਗਾਵਾਟ ਬਿਜਲੀ ਤਿਆਰ ਕੀਤੀ ਜਾਂਦੀ ਹੈ। ਹੁਣ ਕੀ ਆ, ਪੇਂਡੂ ਘਰਾਂ ਦੇ ਵਿੱਚ ਕਾਫੀ ਸੁਧਾਰ ਹੋ ਗਿਆ, ਕਿਉਂਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਸੀ ਪਹੁੰਚਦੀ, ਹੁਣ ਲੋਕਾਂ ਵਾਸਤੇ ਸਰਕਾਰ ਨੇ ਜਾਂ ਪਿੰਡ ਵਾਲਿਆਂ ਨੇ ਹੈਲਪ ਕਰਕੇ ਉੱਥੇ ਬਹੁਤ ਵੱਡੇ ਵੱਡੇ ਸੋਲਰ ਪਲਾਂਟ ਲਾਤੇ ਤਾਂ ਕਿ ਸਾਰੇ ਲੋਕਾਂ ਨੂੰ ਬਿਜਲੀ ਮਿਲ ਸਕੇ। ਫਿਰ ਅੱਗੇ ਅਸੀਂ ਲੱਕੜਾਂ ਦਾ, ਪਾਥੀਆਂ ਦਾ ਇਸਤੇਮਾਲ ਕਰਦੇ ਸੀ। ਹੁਣ ਜਦੋਂ ਬਿਜਲੀ ਦਾ ਇਸਤੇਮਾਲ ਹੋਣ ਲੱਗ ਪਿਆ ਤਾਂ ਲੱਕੜਾਂ ਦਾ ਇਸਤੇਮਾਲ ਘੱਟ ਗਿਆ ਅਤੇ ਆਪਾਂ ਦਰਖਤ ਵੱਢਣੇ ਜਿਹੜੇ ਘੱਟ ਕਰਤੇ ਇੱਧਰ। ਠੀਕ ਹੈ, ਗਰੀਨਰੀ ਬਣੀ ਰਹੀ, ਕਿਉਂਕਿ ਸਾਨੂੰ ਪਤਾ ਵੀ ਸਾਨੂੰ 33% ਹਿੱਸਾ ਜਿਹੜਾ ਜੰਗਲੀ ਰੱਖਣਾ ਜ਼ਰੂਰੀ ਹੈ ਆਪਣੇ ਸਿਹਤ ਵਾਸਤੇ। ਫਿਰ ਜਿਹੜੀਆਂ ਪਾਥੀਆਂ ਸੀਗੀਆਂ ਉਹਦਾ ਇਸਤੇਮਾਲ ਘੱਟ ਕਰਤਾ। ਜਦੋਂ ਪਾਥੀਆਂ ਦਾ ਇਸਤੇਮਾਲ ਘੱਟ ਕੀਤਾ ਤਾਂ ਜਿਹੜੀਆਂ ਪਾਥੀਆਂ ਅਸੀਂ ਗੋਹੇ ਤੋਂ ਬਣਾਉਂਦੇ ਸੀ ਉਹ ਗੋਹੇ ਦੀ ਖਾਦ ਬਣਨ ਲੱਗ ਪਈ। ਉਹ ਖਾਦ ਅਸੀਂ ਖੇਤਾਂ 'ਚ ਵਰਤਣ ਲੱਗ ਪਏ। ਪਾਥੀਆਂ ਇੱਕ ਤਾਂ ਅੱਗ ਬਾਲਦੀਆਂ ਸੀ, ਦੂਜਾ ਪ੍ਰਦੂਸ਼ਣ ਕਰਦੀਆਂ ਸੀ ਧੂਏ ਦੇ ਨਾਲ, ਉਹ ਪ੍ਰਦੂਸ਼ਣ ਵੀ ਬਚ ਗਿਆ। ਠੀਕ ਹੈ ਨਾ, ਤਾਂ ਸਾਡਾ ਜਿਹੜਾ ਐਨਵਾਇਰਨਮੈਂਟ ਸਾਫ਼ ਸੁਥਰਾ ਹੋਣ ਲੱਗ ਪਿਆ। ਇਸ ਕਰਕੇ ਸੋਲਰ ਐਨਰਜੀ ਬਹੁਤ ਯੂਜ਼ਫੁਲ ਹੈ ਸਾਡੇ ਲਈ। ਆਹ ਦੇਖੋ ਕਿੱਡਾ ਵੱਡਾ ਪਲਾਂਟ ਹੈਗਾ, ਇਹ ਰਾਜਸਥਾਨ ਦੇ ਵਿੱਚ ਬਦਲਾ ਨਾਂ ਦੀ ਜਗ੍ਹਾ 'ਤੇ ਲੱਗਾ ਹੋਇਆ। ਕਿੱਡੀਆਂ ਪਲੇਟਾਂ ਲੱਗੀਆਂ ਹੋਈਆਂ, ਇਹਦੇ ਨਾਲ ਜਿਹੜਾ ਕਿੰਨੇ ਵੱਡੇ ਏਰੀਏ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ। ਆਹ ਸਾਰੇ ਸੋਲਰ ਪਾਵਰ ਪਲਾਂਟ ਹੈਗੇ, ਸਾਰੇ ਦੇਸ਼ ਦੇ ਵਿੱਚ ਫੈਲੇ ਹੋਏ ਆ। ਅਗਲਾ ਆ ਵਿੰਡ ਐਨਰਜੀ, ਪੌਣ ਸ਼ਕਤੀ। ਵੱਡੀਆਂ ਵੱਡੀਆਂ ਪੌਣ ਚੱਕੀਆਂ ਲੱਗੀਆਂ ਹੋਈਆਂ, ਇਹ ਉਸ ਖੇਤਰ 'ਚ ਲੱਗਦੀਆਂ ਜਿੱਥੇ ਹਵਾ ਬਹੁਤ ਤੇਜ਼ ਚੱਲਦੀ ਆ ਅਤੇ ਹਵਾ ਦੇ ਚੱਲਣ ਨਾਲ ਇਹ ਘੁੰਮਦੀਆਂ ਅਤੇ ਘੁੰਮਣ ਦੇ ਨਾਲ ਜਿਹੜਾ ਇਹ ਹੀਟ ਪ੍ਰੋਡਿਊਸ ਕਰਦੀਆਂ ਅਤੇ ਹੀਟ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ। ਭਾਰਤ ਦੇ ਵਿੱਚ ਆਹ ਖੇਤਰ ਆ ਜਿਹੜਾ ਪੱਛਮੀ ਤੱਟ ਦਾ ਖੇਤਰ ਜਿਹੜਾ ਹੈਗਾ, ਇਹਦੇ ਵਿੱਚ ਹਵਾਵਾਂ ਬਹੁਤ ਤੇਜ਼ ਚੱਲਦੀਆਂ ਅਤੇ ਇੱਥੇ ਬਹੁਤ ਵੱਡੀ ਸੰਭਾਵਨਾ ਆ। ਕਾਹਦੀ ਸੰਭਾਵਨਾ? ਪੌਣ ਸ਼ਕਤੀ ਦੀ।
ਅੱਗੇ ਆ ਟਾਈਡਲ એનર્ਜੀ। ਜਵਾਰ ਭਾਟੇ ਤੋਂ ਜਵਾਰੀ ਸ਼ਕਤੀ ਜਿਹੜੀ ਆ ਉਹ ਜਿਹੜੀ ਆਪਾਂ ਤਿਆਰ ਕਰਦੇ ਹਾਂ, ਇਹ ਹੈ ਪ੍ਰੋਸੈਸ ਜਿਹੜਾ ਹਾਲੀ ਸਾਡੇ ਦੇਸ਼ ਦੇ ਵਿੱਚ ਬਹੁਤ ਘੱਟ ਆ। 1-2 ਥਾਵਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਚਲਾਉਣ ਦੀ। ਇਹਦੇ ਵਿੱਚ ਕੀ ਹੁੰਦਾ, ਦੇਖੋ ਬੱਚਿਓ, ਆਹ ਸਮੁੰਦਰ ਆ। ਹੁਣ ਕੀ ਹੁੰਦਾ, ਸਮੁੰਦਰ ਦੇ ਵਿੱਚ ਕਈ ਵਾਰੀ ਛੱਲਾਂ ਬਹੁਤ ਉੱਚੀਆਂ ਆਉਂਦੀਆਂ, ਬਹੁਤ ਦੂਰ ਤੱਕ ਜਾਂਦੀਆਂ। ਠੀਕ ਹੈ, ਉਹ ਜਦੋਂ ਚੰਦਰਮਾ ਤੇ ਧਰਤੀ ਦੀ ਗੁਰਤਾ ਸ਼ਕਤੀ ਦੇ ਨਾਲ ਜਦੋਂ ਕੁਛ ਮੂਵਮੈਂਟ ਹੁੰਦੀ ਆ, ਜਦੋਂ ਚੰਦਰਮਾ ਧਰਤੀ ਦੇ ਲਾਗੇ ਆਉਂਦਾ ਆ, ਤਾਂ ਸਮੁੰਦਰ ਦੀਆਂ ਛੱਲਾਂ ਜਿਹੜੀਆਂ ਉੱਚੀਆਂ ਉੱਚੀਆਂ ਉੱਠਦੀਆਂ ਅਤੇ ਕੰਢਿਆਂ 'ਚ ਬਹੁਤ ਦੂਰ ਤੱਕ ਜਾਂਦੀਆਂ। ਤਾਂ ਆਹ ਮੰਨ ਲਓ ਸਮੁੰਦਰ ਦਾ ਕੰਢਾ ਆ, ਇਹ ਛੱਲ ਇੱਥੋਂ ਚੱਲਦੀ ਹੋਈ ਇੱਥੋਂ ਤੱਕ ਪਹੁੰਚ ਜਾਂਦੀ, ਬਹੁਤ ਸਾਰਾ ਪਾਣੀ ਲੈ ਕੇ, ਬਹੁਤ ਉੱਚੀਆਂ ਹੋ ਜਾਂਦੀਆਂ, ਬਹੁਤ ਦੂਰ ਤੱਕ ਜਾਂਦੀਆਂ। ਠੀਕ ਹੈ, ਅਤੇ ਜਦੋਂ ਇੱਥੋਂ ਤੱਕ ਪਹੁੰਚ ਜਾਂਦੀਆਂ ਤਾਂ ਅਸੀਂ ਕੀ ਕੀਤਾ ਹੋਇਆ, ਜਿਹੜੇ ਇਸ ਏਰੀਏ ਦੇ ਵਿੱਚ ਪਾਣੀ ਜਾਂਦਾ ਉਹਨੂੰ ਇਕੱਠਾ ਕਰ ਲੈਂਦੇ। ਇੱਥੇ ਅਸੀਂ ਗੇਟ ਲਾਤੇ, ਆਹ ਗੇਟ ਲਿਖਿਆ, ਯਾਨੀ ਬੰਦ ਕਰ ਦਿੱਤਾ। ਜਿਹੜਾ ਪਾਣੀ ਅੰਦਰ ਇੱਥੇ ਚਲੇ ਗਿਆ ਨਾ, ਇੱਥੋਂ ਅੰਦਰ ਚਲੇ ਗਿਆ, ਉਹ ਆਹ ਪਾਣੀ ਤਾਂ ਵਾਪਸ ਮੁੜ ਗਿਆ, ਆਹ ਪਾਣੀ ਇੱਥੇ ਰਹਿ ਜਾਂਦਾ। ਇਹਨੂੰ ਇੱਥੇ ਗੇਟ ਲਾਤਾ, ਅਤੇ ਗੇਟ ਲਾ ਕੇ ਅਸੀਂ ਜਿਹੜਾ ਆ ਕੀ ਕੀਤਾ ਆ, ਗੇਟ ਲਾ ਕੇ ਅਸੀਂ ਫਿਰ ਉਸ ਪਾਣੀ ਨੂੰ ਨਿਕਲਣ ਵਾਸਤੇ ਇੱਦਾਂ ਪਾਈਪਾਂ ਲਾਤੀਆਂ। ਇੱਥੇ ਟਰਬਾਈਨਾਂ ਲਾਤੀਆਂ, ਆਹ ਟਰਬਾਈਨ ਲਿਖੀ, ਜਿਹੜੇ ਟਰਬਾਈਨਾਂ ਪਾਣੀ ਜਿਵੇਂ ਆਪਾਂ ਪੜ੍ਹਿਆ ਨਾ ਪਣ ਬਿਜਲੀ ਲਈ ਭਾਖੜਾ ਡੈਮ ਵਗੈਰਾ 'ਤੇ ਲੱਗੀਆਂ, ਉੱਦਾਂ ਹੀ ਟਰਬਾਈਨਾਂ ਲਾਤੀਆਂ। ਆਹ ਪਾਈਪਾਂ ਤੋਂ ਜਦੋਂ ਪਾਣੀ ਵਾਪਸ ਬਾਹਰ ਸਮੁੰਦਰ ਵੱਲ ਨੂੰ ਫਿਰ ਆਪਾਂ ਛੱਡਤਾ, ਅਤੇ ਟਰਬਾਈਨ 'ਤੇ ਡਿੱਗਦਾ, ਟਰਬਾਈਨ ਘੁੰਮਦੀ ਆ ਅਤੇ ਬਿਜਲੀ ਤਿਆਰ ਹੁੰਦੀ ਆ। ਠੀਕ ਹੈ, ਇਹਨੂੰ ਆਪਾਂ ਟਾਈਡਲ એનર્ਜੀ ਕਹਿੰਦੇ ਹਾਂ। ਹੋਰ ਵੀ ਇੱਕ ਤਰੀਕਾ, ਜਦੋਂ ਤੇਜ਼ ਛੱਲਾਂ ਚੱਲਦੀਆਂ ਨਾ ਇੱਧਰ ਨੂੰ, ਇੱਦਾਂ ਵਿੱਚ ਅਸੀਂ ਸਮੁੰਦਰ ਦੇ ਵਿੱਚ ਪਿੱਲਰ ਲਾਏ ਹੋਏ ਆ, ਆਹ ਟਰਬਾਈਨਾਂ ਲਾਈਆਂ, ਇਹ ਘੁੰਮਦੀਆਂ, ਇਹਦੇ ਨਾਲ ਤਿਆਰ ਹੁੰਦੀ। ਇੱਕ ਟਾਈਡਲ ਸਟਰੀਮ ਹੈਗੀ ਆ, ਇੱਕ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ, ਪਾਣੀ ਇੱਥੇ ਆਉਂਦਾ ਉੱਚੇ ਥਾਂ 'ਤੇ, ਬਾਅਦ 'ਚ ਇੱਥੋਂ ਜਦੋਂ ਵਾਪਸ ਜਾਂਦਾ ਅਤੇ ਆਹ ਟਰਬਾਈਨ ਨੂੰ ਘੁਮਾਉਂਦਾ ਆ ਅਤੇ ਬਿਜਲੀ ਤਿਆਰ ਹੁੰਦੀ। ਇਹਨੂੰ ਆਪਾਂ ਕਹਿੰਦੇ ਜਵਾਰੀ ਬਿਜਲੀ। ਤਾਂ ਭਾਰਤ ਦੇ ਵਿੱਚ ਇਸ ਖੇਤਰ ਦੇ ਵਿੱਚ ਜਿਹੜਾ ਇਹਨੂੰ ਜਵਾਰੀ ਬਿਜਲੀ ਤਿਆਰ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਆ। ਅੱਗੇ ਆ ਜਿਹੜੀ ਧਰਤੀ ਦੇ ਵਿੱਚ ਗਰਮਾਇਸ਼ ਆ, ਉਹਦੇ ਤੋਂ ਅਸੀਂ ਕਿਵੇਂ ਬਿਜਲੀ ਤਿਆਰ ਕਰਨੀ। ਆਪਾਂ ਕਹਿੰਦੇ ਧਰਤੀ ਦੇ ਹੇਠਾਂ ਬਹੁਤ ਗਰਮ ਏਰੀਆ, ਤਾਂ ਕੀ ਅਸੀਂ ਉਹਨੂੰ ਯੂਜ਼ ਕਰਕੇ ਜਿਹੜਾ ਆ ਨਹੀਂ ਚਲਾ ਸਕਦੇ, ਅਸੀਂ ਬਿਜਲੀ ਨਹੀਂ ਤਿਆਰ ਕਰ ਸਕਦੇ। ਤਾਂ ਉਹਦੇ ਸੰਬੰਧੀ ਵੀ ਕੰਮ ਹੋ ਰਿਹਾ। ਕੀ ਹੋ ਰਿਹਾ, ਦੇਖੋ, ਆਹ ਹੈਗਾ ਧਰਤੀ ਦੇ ਹੇਠਾਂ ਜਿਹੜਾ, ਜਿਵੇਂ ਇੱਥੇ ਪਾਣੀ ਆ, ਇਸ ਪਾਣੀ ਤੋਂ ਸਟੀਮ ਪੈਦਾ ਹੁੰਦੀ ਹੈ। ਆਹ ਜਿਹੜੀ ਧਰਤੀ ਆ ਨਾ, ਇੱਕ ਵਾਰੀ ਤੁਸੀਂ ਧਿਆਨ ਨਾਲ ਫਿਰ ਤੁਹਾਨੂੰ ਮੈਂ ਦਿਖਾ ਦਿੰਦਾ। ਹੁਣ ਆਹ ਹੌਟ ਵਾਟਰ ਲਿਖਿਆ, ਕਿਉਂ ਲਿਖਿਆ, ਕਿਉਂਕਿ ਇੱਥੇ ਗਰਮ ਆ ਲਾਵਾ, ਇਸ ਲਾਵੇ ਨੇ ਇਸ ਪਾਣੀ ਨੂੰ ਗਰਮ ਕਰਤਾ। ਇਹ ਗਰਮ ਪਾਣੀ ਵਾਸਤੇ ਅਸੀਂ ਇੱਥੇ ਪਾਈਪਾਂ ਲਾ ਕੇ ਵੱਡੇ ਹੋਲ ਕਰਕੇ ਆਹ ਭਾਫ਼ ਜਿਹੜੀ ਕੱਢਣੀ ਸ਼ੁਰੂ ਕਰਤੀ। ਠੀਕ ਹੈ ਜੀ, ਇਹ ਭਾਫ਼ ਜਦੋਂ ਨਿਕਲਣੀ ਸ਼ੁਰੂ ਹੋ ਗਈ, ਇਹ ਭਾਫ਼ ਇੱਥੋਂ ਘੁੰਮ ਕੇ ਫਿਰ ਇੱਥੇ ਆਹ ਟਰਬਾਈਨਾਂ ਆ, ਟਰਬਾਈਨਾਂ 'ਤੇ ਆਈ, ਟਰਬਾਈਨਾਂ ਨੇ ਫਿਰ ਬਿਜਲੀ ਤਿਆਰ ਕੀਤੀ। ਹੁਣ ਜਦੋਂ ਅਸੀਂ ਇੱਥੋਂ ਗਰਮ ਪਾਣੀ ਕੱਢ ਲਿਆ, ਅਤੇ ਫਿਰ ਇਹ ਜਗ੍ਹਾ 'ਤੇ ਸਾਨੂੰ ਕੁਛ ਹੋਰ ਵੀ ਚਾਹੀਦਾ। ਫਿਰ ਅਸੀਂ ਕੀ ਕਰਦੇ ਹਾਂ, ਇੱਥੋਂ ਪਾਣੀ ਵਾਸਤੇ ਹੋਲ ਕਰਕੇ ਇਸ ਜਗ੍ਹਾ ਨੂੰ ਫਿਰ ਦੁਬਾਰਾ ਪੰਪ ਕਰਕੇ ਪਾਣੀ ਇੱਥੇ ਦੁਬਾਰਾ ਠੰਡਾ ਪਾਣੀ ਪਾਈ ਜਾਂਦੇ ਹਾਂ। ਇਹ ਠੰਡਾ ਪਾਣੀ ਗਰਮ ਹੋ ਕੇ ਫਿਰ ਇਸ ਪ੍ਰੋਸੈਸ ਵਿੱਚ ਚੱਲਦਾ ਹੈ ਅਤੇ ਬਿਜਲੀ ਤਿਆਰ ਕਰੀ ਜਾਂਦਾ। ਇਹਨੂੰ ਕਹਿੰਦੇ ਭੂ ਥਰਮਲ ਸ਼ਕਤੀ। ਅਤੇ ਇਹ ਤੁਸੀਂ ਦੇਖੋਗੇ ਆਹ 2 ਸਥਾਨ ਹੈਗੇ ਆ, ਇੱਕ ਪੂਗਾ ਵੈਲੀ ਆ ਲੱਦਾਖ ਦੇ ਵਿੱਚ, ਇੱਕ ਮਨੀਕਰਨ ਆ। ਪੰਜਾਬ ਵਾਲੇ ਲੋਕ ਮਨੀਕਰਨ ਸਾਹਿਬ ਜਾਂਦੇ ਕਿਉਂਕਿ ਗੁਰਦੁਆਰਾ ਆ ਉੱਥੇ ਗੁਰੂ ਨਾਨਕ ਦੇਵ ਜੀ ਦਾ। ਅਤੇ ਆਪਾਂ ਦੇਖਦੇ ਹਾਂ ਉਸ ਜਗ੍ਹਾ ਦੇ ਉੱਤੇ ਕੁਛ ਐਸੇ ਥਾਵਾਂ ਆ ਜਿੱਥੋਂ ਪਾਣੀ ਬਹੁਤ ਗਰਮ ਆ, ਭਾਫ਼ ਨਿਕਲਦੀ ਪਈ ਆ। ਤਾਂ ਉਹ ਜਿਹੜੀ ਭਾਫ਼ ਕੋਈ ਜਾਦੂ ਮੰਤਰ ਨਾਲ ਨਹੀਂ ਨਿਕਲਦੀ ਪਈ। ਠੀਕ ਹੈ, ਉਹ ਭੂ ਥਰਮਲ ਸ਼ਕਤੀ ਆ ਜਿਹੜੀ ਉਸ ਪਾਣੀ ਨੂੰ ਗਰਮ ਕਰਦੀ ਪਈ ਹੈ। ਠੀਕ ਹੈ, ਤਾਂ ਇਹ 2 ਸਥਾਨ ਐਸੇ ਆ ਜਿਹਦੇ ਵਿੱਚੋਂ ਇਸ ਸ਼ਕਤੀ ਦਾ ਇਸਤੇਮਾਲ ਕਰਕੇ ਬਿਜਲੀ ਤਿਆਰ ਕੀਤੀ ਜਾ ਰਹੀ ਆ। ਅੱਗੇ ਬੱਚਿਓ ਵੀ ਕੂੜੇ ਕਰਕਟ ਤੋਂ ਵੀ ਆਪਾਂ ਬਿਜਲੀ ਤਿਆਰ ਕਰ ਸਕਦੇ ਹਾਂ। ਕੂੜਾ ਕਰਕਟ ਕੀ, ਘਰਾਂ ਦੀ ਵੇਸਟ, ਘਰਾਂ 'ਚ ਆਪਾਂ ਸਬਜ਼ੀਆਂ ਦਾ ਫਾਲਤੂ ਜਾਂ ਹੋਰ ਕਈ ਕੁਛ ਇਕੱਠਾ ਕਰਦੇ ਹਾਂ, ਸਭ ਕੁਛ ਸਿੱਟੀ ਜਾਂਦੇ ਨਾ, ਉਸ ਵੇਸਟ ਤੋਂ ਵੀ ਕਿਵੇਂ ਬਿਜਲੀ ਤਿਆਰ ਕੀਤੀ ਜਾ ਸਕਦੀ ਆ। ਆਹ ਦੇਖੋ, ਜਿਵੇਂ ਟਰੱਕ ਆਇਆ, ਇਹਨੇ ਕੂੜਾ ਇੱਥੇ ਸਿੱਟਿਆ, ਆਹ ਹੈਂਗਰ ਜਿਹੜਾ ਕੂੜਾ ਚੱਕਿਆ ਉਹਨੇ ਇੱਥੇ ਸਿੱਟਤਾ, ਇਹਦੇ ਵਿੱਚੋਂ ਵੇਸਟ ਜਿਹੜਾ ਸਵਾਹ ਥੱਲੇ ਚਲੇਗੀ, ਬਾਕੀ ਜਿਹੜੀ ਉਹ ਬਾਲ ਕੇ ਜਿਹੜੀ ਭਾਫ਼ ਜਾਂ ਕੁਛ ਨਿਕਲਿਆ ਉਹ ਇੱਥੋਂ ਘੁੰਮ ਕੇ ਇਹ ਪ੍ਰੋਸੈਸ ਹੁੰਦਾ ਹੋ ਕੇ ਇੱਥੇ ਆ ਕੇ ਉਹ ਬਿਜਲੀ ਤਿਆਰ ਹੋਈ। ਠੀਕ ਹੈ, ਆਪਣੇ ਜਲੰਧਰ ਦੇ ਵਿੱਚ ਵੀ ਜਿਹੜਾ ਆ ਵੇਸਟ ਪ੍ਰੋਡਕਟ ਤੋਂ, ਦਿੱਲੀ 'ਚ ਵੀ ਵੇਸਟ ਪ੍ਰੋਡਕਟ ਤੋਂ ਜਿਹੜਾ ਬਿਜਲੀ ਤਿਆਰ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਆ, ਕਾਰਖਾਨੇ ਲੱਗ ਰਹੇ ਆ।
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੇਸਟ ਆ, ਇੱਕ ਤਾਂ ਵੇਸਟ ਜਿਹੜੀ ਉਹ ਵਰਤੀ ਜਾਊਗੀ, ਕਿਉਂਕਿ ਜਦੋਂ ਆਪਾਂ ਵੇਸਟ ਨੂੰ ਯੂਜ਼ ਕਰ ਲਾਂਗੇ ਬਾਅਦ 'ਚ ਜਿਹੜਾ ਫਾਲਤੂ ਸਮਾਨ ਬਚਦਾ ਉਹਨੂੰ ਆਪਾਂ ਖੇਤਾਂ ਵਿੱਚ ਵਰਤ ਸਕਦੇ ਹਾਂ। ਤਾਂ ਇਹ ਵੀ ਇੱਕ ਬਹੁਤ ਵਧੀਆ ਸਾਧਨ ਆ। ਫਿਰ ਗੋਬਰ ਗੈਸ ਪਲਾਂਟ ਆ ਦੇਖੋ, ਇੱਥੋਂ ਅਸੀਂ ਗੋਹਾ ਜਾਂ ਫਾਲਤੂ ਸਮਾਨ ਇੱਥੇ ਸਿੱਟਦੇ ਹਾਂ, ਠੀਕ ਹੈ। ਉਹ ਇੱਥੇ ਉਹਦੀ ਸਾਰਾ ਸਿਸਟਮ ਜਿਹੜਾ ਚੱਲਦਾ ਆ, ਇੱਥੋਂ ਜਿਹੜਾ ਉਹਦੀ ਵੇਸਟ ਬਾਹਰ ਨਿਕਲਦਾ, ਓਵਰਫਲੋ ਬਾਹਰ ਨਿਕਲਦਾ, ਇੱਥੋਂ ਗੈਸ ਜਾਂਦੀ ਆ ਗੈਸ ਚੱਲ ਕੇ ਇੱਥੋਂ ਚੁੱਲ੍ਹੇ ਤੱਕ ਚੱਲਦਾ, ਠੀਕ ਹੈ ਨਾ। ਹੁਣ ਦੇਖੋ ਇੱਦਾਂ ਦੇ ਪੋਰਟੇਬਲ ਗੈਸ ਪਲਾਂਟ ਵੀ ਆ ਗਏ ਆ, ਛੋਟੇ ਛੋਟੇ ਡਰਮ ਜਿਹੇ ਆ ਗਏ ਆ, ਜਿਹਦੇ ਵਿੱਚ ਤੁਸੀਂ ਇੱਥੋਂ ਗੋਹਾ ਪਾਓਗੇ ਅਤੇ ਨਾਲ ਹੀ ਗੈਸ ਤਿਆਰ, ਉਸੇ ਵੇਲੇ ਤਿਆਰ ਹੋ ਕੇ ਤੁਸੀਂ ਉਹਨੂੰ ਵਰਤ ਸਕਦੇ ਹੋ। ਇਹ ਗੋਬਰ ਗੈਸ ਪਲਾਂਟ ਆ। ਫਿਰ ਹੈਗਾ ਧੂੰਆਂ ਰਹਿਤ ਚੁੱਲ੍ਹੇ। ਛੋਟੇ ਛੋਟੇ ਚੁੱਲ੍ਹੇ ਐਸੇ ਆ ਜਿਹੜੇ ਸਰਕਾਰ ਨੇ ਵੀ ਬਣਾ ਕੇ ਦਿੱਤੇ ਆ, ਉਹਦੇ ਵਿੱਚ ਲੱਕੜ ਵੀ ਘੱਟ ਲੱਗਦੀ ਆ ਅਤੇ ਧੂੰਆਂ ਵੀ ਜਿਹੜਾ ਇੱਥੋਂ ਨਹੀਂ ਨਿਕਲਦਾ, ਸਾਰਾ ਧੂੰਆਂ ਚਿਮਨੀ ਦੇ ਰਾਹੀਂ ਬਾਹਰ ਜਾਂਦਾ, ਬਹੁਤ ਥੋੜ੍ਹਾ ਨਿਕਲਦਾ। ਇਹਨੂੰ ਅਸੀਂ ਕਹਿੰਦੇ ਧੂੰਆਂ ਰਹਿਤ ਚੁੱਲ੍ਹੇ, ਅਤੇ ਇਹਨੇ ਜਿਹੜਾ ਪ੍ਰਦੂਸ਼ਣ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਆ। ਸੋ ਬੱਚਿਓ, ਇਹ ਸਾਡਾ ਪਾਠ ਸੀਗਾ ਮਿਨਰਲਸ ਐਂਡ ਐਨਰਜੀ ਰਿਸੋਰਸਿਸ, ਠੀਕ, ਖਣਿਜ ਪਦਾਰਥ ਅਤੇ ਸ਼ਕਤੀ ਦੇ ਸਾਧਨ, ਵੀ ਕਿਵੇਂ ਅਸੀਂ ਜਿਹੜਾ ਹੈ ਇਹਨਾਂ ਦੀ ਸਹੀ ਵਰਤੋਂ ਕਰਕੇ ਆਪਣਾ ਅਤੇ ਦੇਸ਼ ਦਾ ਵਿਕਾਸ ਕਰ ਸਕਦੇ ਹਾਂ। ਤਾਂ ਬਹੁਤ ਇੰਪੋਰਟੈਂਟ ਟੌਪਿਕ ਸੀ ਤੁਹਾਡੇ ਲਈ। ਆਸ ਹੈ ਵੀ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ। ਅਤੇ ਇਸ ਸੰਬੰਧ ਦੇ ਵਿੱਚ ਜਿਹੜਾ ਆ, ਜੇਕਰ ਕੋਈ ਤੁਸੀਂ ਜਾਣਕਾਰੀ ਹੋਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਆ ਮੈਨੂੰ ਕੰਟੈਕਟ ਕਰ ਸਕਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਦੇਖਣ ਦੇ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਧੰਨਵਾਦ।